ਜੀ ਵੀ ਜੀ ਪ੍ਰਦੀਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਕੇ ਇੱਕ ਹੱਥ ਜੋੜ ਕੇ ਬੇਨਤੀ ਸੀ ਕਿ ਜਿਵੇਂ ਆਪਾਂ ਦੇਖਦੇ ਹਾਂ ਨਾ, ਸੰਗਤ ਵਿੱਚ ਕਈ ਵਾਰੀ ਡਿਸਟਰਬਿੰਗ ਐਲੀਮੈਂਟਸ ਵੀ ਆ ਜਾਂਦੇ ਨੇ, ਅਤੇ ਇਸ ਤਰ੍ਹਾਂ ਦੇ ਇੱਕ ਦੋ ਜਣੇ ਆਏ ਸੀ ਜਿਹਨਾਂ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਅਤੇ ਅਸੀਂ ਉਹਨਾਂ ਨੂੰ ਗਰੁੱਪ ਤੋਂ ਰਿਮੂਵ ਵੀ ਕੀਤਾ, ਅਤੇ ਉਹਨਾਂ ਨੇ ਰਿਟੈਲੀਏਸ਼ਨ ਵਿੱਚ ਆਈ ਥਿੰਕ ਕੁਛ ਸੰਗਤ ਵਿੱਚ ਉਹਨਾਂ ਨੇ ਮੈਸੇਜ ਵੀ ਪਾਏ ਨੇ। ਅਤੇ ਉਹੀ ਮੈਂ ਬੇਨਤੀ ਕਰਨਾ ਸੰਗਤ ਅੱਗੇ ਕਿ ਉਹ ਇੰਨਾ ਕੌਨਫੀਡੈਂਸ ਸਾਡੇ ਉੱਤੇ ਰੱਖਣ ਕਿ ਜੇ ਅਸੀਂ ਕੋਈ ਡਿਸੀਜ਼ਨ ਲਿਆ ਹੈ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਲਿਆ ਹੈ ਔਰ ਬੜੀ ਸੋਚ ਵਿਚਾਰ ਕਰਕੇ ਲਿਆ ਹੈ, ਅਤੇ ਅਸੀਂ ਸੰਗਤੀ ਰੂਪ 'ਤੇ ਅਸੀਂ ਸਾਰੀ ਗੱਲਾਂ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਉਹ ਜਿਹੜੇ ਬੰਦੇ ਜੁੜੇ ਹੋਏ ਸੀ ਉਹ ਸਿਰਫ ਡਿਸਟਰਬੈਂਸ ਵਾਸਤੇ ਆ ਰਹੇ ਸੀ, ਉਹਨਾਂ ਦਾ ਗੁਰਬਾਣੀ ਵਿਚਾਰ ਨਾਲ ਕੋਈ ਸਾਰੋਕਾਰ ਨਹੀਂ ਹੈਗਾ ਸੀ, ਇਸ ਕਰਕੇ ਉਹਨਾਂ ਨੂੰ ਹਟਾਇਆ ਗਿਆ ਹੈ। ਅਤੇ ਆਈ ਥਿੰਕ ਉਹ ਕੁਛ ਮਿਸ ਪ੍ਰੋਪਾਗੈਂਡਾ ਵੀ ਕਰ ਰਹੇ ਨੇ, ਪਰ ਅਸੀਂ ਬਿਲਕੁਲ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਉਸ ਚੀਜ਼ ਦਾ। ਅਤੇ ਆਪ ਜੀ ਨੂੰ ਬਸ ਇਹੀ ਅਸੀਂ ਸਾਂਝ ਪਾਣੀ ਸੀ ਕਿ ਆਪ ਜੀ ਪਲੀਜ਼ ਉਸ ਤਰਫ ਨਾ ਖਿਆਲ ਕਰੋ, ਅਤੇ ਇੰਨਾ ਭਰੋਸਾ ਤੁਹਾਨੂੰ ਸਾਡੇ ਮੈਨੇਜਮੈਂਟ 'ਤੇ ਰੱਖਣਾ ਪਏਗਾ ਕਿ ਜੇ ਅਸੀਂ ਕੋਈ ਡਿਸੀਜ਼ਨ ਲੈ ਰਹੇ ਹਾਂ ਤਾਂ ਉਹਦਾ ਕੋਈ ਨਾ ਕੋਈ ਬੜਾ ਵਜ੍ਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ। ਹਾਂ, ਅਸੀਂ ਓਪਨ ਡਿਸਕਸ਼ਨ, ਓਪਨ ਵਿਚਾਰਾਂ ਲਈ ਹਮੇਸ਼ਾ ਅਸੀਂ ਤਿਆਰ ਹਾਂ। ਜਿੱਧਰੋਂ ਭੁੱਲ ਹੋ ਜਾਏ ਕਿਧਰੇ ਸਾਡੇ ਕੋਲੋਂ, ਅਸੀਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ। ਮਨੁੱਖ ਹੈਗੇ ਆ, ਕਈ ਵਾਰੀ ਭੁੱਲਾਂ ਵੀ ਹੁੰਦੀਆਂ ਸਾਡੇ ਕੋਲੋਂ, ਲੇਕਿਨ ਅਗਰ ਕੇਵਲ ਤੇ ਕੇਵਲ ਡਿਸਟਰਬ ਕਰਨਾ ਹੀ ਰੀਜ਼ਨ ਹੈ ਤੇ ਫਿਰ ਉਸਦੇ ਵੱਲ ਕੋਈ ਨਾ ਕੋਈ ਫੈਸਲਾ ਲੈਣਾ ਪੈਂਦਾ ਕਈ ਵਾਰੀ। ਜੇ ਭੂਆ ਜੀ 2 ਮਿੰਟ आप जी इस बाबत कुछ कहना चाहो तो प्लीज आप जी शेयर करिए जाए, फिर पाठ की आरंभता करिए। देखो, वाहिगुरु जी का खालसा, वाहिगुरु जी की फतेह। देयर आर डेफिनेटली कोई एलिमेंट्स आंदे हन, पर दे आर इग्नोरेंट। पर अगर इतनी डिस्टर्बेंस होवे कि सारी संगत नु डिस्टर्ब कर दे, तो इज वेरी नाइस क्वाइटली जस्ट रिमूव देम, क्वाइटली रिमूव देम, नो हार्ड फीलिंग्स फॉर एनीवन, बिकॉज़ ਅਸੀਂ ਕਹੇ ਉਹਨਾਂ ਦੀ ਗਲਤੀ ਕੀ ਹੈ, ਉਹਨਾਂ ਨੂੰ ਵਾਲੀ ਸੋਚ ਹੀ ਨਹੀਂ ਹੈ, ਦੇ ਆਰ ਇਗਨੋਰੈਂਟ। ਸੋ ਇਨ ਅ ਵੈਰੀ ਗ੍ਰੇਸਫੁਲ ਵੇ ਜਸਟ ਡਿਲੀਟ them out, just delete them out। जी ਭੂਆ ਜੀ, ਅਸੀਂ ਕਾਫੀ ਟਾਈਮ ਤੱਕ ਕੋਸ਼ਿਸ਼ ਕਰਦੇ ਰਹੇ ਹਾਂ ਕਿ ਸ਼ਾਇਦ ਗੁਰੂ ਦੀ ਬਾਣੀ ਦੇ ਮਿੱਠੇ ਬੋਲ ਅੰਦਰ ਜਾਣਗੇ ਤੇ ਸ਼ਾਇਦ ਕਿਧਰੇ ਨਾ ਕਿਧਰੇ ਮਨ ਸ਼ਾਂਤ ਹੋ ਕੇ ਕਿਧਰੇ ਨਾ ਕਿਧਰੇ ਕਾਫੀ ਚਿਰ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ। ਜੇ ਅੱਗੋਂ ਵੀ ਅਗਰ ਉਹਨਾਂ ਨਾਲ ਕਦੀ ਗੱਲਬਾਤ ਹੋ ਗਈ ਪਰਸਨਲ ਲੈਵਲ ਤੇ ਜ਼ਰੂਰ ਰੀਜੁਆਇਨ ਕਰਨ, ਜੀ ਸਕੇ ਰੀਜੁਆਇਨ ਕਰਨ। ਅਗਰ ਸਾਥ ਬਣੇਗਾ ਤੇ ਮੁੱਠੀ ਬਣੇਗੀ, ਤੇ ਮੁੱਠੀ ਬਣੇਗੀ ਤੇ ਤਾਕਤ ਵਧਦੀ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਪੋਜ਼ਿਟਿਵ ਵੇ ਵਿੱਚ ਜੋ ਵੀ ਆਣਾ ਚਾਹੇ ਸਿਰ ਮੱਥੇ ਤੇ ਵੇ। ਜੀ ਛੋਟੀ ਜੀ ਮੈਂ ਵੀ ਬੇਨਤੀ ਕਰਨਾ ਚਾਹਾਂਗਾ ਕਿ ਮੈਂ ਕੋਈ ਵੀ ਐਜ਼ ਅ ਤੇਜਿੰਦਰਪਾਲ ਸਿੰਘ ਪਰਸਨਲ ਡਿਸੀਜਨ ਨਹੀਂ ਲੈਂਦਾ। ਸਾਰੇ ਆਪਣੇ ਗਰੁੱਪ ਦੇ ਵੀਰਾਂ ਭੈਣਾਂ ਭੂਆ ਜੀ ਸਭ ਤੋਂ ਡਿਸਕਸ ਕਰਕੇ ਹੀ ਅਸੀਂ ਅੱਗੇ ਡਿਸੀਜਨ ਲੈਂਦੇ ਹਾਂ। ਤੇਜਿੰਦਰਪਾਲ ਸਿੰਘ ਦਾ ਕਦੀ ਵੀ ਕੋਈ ਨਾ ਸੋਚੇ ਕਿ ਪਰਸਨਲ ਡਿਸੀਜਨ ਹੈਗਾ। ਧੰਨਵਾਦ ਵੀਰ ਜੀ, ਆਪ ਜੀ ਸਟਾਰਟ ਕਰ ਸਕਦੇ ਹੋ ਪਾਠ। ਜੀ ਇਜਾਜ਼ਤ ਦਿਓ ਹੁਣ ਪਾਠ ਆਰੰਭ ਕਰਨ ਦੀ। रल मिल के बैठ के गुरु ग्रंथ साहब जी दे दर्शन कर रही साध संगत जी। वाहिगुरु जी का खालसा, वाहिगुरु जी की फतेह। गुरु ग्रंथ साहब जी दी चल रही लड़ीवार विचारां विच अज अंक नंबर 1069 1069 नंबर अंक तो अगे पाठ करने। मारू राग विच चौथी पातशाही धन धन गुरु अमरदास जी दे उच्चारण किए हुए 16 दी आरंभता होनी है अज। मारू सोलहे महला चौथा, एक ओंकार सतगुर प्रसाद, सच्चा आप सवारण हारा, अवर न सूझस बीजी कारा, गुरमुख सच वसै घट अंतर, सहजे सच समाई है, सच्चा आप सवारण हारा, अवर न सूझस बीजी कारा, गुरमुख सच वसै घट अंतर, सहजे सच समाई है, सच्चा आप वो परमात्मा आप ही, सवारण हारा, सवारण हारा तो पावे ਸਵਾਰਣ ਦੀ ਸਮਰੱਥਾ ਵਾਲਾ, ਜਿਹਦੇ ਵਿੱਚ ਸਮਰੱਥਾ ਹੈ, ਸਵਾਰਣ ਹਾਰਾ ਉਹ ਆਪ ਹੀ ਸਵਾਰਦਾ। ਸਵਾਰਦਾ ਕਿਸ ਤਰ੍ਹਾਂ ਸਵਾਰਦਾ? ਅਸੀਂ ਧਿਆਨ ਦੇਈਏ। ਸਾਨੂੰ ਅਸੀਂ ਕਿਉਂਕਿ ਸਰੀਰਿਕ ਤਲ ਤੇ ਜਿਉਂਦੇ ਹਾਂ, ਸਰੀਰ ਨੂੰ ਸਵਾਰਨਾ ਹੈ,
24 ਘੰਟੇ ਸਾਡਾ ਧਿਆਨ ਉਸੇ ਪਾਸੇ ਰਹਿੰਦਾ ਹੈ। ਹਰ ਵਕਤ ਅਸੀਂ ਸੋਚਦੇ ਹਾਂ ਸਾਡਾ ਚਿਹਰਾ ਖੂਬਸੂਰਤ ਰਵੇ, ਅਸੀਂ ਨਹਾ ਧੋ ਕੇ ਆਪਣੀ ਮੈਲ, ਸਰੀਰਕ ਮੈਲ ਦੂਰ ਕਰਦੇ ਹਾਂ, ਅਸੀਂ ਸੋਹਣੇ ਕੱਪੜੇ ਪਾਉਂਦੇ ਹਾਂ। ਬਾਹਰਲੇ ਤੌਰ ਤੇ ਅਸੀਂ ਬਹੁਤ ਆਪਣੇ ਸਵਾਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ, ਤੇ ਗੁਰੂ ਸਾਹਿਬ ਕਹਿ ਰਹੇ ਸੱਚਾ ਆਪ ਸਵਾਰਨ ਹਾਰਾ, ਪਰ ਅੰਦਰ ਸਾਡੇ ਮੈਲ ਭਰੀ ਰਹਿੰਦੀ ਹੈ, ਅੰਦਰ ਸਾਡੇ ਅੰਦਰ ਅਵਗੁਣ ਭਰੇ ਰਹਿੰਦੇ ਨੇ, ਤੇ ਉਨ ਅਵਗੁਣਾਂ ਦੇ ਆਧਾਰ ਤੇ ਅਸੀਂ ਕਾਰ ਵਿਹਾਰ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਅਵਗੁਣ ਸਾਡੇ ਮਨ ਤੇ ਪ੍ਰਭਾਵ ਪਾਉਂਦੇ ਹਨ, ਉਸ ਮੁਤਾਬਿਕ ਅਸੀਂ ਕਾਰ ਵਿਹਾਰ ਕਰਦੇ ਰਹਿੰਦੇ ਹਾਂ। ਪਰ ਗੁਰੂ ਸਾਹਿਬ ਸਮਝਾਣਾ ਕਰ ਰਹੇ ਹਨ ਕਿ ਉਹ ਪਰਮਾਤਮਾ ਆਪਣੇ ਬਣਾਏ ਹੁਕਮ ਵਿੱਚ ਹੀ ਸਾਨੂੰ ਸਵਾਰਦਾ, ਸਵਾਰਨ ਦੀ ਸਮਰੱਥਾ ਵਾਲਾ ਹੈ। ਸੱਚਾ ਆਪ ਸਵਾਰਨ ਹਾਰਾ, ਆਪ ਹੀ ਸਵਾਰ ਦਿੰਦਾ ਹੈ। ਸਾਡੇ ਮਨ ਦੇ ਵਿੱਚੋਂ ਵੈਰ ਵਿਰੋਧਤਾ ਵਿਕਾਰ ਕੱਢ ਕੇ ਸਾਡੇ ਅੰਦਰ ਗੁਣ ਭਰ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਦੇ ਅੰਦਰ ਗੁਣ ਨਹੀਂ ਉਹਨਾਂ ਦੇ ਵਿੱਚ ਗੁਣ ਦੇ ਦਿੰਦਾ ਹੈ, ਔਰ ਜਿਨ੍ਹਾਂ ਦੇ ਅੰਦਰ ਗੁਣ ਹਨ ਉਹਨਾਂ ਨੂੰ ਹੋਰ ਗੁਣ ਦੇ ਕੇ ਭਰਪੂਰ ਕਰ ਦਿੰਦਾ ਹੈ। ਦੇਖੋ, ਨਿਰਗੁਣ ਗੁਣ ਕਰੇ, ਗੁਣਵੰਤਿਆਂ, ਗੁਣਵੰਤੇ ਕੌਣ ਹਨ? ਜਿਨ੍ਹਾਂ ਵਿੱਚ ਪਹਿਲਾਂ ਤੋਂ ਕੁਝ ਗੁਣ ਹਨ, ਗੁਣ ਕਰੇ, ਗੁਣ ਦੇ ਦਿੰਦਾ, ਹੋਰ ਗੁਣਾਂ ਨਾਲ ਭਰਪੂਰ ਕਰ ਦਿੰਦਾ। ਬਸ਼ਰਤੇ ਅਸੀਂ ਝੋਲੀ ਸਿੱਧੀ ਰੱਖੀਏ, ਮਨ ਦੀ ਉਹ ਅਵਸਥਾ ਬਣੀ ਰਵੇ ਕਿ ਮੇਰੇ ਵਿੱਚ ਗੁਣ ਨਹੀਂ। ਅਕਸਰ ਕੀ ਹੁੰਦਾ ਹੈ, ਰੱਤਾ ਮਾਤਰ, ਕਿਣਕਾ ਮਾਤਰ ਕੋਈ ਗੁਣ ਮਨ ਵਿੱਚ ਆ ਜਾਏ, ਕੋਈ ਗੁਣ ਵਸ ਜਾਏ, ਤੇ ਉਸੇ ਦਾ ਅਸੀਂ ਹੰਕਾਰ ਕਰਨ ਲੱਗ ਪੈਂਦੇ ਆ, ਤੇ ਅੱਗੋਂ ਹੋਰ ਗੁਣ ਲੈਣ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ। ਤੇ ਗੁਰੂ ਸਾਹਿਬ ਸਮਝਾ ਰਹੇ ਹਨ ਸੱਚਾ ਆਪ ਸਵਾਰਨ ਹਾਰਾ, ਅਵਰ ਨਾ ਸੂਝਸ। ਅਵਰ ਤੋਂ ਭਾਵੇਂ ਕੋਈ ਹੋਰ ਦੂਜਾ ਸੂਝਦਾ ਹੀ ਨਹੀਂ, ਅਵਰ ਨਾ ਸੂਝਸ ਬੀਜੀ ਕਾਰਾ, ਬੀਜੀ ਤੋਂ ਭਾਵੇਂ ਦੂਜਾ, ਉਹ ਪ੍ਰਮਾਤਮਾ ਆਪ ਸਵਾਰਦਾ ਹੈ। ਅਵਰ ਨਾ ਸੂਝਸ ਬੀਜੀ ਕਾਰਾ, ਦੂਜੀ ਕੋਈ ਹੋਰ ਕੀਤੀ ਹੋਈ ਕਾਰ, ਦੂਜਾ ਕੋਈ ਹੋਰ ਕੀਤਾ ਹੋਇਆ ਕਰਮ ਸੂਝਦਾ ਹੀ ਨਹੀਂ, ਜਿਹੜਾ ਕੰਮ ਕੀਤਿਆਂ ਸਾਡੇ ਅੰਦਰ ਗੁਣ ਵਸ ਜਾਣ। ਕੋਈ ਹੋਰ ਤਰੀਕਾ ਨਜ਼ਰ ਹੀ ਨਹੀਂ ਆਉਂਦਾ ਦੂਜਾ। ਅਸੀਂ ਬਾਹਰਲੇ ਜਿੰਨੇ ਮਰਜ਼ੀ ਕਰਮ ਕਾਂਡ ਕਰੇ ਜਾਈਏ, ਸਰੀਰਿਕ ਤਲ ਤੇ ਜਿੰਨੇ ਮਰਜ਼ੀ ਗਿਣ ਕੇ ਪਾਠ ਕਰੇ ਜਾਈਏ, ਸਰੀਰਿਕ ਤਲ ਤੇ ਗਿਣ ਕੇ ਜਿੰਨੀ ਵਾਰੀ ਮਰਜ਼ੀ ਗੁਰਦੁਆਰੇ ਜਾਂਦੇ ਰਹੀਏ, ਗੁਰੂ ਸਾਹਿਬ ਕਹਿ ਰਹੇ ਅਵਰ ਨਾ ਸੂਝਸ ਬੀਜੀ ਕਾਰਾ, ਅਸੀਂ ਗਿਣਤੀਆਂ ਮਿਣਤੀਆਂ ਵਿੱਚ ਪਏ ਰਹਿੰਦੇ ਹਾਂ। ਅਸੀਂ ਬਾਹਰਲੇ ਸਰੀਰਿਕ ਤਲ ਤੇ ਕਈ ਕਿਸਮ ਦੇ ਕਰਮ ਕਾਂਡ ਅਸੀਂ ਬਣਾ ਲਏ ਹਨ, ਉਹੀਓ ਕਰਮ ਕਾਂਡ ਕਰਦੇ ਰਹਿੰਦੇ ਹਾਂ, ਤੇ ਅਸੀਂ ਉਸੇ ਨੂੰ ਧਰਮ ਸਮਝ ਲੈਂਦੇ ਹਾਂ। ਤੇ ਗੁਰੂ ਸਾਹਿਬ ਸਮਝਾ ਰਹੇ ਹਨ ਅਵਰ ਨਾ ਸੂਝਸ ਬੀਜੀ ਕਾਰਾ, ਗੁਰਮੁਖ ਸੱਚ ਵਸੈ ਘਟ ਅੰਤਰ, ਸਹਜੇ ਸੱਚ ਸਮਾਈ ਹੈ ਗੁਰਮੁਖ। ਹੁਣ ਕਲੀਅਰ ਵੀ ਕਰ ਰਹੇ ਨੇ। ਹੁਣ ਦੇਖੋ, ਪਹਿਲੀ ਪੰਕਤੀ ਚ ਕਿਹਾ ਸੱਚਾ ਆਪ ਸਵਾਰਨ ਹਾਰਾ, ਤੇ ਦੂਜੀ ਪੰਕਤੀ ਵਿੱਚ ਕਿਹਾ ਅਵਰ ਨਾ ਸੂਝਸ ਬੀਜੀ ਕਾਰਾ। ਹੁਣ ਸਵਾਰਨ ਹਾਰਾ ਪਰਮਾਤਮਾ ਆਪ ਹੈ, ਪਰ ਸਵਾਰਦਾ ਕਿਸ ਤਰ੍ਹਾਂ ਹੈ? ਦੂਜੀ ਕਾਰ ਅਸੀਂ ਛੱਡ ਦਈਏ ਤੇ ਕੀ ਕਰਮ ਕਰਨਾ ਕਰੀਏ? ਸਵਾਲ ਉੱਠਦੇ ਗੁਰੂ ਸਾਹਿਬ ਕਿਸ ਤਰ੍ਹਾਂ ਸਵਾਰਾ? ਪਰਮਾਤਮਾ ਮੈਨੂੰ ਤਾਂ ਸਵਾਰ ਨਹੀਂ ਰਿਹਾ, ਕਈਆਂ ਨੂੰ ਸਵਾਰ ਦਿੱਤਾ, ਮੈਨੂੰ ਨਹੀਂ ਸਵਾਰਿਆ। ਤੇ ਗੁਰੂ ਸਾਹਿਬ ਨਾਲ ਦੇ ਨਾਲ ਹੀ ਸਾਨੂੰ ਸਮਝਾਈ ਜਾਂਦੇ ਨੇ ਗੁਰਮੁਖ ਸੱਚ ਵਸੈ ਘਟ ਅੰਤਰ, ਕਹਿੰਦੇ ਨੇ ਗੁਰੂ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆਇਆ। ਗੁਰਮੁਖ ਤੋਂ ਕੀ ਭਾਵੇਂ? ਗੁਰੂ ਦੇ ਵੱਲ ਮੂੰਹ ਕਰ ਲੈਣਾ, ਗੁਰੂ ਦੀ ਸ਼ਰਨ ਲੈ ਲੈਣਾ, ਗੁਰੂ ਦੀ ਗੱਲ ਨੂੰ ਵਿਸ਼ਵਾਸ ਕਰ ਲੈਣਾ, ਭਰੋਸਾ ਕਰ ਲੈਣਾ, ਯਕੀਨ ਕਰ ਲੈਣਾ, ਗੁਰੂ ਦੀ ਗੱਲ ਨੂੰ ਮੰਨ ਲੈਣਾ। ਗੁਰਮੁਖ ਕਹਿੰਦੇ ਨੇ ਕੀ ਹੋਏਗਾ? ਗੁਰੂ ਦੀ ਗੱਲ ਨੂੰ ਮੰਨ ਲਈਏ, ਗੁਰੂ ਦੀ ਗੱਲ ਮੰਨਣ ਵਿੱਚ ਲਿਆਈਏ। ਸੱਚ ਵਸੈ ਘਟ ਅੰਤਰ, ਕਹਿੰਦੇ ਨੇ ਫਿਰ ਸੱਚ ਵਸੇ ਘਟ ਅੰਤਰ। ਸੱਚ ਉਹ ਪਰਮਾਤਮਾ ਆਪ, ਗੁਣ ਰੂਪ ਪਰਮਾਤਮਾ ਆਪ ਘਟ ਦੇ ਅੰਦਰ ਹਿਰਦੇ ਵਿੱਚ ਆ ਕੇ ਵਸ ਜਾਂਦਾ। ਸਹਜੇ ਸੱਚ ਸਮਾਈ ਹੈ, ਕਹਿੰਦੇ ਨੇ ਕੀ ਹੋਏਗਾ? ਸਹਜੇ ਸੁਭਾਵਕ ਹੀ ਸੱਚ ਵਿੱਚ, ਸੱਚ ਦੇ ਸਪੈਲਿੰਗ ਵੱਲ ਧਿਆਨ ਦਿਆ ਜੇ। ਪਹਿਲਾਂ ਸੱਚ ਔਂਕੜ ਨਾਲ ਆਇਆ, ਪਰਮਾਤਮਾ ਇੱਕ ਵਚਨ ਰੂਪ ਵਿੱਚ ਆਇਆ, ਪਰਮਾਤਮਾ ਦਾ ਜ਼ਿਕਰ ਹੈ। ਸੱਚ ਵਸੇ ਘਟ ਅੰਤਰ,
ਸਹਿਜੇ ਸੱਚ, ਦੂਜਾ ਸੱਚ ਜਿਹੜਾ ਆਇਆ ਸਿਹਾਰੀ ਦੇ ਨਾਲ ਆਇਆ ਸਿਹਾਰੀ ਦੇ ਨਾਲ ਸਹਿਜੇ ਸੱਚ ਸਮਾਈਏ, ਪਾਵੇ ਸੱਚ ਵਿੱਚ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਗੱਲ ਮੰਨਣ ਵਿੱਚ ਲਿਆਈਏ, ਸਮਝ ਕੇ ਮੰਨਣ ਵਿੱਚ ਲਿਆਈਏ, ਤੇ ਸਹਿਜੇ ਸੁਭਾਵਕ ਹੀ ਸੱਚ ਸਮਾਈਏ, ਸੱਚ ਵਿੱਚ ਸਮਾ ਜਾਂਦੇ ਆ, ਜਾਂ ਇੰਝ ਸਮਝੀਏ ਸੱਚ ਮਨ ਵਿੱਚ ਆ ਕੇ ਵਸ ਜਾਂਦਾ ਹੈ। ਗੁਣਾਂ ਨਾਲ ਭਰਪੂਰ ਮਨੁੱਖ ਹੋ ਜਾਂਦਾ ਹੈ, ਉਹਦੇ ਮਨ ਦੇ ਵਿੱਚ ਗੁਣ ਪ੍ਰਗਟ ਹੋ ਜਾਂਦੇ ਨੇ। ਪਰਮਾਤਮਾ ਜੋ ਅੰਦਰ ਪਹਿਲਾਂ ਹੀ ਮੌਜੂਦ ਸੀ ਉਸਦੇ ਨਾਲ ਸਾਂਝ ਬਣ ਜਾਂਦੀ ਹੈ। ਫਿਰ ਅਵਗੁਣਾਂ ਨੂੰ ਛੱਡ ਕੇ ਗੁਣਾਂ ਵਾਲੀ ਰਾਹ ਤੇ ਮਨੁੱਖ ਤੁਰਨ ਲੱਗ ਪੈਂਦਾ ਹੈ, ਵਿਕਾਰਾਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਅਜੇ ਤੱਕ ਵਿਕਾਰਾਂ ਦੇ ਵਸ ਵਿੱਚ ਕਾਰ ਵਿਹਾਰ ਕਰ ਰਹੇ ਸੀ, ਹੁਣ ਵਿਕਾਰ ਵਸ ਵਿੱਚ ਆ ਜਾਂਦੇ ਨੇ ਤੇ ਜ਼ਿੰਦਗੀ ਜੀਵਨ ਦਾ ਢੰਗ ਬਦਲ ਜਾਂਦਾ ਹੈ। ਜ਼ਿੰਦਗੀ ਨੂੰ ਅਸੀਂ ਇੱਕ ਤਰ੍ਹਾਂ ਤੋਂ ਹੁਣ ਜੀਉਣਾ ਆਰੰਭ ਹੁੰਦਾ ਹੈ। ਇੱਕ ਜਨਮ ਸਾਡਾ ਮਾਤਾ ਪਿਤਾ ਦੇ ਰਾਹੀਂ ਹੋ ਚੁੱਕਾ ਹੈ, ਇੱਕ ਜਨਮ ਜਦੋਂ ਗੁਰੂ ਦੇ ਰਾਹੀਂ ਆਉਂਦਾ ਹੈ, ਜੀਵਨ ਦਾ ਢੰਗ ਤਾਂ ਆਉਂਦਾ ਹੈ, ਤਾਂ ਅਸਲ ਜਨਮ ਹੁੰਦਾ ਹੈ, ਤਾਂ ਸਾਡਾ ਜੀਵਨ ਜਾਂਚ ਐਂ ਸਮਝੀਏ ਸਿੱਖੀ ਦੀਏ, ਤਾਂ ਸਾਡਾ ਜੀਵਨ ਆਰੰਭ ਹੁੰਦਾ ਹੈ। ਜੀ ਇਕਬਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਰੂ ਸੋਹਲੇ, ਰਾਗ ਮਾਰੂ ਸੋਹਲੇ ਰਚਨਾ ਦਾ ਨਾਮ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਇੱਕ ਓਂਕਾਰ ਕਰਤਾ ਇੱਕ ਹੈ, ਜੋ ਸਤਿਗੁਰ ਪ੍ਰਸਾਦ। ਇੱਕ ਓਂਕਾਰ ਕਰਤਾ ਇੱਕ ਹੈ, ਜਿਸ ਦੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਸਤਿਗੁਰ ਪ੍ਰਸਾਦ, ਜਿਹੜਾ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ ਜਾਂਦਾ। ਸੱਚਾ ਆਪ, ਸੱਚਾ ਆਪ ਕਰਤਾ ਅਕਾਲ ਪੁਰਖ ਸਦੀਵ ਕਾਲ। ਸੱਚਾ ਕੇਵਲ ਤੇ ਕੇਵਲ ਇੱਕੋ ਹੀ ਹੈ, ਉਹ ਹੈ ਕਰਤਾਰ ਕਰਤਾ ਪੁਰਖ। ਸੱਚਾ ਆਪ ਸਵਾਰਨਹਾਰਾ, ਜਿਹੜਾ ਮਨੁੱਖ ਉਸ ਕਰਤੇ ਦੇ ਨਾਲ ਲੀਨ ਹੋ ਜਾਂਦਾ ਹੈ, ਗੁਰੂ ਦੀ ਸ਼ਰਨ ਪੈ ਕੇ, ਤੇ ਉਹ ਜਿਹੜਾ ਸੱਚਾ ਆਪ ਹੈ ਉਸ ਨੂੰ ਸਵਾਰ ਦਿੰਦਾ ਹੈ, ਉਸ ਨੂੰ ਗੁਣਾ ਭਰਪੂਰ ਕਰ ਦਿੰਦਾ ਹੈ। ਗੁਰੂ ਦੇ ਰਾਹੀਂ ਗੁਣ ਬਖਸ਼ ਕੇ ਉਸਦੇ ਜੀਵਨ ਨੂੰ ਸਵਾਰਨ ਵਾਲਾ ਹੈ, ਜੋ ਆਪ ਸੁਦੀਪ ਸੱਚਾ ਹੈ। ਅਵਰ ਨਾ ਸੂਝਸ ਬੀਜੀ ਕਰ, ਜਿਹੜਾ ਜੀਵ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਜਿਹੜਾ ਸਵਰ ਜਾਂਦਾ ਹੈ, ਗੁਣ ਕਹਿ ਗੁਣੀ ਸਮਾਵਣਿਆ ਬਣ ਜਾਂਦਾ ਹੈ। ਅਵਰ ਨਾ ਸੂਝਸ, ਉਸਨੂੰ ਫਿਰ ਕੋਈ ਹੋਰ ਸੁਝਦੀ ਨਹੀਂ। ਬੀਜੀ ਕਾਰ, ਦੂਜੀ ਕਾਰ ਭਾਵ ਕੋ ਗੁਰੂ ਦੀ ਕਾਰ ਛੱਡ ਕੇ, ਗੁਰੂ ਦੀ ਦੱਸੇ ਨਿਯਮ ਹੁਕਮ ਸਿਧਾਂਤ ਨੂੰ ਛੱਡ ਕੇ ਕੋਈ ਹੋਰ ਦੀ ਕਾਰ ਨਹੀਂ ਕਰਦਾ, ਹੋਰ ਦੇ ਗੁਣਾਂ ਨੂੰ ਧਾਰਨ ਕਰਕੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਨਹੀਂ ਕਰਦਾ। ਕੇਵਲ ਤੇ ਕੇਵਲ ਉਹ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੇ ਗੁਣਾਂ ਨੂੰ ਧਾਰਨ ਕਰਕੇ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰਮੁਖ ਸੱਚ ਵਸੇ ਘਟ ਅੰਤਰ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਉਸਦੇ ਹਿਰਦੇ ਘਰ ਦੇ ਵਿੱਚ ਘਟ ਦੇ ਅੰਤਰ ਸੱਚਾ ਆਪ ਵਸ ਜਾਂਦਾ ਹੈ। ਜੋ ਸੱਚਾ ਆਪ ਹੈ ਸੱਚ ਵਸੇ, ਉਹ ਸੱਚ ਸਦੀਵ ਕਾਲ ਸੱਚ ਰਹਿਣ ਵਾਲਾ ਸੱਚ ਉਹਦੇ ਹਿਰਦੇ ਘਰ ਦੇ ਵਿੱਚ ਵਸ ਜਾਂਦਾ ਹੈ, ਵਸਦਾ ਹੈ। ਸਹਿਜੇ, ਜਦੋਂ ਉਹਦੇ ਗੁਰਮੁਖ ਗੁਰੂ ਦੀ ਸ਼ਰਨ ਪੈ ਵਾਲਾ ਮਨੁੱਖ ਸੱਚ ਨੂੰ ਧਾਰਨ ਕਰ ਲੈਂਦਾ ਹੈ, ਸੱਚੇ ਦੇ ਉਪਦੇਸ਼, ਸੱਚੇ ਦੀ ਸੱਚੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਦਾ ਹੈ, ਚੱਲਦਾ ਹੈ, ਉਹਨੂੰ ਮਨ ਔਰ ਤਨ ਦੇ ਵਿੱਚ ਲੈ ਆਉਂਦਾ ਹੈ, ਮਨ ਬਚ ਕਰਮਾਂ ਅਨੁਸਾਰ ਚੱਲਦਾ ਹੈ। ਸਹਿਜੇ, ਉਹ ਫਿਰ ਸਹਿਜ ਅਵਸਥਾ ਦਾ ਮਾਲਕ ਬਣ ਜਾਂਦਾ। ਜਦੋਂ ਉਹ ਗੁਣਾਂ ਨੂੰ ਧਾਰਨ ਕਰਦਾ ਤੇ ਉਹਦੇ ਅੰਦਰ ਆਤਮਿਕ ਅਡੋਲਤਾ ਬਣ ਜਾਂਦੀ, ਸਹਿਜ ਆ ਜਾਂਦਾ, ਸਹਿਜ ਟਿਕ ਜਾਂਦਾ ਹੈ। ਸੱਚ ਸਮਾਈਏ, ਤੇ ਜਦੋਂ ਉਹਦੇ ਅੰਦਰ ਸਹਿਜ ਆ ਜਾਂਦਾ ਹੈ, ਗੁਣਾ ਭਰਪੂਰ ਹੋ ਕੇ ਸਹਿਜ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਕੇਵਲ ਇੱਕ ਦੇ ਦੂਜੀ ਕਾਰਾ ਨਹੀਂ ਕਰਦਾ, ਬੀਜੀ ਕਾਰਾ ਨਹੀਂ ਕਰਦਾ, ਕੇਵਲ ਇੱਕੋ ਹੀ ਕਾਰ ਕਰਦਾ। ਗੁਰ ਕੀ ਕਾਰ ਕਮਾਏ ਜੀਓ, ਉਹ ਗੁਰੂ ਦੀ ਹੀ ਕਾਰ 'ਚ ਰਹਿੰਦਾ ਹੈ। ਉਹ ਸਹਿਜ ਅਵਸਥਾ ਦਾ ਧਾਰਨੀ ਪਾਤਰ ਬਣ ਜਾਂਦਾ ਹੈ। ਸੱਚ ਸਮਾਈਏ, ਤੇ ਸਦਾ ਸਥਿਰ ਸੱਚ ਵਿੱਚ ਸਮਾਈਏ, ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ, ਲੀਨ ਰਹਿੰਦਾ ਹੈ, ਜਿਉਂ ਜਲ ਜਲੇ ਸਮਾਇਆ। ਉਹ ਇਸ ਅਵਸਥਾ ਦਾ ਪਾਤਰ, ਇਸ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਜੀ ਧੰਨਵਾਦ ਵੀਰ ਜੀ।
बिल्कुल आरंभता तो आप जी ने 16 बारे भी तो महला चौथा बारी में भी समझाना किया। धन्यवाद आप जी का, बड़े सोहने तरीके नाल आप जी ने डिटेल देनी की जी। अरविंदर भी जी इत्थे गुरु साहब हर बंदा चाहता है कि मेरा जीवन सवर जाए। भी ਉਹ ਜਿਹੜਾ ਭਾਈ ਗੁਰਦਾਸ ਜੀ ਦੇ ਲਿਖਤਾਂ ਦੇ ਕਹਿੰਦੇ ਵੀ ਗੁਰਮੁਖ ਜਨਮ ਸਵਾਰ ਦਰਗਾਹ ਚਲਿਆ। ਹਰ ਬੰਦੇ ਦੀ ਇੱਛਾ ਹੈ ਉਹਨੂੰ ਇਹ ਜੀਵਨ ਸਵਰੇਗਾ ਕਿਵੇਂ ਨਾ ਇਹਦੇ ਨਾਲ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਸੱਚਾ ਆਪ, ਉਹਨੂੰ ਸੱਚਾ ਕਹਿ ਲਓ, ਇੱਕ ਗੁਣ ਕਹਿ ਲਓ, ਉਹਨੂੰ ਐਡਜੈਕਟਿਵ ਕਹਿ ਲਓ ਵੀ ਉਹ ਅੱਛਾ ਉਹਨੇ ਜਿਹੜਾ ਜਿਹਨੂੰ ਸੱਚਾ ਕਿਹਾ ਜਾ ਰਿਹਾ ਨਾ, ਜਿਹੜਾ ਇਹ ਵਾਲਾ ਐਡਜੈਕਟਿਵ ਜੇ ਅਸੀਂ ਜਦੋਂ ਬਾਣੀ ਵਿੱਚ ਦੇਖਦੇ ਆ ਨਾ ਤੇ ਕਿੰਨਾ ਦੇ ਪ੍ਰਥਾਈ ਉਹਨਾਂ ਨੂੰ ਸੱਚਾ ਕਿਹਾ ਜਾ ਰਿਹਾ। ਇੱਥੇ ਹੁਣ ਰੱਬ ਦੇ ਪ੍ਰਥਾਈ ਅਸੀਂ ਦੇਖਣੇ ਪਏ, ਉਹਨੂੰ ਕਿਹਾ ਵੀ ਸੱਚਾ ਆਪ। ਹੁਣ ਸੱਚਾ ਹੋਰ ਕਿਸ ਚੀਜ਼ ਨੂੰ ਐਜ਼ ਸੱਚਾ ਸੰਬੋਧਨ ਕਰ ਰਹੀ ਹੈ ਬਾਣੀ। ਜਦੋਂ ਬਾਣੀ ਪੜ੍ਹਨੇ ਕਹਿੰਦੇ ਜਦੋਂ ਬਾਣੀ ਬਾਰੇ ਕਹਿੰਦੀ ਹੈ ਨਾ, ਬਾਣੀ ਨੂੰ ਵੀ ਸੱਚੀ ਕਹਿੰਦੀ ਹੈ। ਕਹਿੰਦਾ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਬਾਣੀ ਨੂੰ ਵੀ ਸੱਚਾ ਕਹਿ ਰਹੀ ਹੈ। ਅੱਛਾ ਨਾਮ ਨੂੰ ਵੀ ਸੱਚਾ ਕਹਿ ਰਹੀ ਹੈ। ਕਹਿੰਦੇ ਸਾਚਾ ਨਾਮ ਮੇਰਾ ਆਧਾਰੋ। ਬਾਣੀ ਜਿਹੜੀ ਹੈ ਉਹ ਰੱਬ ਦੇ ਪ੍ਰਥਾਏ ਜਦੋਂ ਗੱਲ ਕਹਿੰਦੇ ਨੇ ਸਾਚਾ ਸਾਹਿਬ ਏਕ ਤੂੰ, ਜਦੋਂ ਰੱਬ ਬਾਰੇ ਗੱਲ, ਸਾਹਿਬ ਦੇ ਬਾਰੇ ਗੱਲ ਕਰਦੀ ਹੈ, ਰੱਬ ਬਾਰੇ ਗੱਲ ਕਰਦੀ ਤਾਂ ਵੀ ਕਹਿੰਦੀ ਸਾਚਾ ਸਾਹਿਬ ਏਕ ਤੂੰ। ਫਿਰ ਬਾਣੀ ਹੋਰ ਸੱਚਾ ਕਿਸ ਨੂੰ ਕਹਿੰਦੀ ਹੈ? ਕਹਿੰਦਾ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਜਦੋਂ ਸਤਿਗੁਰੂ ਦੀ ਗੱਲ ਕਰਦੀ ਹੈ ਤਾਂ ਵੀ ਉਹ ਕਹਿੰਦੀ ਵੀ ਉਹ ਬੜਾ ਸਤਿਗੁਰੂ ਹੈ, ਉਹ ਸੱਚਾ ਹੈ। ਵੀ ਅਸੀਂ 1-2 ਦਿਨ ਪਹਿਲੇ ਨਾ ਇੱਕ ਹੋਰ ਪੰਕਤੀ ਸਾਡੇ ਵਿਚਾਰ ਦੇ ਕੇ ਕਹਿੰਦੇ ਨੇ ਸੱਚਾ ਦਰ ਸੱਚਾ ਦਰਬਾਰਾ, ਤੇਰਾ ਦਰ ਔਰ ਜਿਸ ਰਾਹੀਂ ਤੇਰੇ ਤੱਕ ਪਹੁੰਚਿਆ ਜਾ ਸਕਦਾ ਹੈ। ਫਿਰ ਗੁਰੂ, ਕਿਉਂਕਿ ਗੁਰੂ ਦੇ ਰਾਹੀਂ, ਗੁਰੂ ਮਾਨੋ ਉਹ ਦਰਵਾਜ਼ਾ ਜਿਹਦੇ ਤੋਂ ਲੰਘ ਕੇ ਤੇਰੇ ਕੋਲ ਪਹੁੰਚਿਆ ਜਾ ਸਕਦਾ ਹੈ। ਫਿਰ ਰੱਬ ਦਾ ਦਰਬਾਰ ਜਿਹੜਾ ਹੈ ਨਾ ਉਹ ਵੀ ਸੱਚਾ ਹੈ। ਕਹਿੰਦਾ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ। ਇਹ ਜਿਹੜਾ ਸੱਚ ਦਾ ਐਡਜੈਕਟਿਵ ਹੈ ਨਾ, ਬਾਣੀ ਸਾਨੂੰ ਉਹ ਇੱਕ ਕਰਕੇ ਨਾ ਦੱਸ ਜਾਂਦੀ ਕਿ ਕਿਹੜੀ ਚੀਜ਼ ਇਹ ਐਡਜੈਕਟਿਵ ਜਾਂ ਕਹਿ ਲਓ ਇਹ ਗੁਣ ਕਿਸ ਚੀਜ਼ ਦੇ ਨਾਲ ਜਿਹੜਾ ਹੈ ਨਾ ਉਹ ਅੱਛਾ ਜਦੋਂ ਸ਼ਬਦ ਦੀ ਗੱਲ ਕਰਦੇ ਨੇ ਕਹਿੰਦੇ ਸੱਚਾ ਸ਼ਬਦ ਜਿਨਾ ਮਨ ਭਾਇਆ। ਸ਼ਬਦ ਦੀ ਗੱਲ ਕਰਦੇ, ਸ਼ਬਦ ਨੂੰ ਵੀ ਸੱਚਾ ਕਹਿ ਰਹੇ ਨੇ। ਕਹਿੰਦੇ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ। ਰੱਬ ਦੀ ਗੱਲ ਕਰਦੇ ਪਏ ਨੇ, ਮੇਰਾ ਰੱਬ ਜਿਹੜਾ ਉਹ ਸੱਚਾ ਹੈ। ਤੇ ਅਸੀਂ ਇਹ ਜੇ ਅੱਛਾ ਹੁਣ ਇਹ ਸਾਰਿਆਂ ਨੇ ਸੱਚ ਨਾਲ ਜੇ ਤੇਰਾ ਜੀਵਨ ਸਵਰਨਾ ਹੈ, ਜੀਵਨ ਅਲਟੀਮੇਟਲੀ ਇਹਨਾਂ ਇੱਕ ਹੋਰ ਕਹਾਣੀ ਇੱਕ ਪਾਸੇ ਨਾ ਮਨ ਨੂੰ ਵੀ ਹੋਰ ਵੀ ਹੋਣੇ ਨੇ ਵੈਸੇ ਤੋਂ ਜੋ ਨਜ਼ਰ ਆਇਆ ਵੀ ਉਸ ਤੋਂ ਕਹਿੰਦੇ ਮਨ ਨੂੰ ਕਦੀ ਸੱਚਾ ਕਹਿੰਦੇ ਨੇ, ਲੇਕਿਨ ਮਨ ਸੱਚਾ ਹੁੰਦਾ ਕਿਵੇਂ? ਕਹਿੰਦੇ ਨੇ ਇਹ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ। ਇਹ ਮਨ ਅਦਰਵਾਈਜ਼ ਜਿਸ ਨੂੰ ਅਸੀਂ ਖੁੱਠਰ ਕਹਿ ਰਹੇ ਹਾਂ, ਮਨ ਖੁੱਠਰ ਤੇਰਾ ਨਹੀਂ ਵਿਸ਼ਵਾਸਾ ਤੂੰ ਮਹਾ ਉਦਮਾਦਾ, ਵੀ ਉਹ ਕਹਿੰਦੇ ਬਹੁਤ ਸਾਰੇ ਐਡਜੈਕਟਿਵ ਜਿਹੜੇ ਨੇ ਅਦਰਵਾਈਜ਼ ਜਿਹੜੇ ਮਨ ਨੂੰ ਲਗਾਏ ਜਾ ਰਹੇ ਨੇ। ਉਹ ਇੱਕ ਹੋਰ ਥਾਂ ਤੇ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਵੇ। ਮਨ ਜਿਹੜਾ ਸੱਚਾ ਹੈ ਨਾ, ਮਨ ਸੱਚਾ ਕਦੋਂ ਹੋ ਜਾਂਦਾ ਹੈ? ਜਦੋਂ ਸਾਡੇ ਜੀਵਨ ਸਵਾਰਨ ਹਾਰ ਦਾ ਮਤਲਬ ਹੀ ਹੈ ਕਿ ਅਸੀਂ ਮਨ ਨੂੰ ਸੱਚਾਈ ਦੇ ਨਾਲ ਜੋੜਨਾ ਹੈ। ਮਨ ਜਿਤਨਾ ਚਿਰ ਗੁਰੂ ਦੇ ਸ਼ਬਦ ਦੇ ਰਾਹੀਂ ਸੱਚ ਦੇ ਨਾਲ ਜੁੜਿਆ ਰਹੇਗਾ ਉਹ ਸਵਰਿਆ ਰਹੇਗਾ। ਸਾਡੀ ਅਸਲੀ ਹੋਂਦ ਤੇ ਸਾਡਾ ਸਰੀਰ, ਅਸੀਂ ਕਹਿੰਦੇ ਇਹ ਮੇਰਾ ਹੱਥ ਹੈ, ਮੇਰਾ ਪੈਰ ਨੇ। ਰੱਬ ਨਾ ਕਰੇ ਜੇ ਕਿਸੇ ਦਾ ਹੱਥ ਕੱਟ ਜਾਏ ਬੰਦਾ ਕੀ ਕਹੇਗਾ? ਉਹ ਮੇਰਾ ਹੱਥ ਉੱਤੇ ਕੱਟ ਕੇ ਪਿਆ ਹੋਇਆ ਹੈ, ਉਹ ਹੱਥ ਤੇ ਮੈਂ ਨਹੀਂ ਆ ਨਾ। ਰੱਬ ਨਾ ਕਰੇ ਕਿਸੇ ਦਾ ਪੈਰ ਜੇ ਕੱਟ ਜਾਏ ਬੰਦਾ ਕੀ, ਉਹ ਮੇਰਾ ਪੈਰ ਉੱਥੇ ਗਿਰਿਆ ਪਿਆ, ਉਹ ਹੱਥ ਨਾਲ ਆਪਣਾ ਪੈਰ ਚੁੱਕ ਕੇ ਲੈ ਕੇ ਆ ਜਾਏਗਾ। ਅਸੀਂ ਕੌਣ ਆ? ਅਸੀਂ ਤੇ ਸ਼ਾਇਦ ਅੰਦਰ ਜੋ ਸਾਡਾ ਮਨ ਸਰੂਪ ਕਰਕੇ ਅਸੀਂ ਜੋ ਹਾਂ ਨਾ, ਤੇ ਜਿਹੜਾ ਮਨ ਨੂੰ ਸਵਾਰਨਾ ਸੀ ਨਾ, ਕਹਿੰਦੇ ਇਹ ਮਨ ਸੱਚਾ ਹੋ ਜਾਂਦਾ ਹੈ। ਕਦੋਂ ਹੁੰਦਾ ਹੈ? ਤੇ ਇਹ ਮਨ ਸਾਚਾ ਸੱਚ ਰਤਾ ਜਦੋਂ ਇਹ ਨਾਮ ਨਾਲ, ਬਾਣੀ ਨਾਲ, ਸ਼ਬਦ ਨਾਲ, ਸਤਿਗੁਰ ਨਾਲ, ਪ੍ਰਭ ਨਾਲ ਜਦੋਂ ਇਹਨਾਂ ਨਾਲ ਜੁੜਦਾ ਹੈ ਨਾ, ਉਹਨਾਂ ਸਮਾਂ ਲਈ ਇਹ ਮਨ ਜਿਹੜਾ ਨਾ ਮਨ ਉਹ ਸੱਚ ਦਾ ਸਰੂਪ ਹੋ ਜਾਂਦਾ ਹੈ। ਹਮੇਸ਼ਾ ਵਾਸਤੇ ਨਹੀਂ। ਇਹ ਮਨ ਦਾ ਇੱਕ ਜੋ ਮੂਲ ਸਰੂਪ ਹੈ ਨਾ, ਇਹ ਮਨ ਕੁਟਹਰ ਹੈ। ਵੈਸੇ ਇਹ ਰਾਮ ਕੀ ਅੰਸ਼ ਹੈ, ਲੇਕਿਨ ਜਿਹੜਾ ਜਿਤਨਾ ਚਿਰ ਉਹ ਸ਼ਬਦ ਨਾਲ, ਬਾਣੀ ਨਾਲ ਜੁੜੇਗਾ ਨਾ, ਉਹ ਇਹ ਸ਼ਬਦ, ਬਾਣੀ, ਗੁਰੂ, ਨਾਮ ਇਹ ਸਭ ਸੱਚ ਨੇ ਤੇ ਇਹ ਸਾਡੇ ਜੀਵਨ ਨੂੰ ਸਵਾਰ ਦਿੰਦੇ ਨੇ। ਸੱਚਾ ਆਪ ਪਰਮਾਤਮਾ ਇਹ ਸਾਰੇ, ਕਿਉਂਕਿ ਇਹ ਉਹਦੇ ਨਾ ਇਹ ਨਾਮ ਵੀ ਉਹਦਾ। ਅਸੀਂ ਕਹਿੰਦੇ ਨਾਮ ਦੇ ਬਾਰੇ ਕਹਿੰਦੇ ਹਰ ਨਾਮ ਹਮਾਰਾ ਪ੍ਰਭ, ਅਵਗਤ, ਅਗੋਚਰ, ਅਬਨਾਸ਼ੀ ਪੁਰਖ ਵਿਦਾਤਾ।
ਨਾਮ ਨੂੰ ਰੱਬ ਕਹਿ ਰਹੇ ਨੇ, ਫਿਰ ਸਤਿਗੁਰੂ ਨੂੰ ਕਹਿੰਦੇ ਨੇ ਸਤਿਗੁਰ ਪਰਮੇਸ਼ਰ ਮੇਰਾ। ਉਹ ਇਹ ਸਾਰੇ ਉਸ ਮਾਲਕ ਦੇ ਹੀ, ਉਸ ਤੋਂ ਹੀ ਨਿਕਲਣ ਵਾਲੇ ਸਾਰੇ ਜਿਹੜੇ ਗੁਣ ਕਹਿ ਲੋ, ਉਸ ਤੋਂ ਜੋ ਚੀਜ਼ ਉਸ ਤੋਂ ਫਲੋ ਆਊਟ ਹੁੰਦੀ ਪਈ ਹੈ ਨਾ, ਇਹ ਹੀ ਸਾਡੇ ਜੀਵਨ ਨੂੰ ਜਿਹੜਾ ਨਾ ਉਹ ਸਵਾਰ ਸਕਦੀ ਹੈ। ਉਸ ਤੋਂ ਇਲਾਵਾ ਗੁਰੂ ਕਹਿੰਦੇ ਨੇ ਅਵਰ ਨਾ ਸੂਝਸ ਬੀਜੀ ਕਾਰਾ। ਇਹ ਸੱਚ, ਗੁਰੂ, ਸ਼ਬਦ, ਬਾਣੀ, ਇਹਨਾਂ ਨੂੰ ਇਹ ਨਾਮ, ਇਹਨਾਂ ਨਾਲ ਜੁੜਨ ਤੋਂ ਇਲਾਵਾ ਕਹਿੰਦਾ ਹੋਰ ਕਾਰ ਬੇਕਾਰ ਹੈ। ਇੱਕ ਸੱਚੀ ਕਾਰੇ ਲਾਇਆ। ਜੀਵਨ ਜੇ ਸਵਾਰਨਾ ਹੈ ਤੇ ਹੋਰ ਕੋਈ ਸਾਧਨ ਨਹੀਂ। ਮਤਾ ਤੂੰ ਕਹਿੰਦੇ ਨਾਨਕ ਕੇ ਕਰ ਕੇਵਲ ਨਾਮ। ਹੋਰ ਕੋਈ ਤਰੀਕਾ, ਕੋਈ ਤੂੰ ਕਹੇ ਕੋਈ ਕਰਮ ਕਾਂਡ ਕਰ ਲਵਾਂ, ਮੈਂ ਨੰਗੇ ਪੈਰੀ ਗੁਰਦੁਆਰੇ ਜਾਵਾਂਗਾ ਜੀ, ਮੈਂ ਇੰਨੇ ਦਿਨ ਉਪਵਾਸ ਰੱਖਾਂਗਾ, ਉਹ ਕਹਿੰਦਾ ਮਨ ਹਟ ਕੀਚੇ ਅੰਤ ਵਿਗੋਵੇ। ਤੋ ਕਹਿੰਦਾ ਮਨ ਹਟ ਜੋ ਕਮਾਵੇ, ਕਹਿੰਦੇ ਤਿਲ ਨਾ ਲੇਖੈ ਪਾਵੇ। ਤੂੰ ਮਨ ਹਟ ਕਰਕੇ ਤੂੰ ਆਪਣੇ ਮਨ ਹਟ ਦਾ ਮਤਲਬ ਕਿ ਅੰਦਰ ਜੋ ਮਨ ਤੈਨੂੰ ਕਹਿੰਦਾ ਪਿਆ ਕਰ, ਮਨ ਉਹ ਚੰਗਾ ਲੱਗਦਾ ਪਿਆ। ਕਈ ਵਾਰ ਕਿਸੇ ਨਾਲ ਡਿਸਕਸ਼ਨ ਹੋਵੇ ਨਾ, ਬੰਦਾ ਕਹਿੰਦਾ ਕਿ ਨਹੀਂ ਮੈਨੂੰ ਫਲਾਣੀ ਚੀਜ਼ ਚੰਗੀ ਲੱਗਦੀ ਹੈ, ਇਹ ਚੀਜ਼ ਮੈਂ ਉੱਥੇ ਜਾਣਾ ਜੀ, ਮੈਂ ਹਰ ਪੂਰਨਮਾਸ਼ੀ ਤੇ ਉੱਥੇ ਜਾਣਾ ਵਾ, ਤੇ ਮੈਨੂੰ ਇਹ ਚੀਜ਼ ਨਾ ਮੇਰੇ ਮਨ ਨੂੰ ਬੜੀ ਚੰਗੀ ਲੱਗਦੀ ਹੈ। ਉਹਦੇ ਅੰਦਰੋਂ ਮਨ ਆਵਾਜ਼ ਦਿੰਦਾ ਪਿਆ ਨਹੀਂ ਤੂੰ ਜਾ ਉੱਥੇ, ਵੀ ਇਹ ਚੀਜ਼ ਚੰਗੀ ਹੈ। ਜਦੋਂ ਗੁਰੂ ਨੂੰ ਪੁੱਛ ਕੇ ਦੇਖੋ, ਗੁਰੂ ਕਹੇਗਾ ਕਿ ਨਹੀਂ ਉਹ ਵਿਅਰਥ ਕਾਰਜ, ਕਿਸੇ ਕੰਮ ਦਾ ਕੰਨ ਨਾ ਹੀ ਸੋ ਗਾਹਣ ਲਾਗੇ ਵੇ। ਜਿਹਦੇ ਵਿੱਚ ਕਣੀ ਨਾ ਹੋਵੇ, ਉਹ ਉਸ ਕਰਮ ਨੂੰ ਕਹਿੰਦਾ ਮਨ ਨੂੰ ਕੋਈ ਕਰਮ ਕਰੇ ਅਜਾਈ, ਉਹਦੇ ਅੰਦਰੋਂ ਆਵਾਜ਼ ਆਉਂਦੀ ਵੀ ਹੁੰਦੀ ਹੈ। ਤੇ ਜਦ ਤੱਕ ਗੁਰੂ ਨੂੰ ਨਹੀਂ ਪੁੱਛਾਂਗੇ ਨਾ, ਇੱਕ ਉਹ ਕਹਿੰਦਾ ਨਾਨਕ ਕੇ ਘਰ, ਨਾਨਕ ਦੇ ਘਰ ਤੇ ਸਿੱਖਿਆ ਹੀ ਕੇਵਲ ਤੇ ਕੇਵਲ ਨਾਮ ਦੀ ਹੀ ਹੈ। ਹੋਰ ਉਹ ਕਹਿੰਦਾ ਮੰਨੈ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੇਖੇ ਲਾਏ। ਉਹਨੇ ਤੈਨੂੰ ਕੋਈ ਉਹਦੀ ਉਹ ਕਹਿੰਦਾ ਜਬ ਤਬ ਸੰਜਮ ਕਰਮ ਕਮਾਣੇ, ਕਹਿੰਦੇ ਇਹ ਉਹਰੇ ਮੂੰਹ ਸੇ ਤੂੰ ਇਹ ਜਬ ਤਬ ਸੰਜਮ ਜੋ ਕਰਮ ਕਮਾਉਣਾ ਪਿਆ ਨਾ, ਕਹਿੰਦੇ ਇੱਥੇ ਲੁੱਟੇ ਜਾਣੇ ਨੇ ਤੇਰੇ, ਉਹ ਤੇਰੇ ਨਾਲ ਨਹੀਂ ਚੱਲ ਸਕਦੇ। ਇੱਕ ਰੱਬ ਦੇ ਨਾਮ ਤੋਂ ਬਿਨਾਂ ਜਿਹੜਾ ਨਾ ਅਵਰ ਨਾ ਸੂਝਸ, ਜੀਵਨ ਸਵਾਰਨਾ ਚਾਹੁੰਦਾ, ਰੱਬ ਸਰੂਪ ਹੋਣਾ ਚਾਹੁੰਦਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਣਾ ਚਾਹੁੰਦਾ, ਕਹਿੰਦਾ ਅਵਰ ਨਾ ਸੂਝਸ ਬੀਜੀ ਕਰ। ਬਾਬਾ ਮੂਰਖ ਹਾਂ ਨਾਵੇਂ ਬਲ ਜਾਉ। ਮੈਂ ਆਪਣੇ ਮਨ ਦੀ ਗੱਲ ਕਰਾਂਗਾ, ਮੈਂ ਤੇ ਮੂਰਖ ਹਾਂ। ਮੈਂ ਤੇ ਵੱਖ-ਵੱਖ ਸੋਚਾਂ ਸਮਝ ਕੇ ਬੈਠਿਆ ਹੋਇਆ ਕਿ ਇਹ ਕਰਨਾ ਵੀ ਧਰਮ ਹੈ, ਪੱਥਰ ਦੀ ਪੂਜਾ ਮਨ ਕਰਦਾ ਪਿਆ, ਉਹਨਾਂ ਨੂੰ ਮਨ ਕਹਿ ਰਿਹਾ ਪੂਜਾ ਕਰੋ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ। ਵੱਡੀ ਗਿਣਤੀ ਵਿੱਚ ਦੁਨੀਆ ਜਿਹੜੇ ਕਰਦੀ ਪਈ ਹੈ ਪਾਹਨ ਪਰਮੇਸ਼ਰ ਕੀਆ, ਤੀਰਥਾਂ ਤੇ ਜਾਣਾ। ਦੇਖੋ ਅੱਜ ਸਿੱਖ ਜਗਤ ਵੀ ਦੇਖ ਲਓ ਕਿਤਨਾ ਬੰਦਾ ਚੱਲਾ, ਹਰ ਸਾਲ ਦਰਬਾਰ ਸਾਹਿਬ ਦਾ ਕਈਆਂ ਦਾ ਰੂਟੀਨ ਹੈ ਸਾਡੇ ਵਿੱਚੋਂ। ਮਾੜੀ ਗੱਲ ਨਹੀਂ, ਚੰਗੀ ਗੱਲ ਹੈ, ਬੰਦਾ ਜਾਣਾ ਚਾਹੇ, ਲੇਕਿਨ ਉਹਨੂੰ ਇੱਕ ਪਵਿੱਤਰ ਸਥਾਨ ਸਮਝ ਕੇ ਜਾਣਾ। ਫਿਰ ਸਰੋਵਰਾਂ ਵਿੱਚ ਇਸ਼ਨਾਨ ਕਰਨਾ, ਭੁੱਖਿਆ ਰਹਿਣਾ, ਨੰਗੇ ਪੈਰੀ ਜਾਣਾ। ਗੁਰੂ ਕਹਿੰਦੇ ਨਹੀਂ, ਕਹਿੰਦੇ ਮੈਂ ਆਪਣੇ ਮਨ ਨੂੰ ਤੇ ਮੈਨੂੰ ਭਰੋਸਾ ਗੁਰੂ ਦੇ ਉੱਤੇ, ਆਪਣੇ ਮਨ ਉੱਤੇ ਭਰੋਸਾ ਹੈ ਹੀ ਨਹੀਂ। ਆਪਣੇ ਆਪ ਅੰਦਰ ਮੈਂ ਕੋਨਾ, ਕਹਿੰਦੇ ਬਾਬਾ ਮੂਰਖ ਹਾਂ, ਮੈਂ ਤੇ ਤੇਰੇ ਨਾਮ ਤੋਂ ਕੁਰਬਾਨ ਜਾਣਾ, ਜੋ ਤੂੰ ਮੈਨੂੰ ਕਹੇ। ਇੱਕੋ ਨਾਮ ਹੁਕਮ ਹੈ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਮੈਂ ਤੇ ਜੋ ਹੁਕਮ ਤੂੰ ਦੱਸਣਾ ਹੈ ਨਾ, ਵੀ ਤੀਰਥ ਨਾਵਾਂ ਜੇ ਤਿਸ ਪਾਵਾ, ਮੈਂ ਤੀਰਥਾਂ ਤੇ ਜ਼ਰੂਰ ਇਸ਼ਨਾਨ ਕਰਦਾ ਜੇ ਤੂੰ ਮੈਨੂੰ ਹਿਦਾਇਤ ਕਰਦਾ ਕਿ ਗੁਰੂ ਕਹਿੰਦਾ ਕਿਹੜੇ ਤੀਰਥ ਤੇ ਇਸ਼ਨਾਨ ਕਰ। ਕਹਿੰਦਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ। ਇਸ ਤੋਂ ਵੱਡਾ ਹੋਰ ਕੋਈ ਇਸ਼ਨਾਨ ਹੈ ਹੀ ਨਹੀਂ, ਗੁਰੂ ਦੇ ਗਿਆਨ ਵਿੱਚ ਇਸ਼ਨਾਨ ਕਰਨਾ। ਲੇਕਿਨ ਮੇਰਾ ਮਨ ਕਰਦਾ, ਮੇਰੇ ਮਨ ਅੰਦਰੋਂ ਆਵਾਜ਼ ਜਾਂਦਾ ਕਿ ਨਹੀਂ ਚੱਲ ਉਹ, ਕਿਉਂਕਿ ਗੁਰੂ ਦੀ ਸੰਗਤ ਨਹੀਂ ਕੀਤੀ। ਹੋਰ ਦੁਨਿਆਵੀ ਜਿਹੀਆਂ ਮੱਤਾਂ ਮਿਲ ਗਈਆਂ, ਕਹਿੰਦੇ ਗੁਰੂ ਕਹਿੰਦੇ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ, ਤੂੰ ਕਰਤਾ ਤੂੰ ਦਾਣਾ ਬੀਣਾ, ਤੂੰ ਕ੍ਰੀਏਟਰ ਤੂੰ ਹੈ, ਤੂੰ ਸਾਰੀ ਖੇਡ ਦਾ ਮਾਲਕ ਤੂੰ ਹੈ, ਤੂੰ ਕਰਤਾ ਤੂੰ ਦਾਣਾ। ਦਾਣਾ ਕਹਿੰਦੇ ਨੇ ਦਾਨਿਸ਼ਮੰਦ ਬੰਦੇ ਨੂੰ, ਸਿਆਣਾ ਬੰਦਾ, ਫੋਰਸਾਈਟਡ ਬੰਦਾ, ਜਿਹਨੂੰ 50 ਸਾਲ ਬਾਅਦ ਕੀ ਹੋਣ ਵਾਲਾ ਹੈ ਨਾ ਉਹਦਾ ਅੱਜ ਉਹਦਾ ਸੋਲੂਸ਼ਨ ਹੋ ਕੇ ਨਾ ਅੱਗੋਂ ਦੇ ਜੇ ਚੇਤੀ ਹੈ। ਜੋ ਅਗਲੀਆਂ ਗੱਲਾਂ ਨੂੰ ਵੀ ਫੋਰਸਾਈਟਡ ਬੰਦਾ, ਜੋ ਦੂਰੰਦੇਸ਼ ਜਿਹਨੂੰ ਕਹਿੰਦੇ ਆ, ਬਾਬਾ ਮੂਰਖ ਹਾਂ ਨਾਵੇਂ ਬਲ ਜਾਉ, ਤੂੰ ਕਰਤਾ ਤੂੰ ਦਾਨਾ ਬੀਨਾ। ਬੀਨਾ ਅਸੀਂ ਕਹਿੰਦੇ ਦੂਰਬੀਨ, ਤੂੰ ਬਹੁਤ ਫੋਰਸਾਈਟਡ ਹੈ, ਤੂੰ ਬੜਾ ਸਿਆਣਾ ਹੈ। ਕਹਿੰਦੇ ਤੇਰੇ ਨਾਮ ਧਰਾਂ, ਮੈਂ ਤੇ ਤੇਰੇ ਨਾਮ ਨਾ, ਮੈਂ ਆਪਣੀ ਗੱਲ ਕਰਾਂ ਤੇ ਕਹਿੰਦੇ ਬਾਬਾ ਮੂਰਖ ਹਾਂ। ਮੇਰੇ ਮਨ ਦੇ ਅੰਦਰ ਜੋ ਆਵਾਜ਼ ਆ ਰਹੀ, ਮੈਂ ਤੇ ਮੂਰਖ ਹਾਂ, ਮੇਰੀ ਕਿਹੜੀ ਗੱਲ ਹੈ। ਅੱਗੇ ਕਹਿੰਦੇ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ।
ਮੂਰਖਾਂ ਵਿੱਚੋਂ ਵੱਡਾ ਮੂਰਖ ਉਹ ਹੈ ਜੋ ਨਾ ਉਹਦਾ ਮਤਲਬ ਗੁਰੂ ਦੇ ਹੁਕਮ, ਇੱਕੋ ਨਾਮ ਹੁਕਮ ਹੈ। ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਗੁਰੂ ਦਾ ਸਾਡੇ ਜੀਵਨ ਦਾ ਰੋਲ ਕਿੰਨਾ ਇੰਪੋਰਟੈਂਟ ਹੈ। ਜੈਸੇ ਕਹਿੰਦੇ ਅੰਦਰ ਦੀ ਆਵਾਜ਼ ਗੁਰੂ, ਉਹ ਕਿਵੇਂ ਮਤਲਬ ਅੰਦਰ ਦੀ ਆਵਾਜ਼ ਤੇ ਮੈਨੂੰ, ਮੈਂ ਆਪਣਾ ਜੀਵਨ ਦੇਖਣਾ, ਮੈਂ ਕਈ ਸਾਲਾਂ ਤੱਕ ਅੱਜ ਉਹ ਤਾਂ ਸਾਡਾ ਰੂਟੀਨ ਸੀ, ਸਵੇਰੇ ਉੱਠ ਕੇ ਸਿਮਰਨ ਵਾਸਤੇ ਜਾ ਰਹੇ ਹਾਂ ਜੀ। ਮਾੜਾ ਨਹੀਂ ਸੀ, ਚੰਗਾ ਸੀ। ਉਹ ਅੰਦਰ ਵੀ ਬੜੀ ਅੱਛੀ ਸੰਗਤ ਹੋਈ, ਬੜਾ ਕੁਝ ਸਿੱਖਣ ਨੂੰ ਮਿਲਿਆ। ਲੇਕਿਨ ਉਹ ਜਿਕਨ ਬਾਅਦ ਰਿਅਲਾਈਜ਼ ਕੀਤਾ ਨਾ, ਜਿਕਨ ਬਾਣੀ ਅੱਛੇ ਬੰਦਿਆਂ ਦੀ ਸੰਗਤ ਹੋਈ, ਉਹਨਾਂ ਨੇ ਜੋ ਗੱਲਾਂ, ਜੋ ਗੁਰਬਾਣੀ ਕੋਟ ਕੀਤੀ, ਬਾਣੀ ਦੇ ਯੂ ਹੈਡ ਟੂ ਟਰਾਂਸਫਾਰਮ ਕਿ ਬਾਣੀ ਨਾਮ ਕਿਹਨੂੰ ਕਹਿ ਰਹੀ ਹੈ। ਤੇ ਇੱਥੇ ਜਿਹੜਾ ਉਹ ਕਹਿੰਦਾ ਅਵਰ ਨਾ ਸੂਜਸ ਬੀਜੀ ਕਾਰਾ, ਜੇ ਆਪਣਾ ਜੀਵਨ ਸਵਾਰਨਾ ਚਾਹੁੰਦਾ ਕਹਿੰਦਾ ਬਿਨ ਨਾਮ ਹਰ ਕੇ ਭਰਮ ਭੂਲੇ ਪਚੈ ਹੈ ਮੁਗਦ ਅਚੇਤਿਆ। ਨਾਮ ਤੋਂ ਬਿਨਾਂ ਤੂੰ ਸਮਝ, ਤੂੰ ਜੋ ਹੈ ਨੰਗੇ ਪੈਰੀ ਜਾਣਾ ਪਿਆ। ਹੁਣ ਇਹ ਨਾਮ ਹੈ ਨਹੀਂ, ਇਹ ਰੱਬ ਦਾ ਹੁਕਮ ਹੈ ਨਹੀਂ। ਕਹਿੰਦਾ ਬਿਨ ਨਾਮ ਹਰ ਕੇ, ਨਾਮ ਗੁਰੂ ਕੋਲੋਂ ਮਿਲਣਾ। ਗੁਰਦਾਤਾ ਗੁਰਦੇਵੇ ਨਾਉ ਸਤਿਗੁਰ ਬੋਹਲ ਹਰ ਨਾਮ ਕਾ। ਨਾਮ ਦਾ ਖਜ਼ਾਨਾ ਤੇ ਗੁਰੂ ਕੋਲ ਪਿਆ। ਗੁਰੂ ਕੋਲ ਅਸੀਂ ਪੁੱਛਦੇ ਨਹੀਂ ਪਏ। ਅਸੀਂ ਫਲਾਣੇ ਜਿਹੜੇ ਸੋ ਕਾਲਡ ਅੱਛੇ ਬੰਦੇ ਨੇ, ਉਹਨਾਂ ਕੋਲ ਰਾਏ ਲੈ ਕੇ ਜੀਵਨ ਦੀ ਚੱਲਣੇ ਪਏ ਆ। ਗੁਰੂ ਕਹਿੰਦੇ ਬਿਨ ਨਾਮ ਹਰ ਕੇ ਭਰਮ ਭੂਲੇ। ਤੂੰ ਭਰਮ ਭਟਕਣਾ ਵਿੱਚ ਤੈਨੂੰ ਕਿਸੇ ਨੇ ਲਗਾ ਦੇਣਾ, ਆਰੇ ਜਾ ਲੱਗੀ ਜਾ, ਇਹ ਸ਼ੀਸ਼ੇ ਨੂੰ ਕੱਜ ਲੋ, ਇਹ ਮਟਕਾ ਈਸਟ ਵਾਲੇ ਪਾਸੇ ਨਾ ਰੱਖਿਆ ਜੇ, ਇਹ ਛਾਪਾਂ ਪਾ ਲੋ, ਇਹ ਵਰਤ ਰੱਖ ਲੋ, ਇਤਨੇ ਦਿਨ ਇਹ ਪੂਰਨਮਾਸ਼ੀ ਤੇ ਇੱਥੇ ਇਸ਼ਨਾਨ ਕਰ ਲੋ। ਜੇ ਗੁਰੂ ਨੂੰ ਪੁੱਛ ਕੇ ਦੇਖ ਲੈਂਦੇ ਨਾ, ਉਹ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰਸ ਪਾਰਾ। ਅਵਰ ਨਾ ਸੂਝਸ ਬੀਜੀ ਕਾਰਾ। ਹੋਰ ਕੋਈ ਤਰੀਕਾ, ਹੋਰ ਕੋਈ ਉਹ ਕਹਿੰਦਾ ਸਾਡੀ ਹਾਲਤ ਵੈਸੇ ਕੀ ਹੈ। ਕਹਿੰਦਾ ਇਕਸ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ। ਬਾਕੀ ਸਾਰਿਆਂ ਕੰਮਾਂ ਵਾਸਤੇ ਅਸੀਂ ਬਹੁਤ ਸਿਆਣੇ ਆ। ਘਰ ਵਿੱਚ ਵਿਆਹ ਆ ਗਿਆ, ਕਿਹੜਾ ਡੈਕੋਰੇਟਰ ਕਰਨਾ ਹੈ, ਅੱਛਾ ਕਿਹੜੇ ਫੁੱਲਾਂ ਦੀ ਡੈਕੋਰੇਸ਼ਨ ਕਰਨੀ ਹੈ, ਕਿੰਨੇ ਹਜ਼ਾਰ ਵਾਲੀ ਕਰਨੀ ਹੈ, ਉਹ ਕੁੜੀ ਵਾਲੇ ਆਣਗੇ, ਉਹਨਾਂ ਨੂੰ ਕੀ ਦੇਣਾ ਜੀ, ਉਹ ਕੱਪੜੇ ਕਿਹੜੇ ਲੈਣੇ ਨੇ। ਕਹਿੰਦਾ ਇਕਸ ਹਰ ਕੇ ਨਾਮ ਬਾਜੋ ਆਨ ਕਾਜ। ਅਸੀਂ ਬਹੁਤ ਸਿਆਣੇ ਆ, ਬਸ ਕੇਵਲ ਰੱਬ ਦਾ ਨਾਮ ਨਹੀਂ ਬੁੱਝਦੇ ਪਏ, ਰੱਬ ਦੇ ਨਾਮ ਤੇ ਨਹੀਂ ਚੱਲਦੇ। ਇਕਸ ਹਰ ਕੇ ਨਾਮ ਬਾਜੋ ਆਨ ਕਾਜ ਸਿਆਣੀ। ਉਹਨਾਂ ਦੀ ਹਾਲਤ ਕੀ ਹੁੰਦੀ ਹੈ। ਕਹਿੰਦੇ ਬਿਨਵੰਤ ਨਾਨਕ ਲੇਖ ਲਿਖਿਆ। ਉਹਨਾਂ ਦੇ ਸਿਰ ਤੇ ਕੀ ਲੇਖ ਲਿਖਿਆ ਜਾਂਦਾ ਹੈ। ਕਹਿੰਦੇ ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਬਾਣੀ। ਜਾਂ ਤੂੰ ਉਹਨੇ ਭਰਮ ਵਿੱਚ ਹੀ, ਮੋਹ ਵਿੱਚ ਹੀ ਭਟਕਦਾ ਰਹੇ। ਤੈਨੂੰ ਇਹ ਚੀਜ਼ਾਂ ਤੇਰੇ ਮਨ ਨੂੰ ਲੁਭਾਉਂਦੀਆਂ ਰਹਾਂਗੀਆਂ, ਕਿਉਂਕਿ ਨਾਮ ਨਾਲ ਨਹੀਂ ਜੁੜ ਰਿਹਾ। ਸਾਡੇ ਜੀਵਨ ਵਿੱਚ ਗੁਰੂ, ਅਸੀਂ ਕਿਉਂ ਗੁਰੂ 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 ਕਿਉਂ ਕਰਨੀ। ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ। ਨਾਮ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਤੈਨੂੰ ਜੀਵਨ ਸਵਾਰਨ ਦਾ ਹੋਰ ਕੋਈ ਰਸਤਾ ਹੈ ਨਹੀਂ। ਅੱਛਾ, ਜਿਹੜੇ ਬੰਦੇ ਗੁਰੂ ਕੋਲ ਚਲੇ ਜਾਂਦੇ ਨੇ, ਅਸੀਂ ਗੁਰਮੁਖੀ ਨੂੰ ਕਹਿ ਰਹੇ ਹਾਂ। ਜੋ ਗੁਰੂ ਦੀ ਅਗਵਾਈ ਜੀਵਨ ਵਿੱਚ ਕਬੂਲ ਕਰ ਲੈਂਦਾ, ਅਸੀਂ ਉਹਨੂੰ ਗੁਰਮੁਖ ਕਹਿ ਰਹੇ ਹਾਂ। ਉਹਨਾਂ ਦੇ ਬਾਰੇ ਗੁਰੂ ਕੀ ਕਹਿੰਦਾ, ਕਹਿੰਦੇ ਗੁਰਮੁਖ ਸੱਚ ਵਸੈ ਘਾਟੇ ਅੰਤਰ। ਜਿਹੜਾ ਬੰਦਾ ਗੁਰੂ ਕੋਲ ਕਹਿੰਦੇ ਗੁਰਮੁਖ ਹੱਸੈ, ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਤੂੰ ਗੁਰੂ ਕੋਲੋਂ ਪੁੱਛ ਕੇ ਜਦੋਂ ਜੀਵਨ ਦੀਆਂ ਕਾਰਾਂ ਕਰਨੀਆਂ ਸ਼ੁਰੂ ਕਰ ਦੇਗਾ ਨਾ, ਉਹ ਸਾਰਾ ਜਿਹੜਾ ਸ਼ਬਦ ਹੀ ਹੈ, ਕਮਨ ਸੁ ਮੁਕਤਾ, ਕਮਨ ਸੁ ਜੁਗਤਾ, ਕਮਨ ਸੁ ਗਿਆਨੀ, ਕਮਨ ਸੁ ਭਗਤਾ, ਕਮਨ ਸੁ ਗਿਰਹੀ, ਕਮਨ ਉਦਾਸੀ, ਸਾਰਿਆਂ ਦਾ ਆਨਸਰ ਇੱਕੋ ਹੈ। ਗੁਰਮੁਖ ਮੁਕਤਾ, ਗੁਰਮੁਖ ਜੁਗਤਾ, ਸਾਰਾ ਸ਼ਬਦ। ਪਹਿਲੇ 4 ਬੰਦ ਸਵਾਲ ਨੇ, ਬਾਅਦ ਜਿਹੜੇ 3-4 ਬੰਦ ਨੇ ਉਹ ਸਾਰੇ ਆਨਸਰਸ ਨੇ। ਸਾਰੇ ਆਨਸਰ ਇੱਕੋ। ਗੁਰਮੁਖ ਬਣ ਜਾ। ਜੀਵਨ ਦੀ ਹਰ ਕਾਰ ਗੁਰੂ ਕੋਲੋਂ ਪੁੱਛ ਕੇ ਕਰੀ। ਹੋਰ ਕੋਈ ਵਸੀਲਾ, ਹੋਰ ਕੋਈ ਤਰੀਕਾ ਨਾ। ਕਹਿੰਦੇ ਜਿਹੜਾ ਗੁਰਮੁਖ ਸੱਚ ਵਸੈ ਘਾਟੇ ਅੰਤਰ। ਸੱਚ, ਉਹ ਪਹਿਲੀ ਲਾਈਨ ਕੀ ਸੀ, ਕਹਿੰਦੇ ਸੱਚਾ ਆਪ ਸਵਾਰਨ ਹਾਰਾ। ਜਦੋਂ ਗੁਰਮੁਖ ਬਣ ਜਾਏਗਾ ਨਾ, ਸੱਚ ਨਹੀਂ ਤੇਰਾ ਜੀਵਨ ਸਵਾਰਨਾ ਸੀ, ਸੱਚ ਨਾਮ ਨੇ, ਸੱਚ ਬਾਣੀ ਨੇ। ਪਹਿਲੀ ਲਾਈਨ ਹੀ ਹੋ ਸੀ, ਸੱਚਾ ਆਪ ਸਵਾਰਨ ਹਾਰਾ। ਤੇ ਜਦੋਂ ਗੁਰਮੁਖ ਬਣ ਜਾਏਗਾ ਨਾ, ਕਹਿੰਦਾ ਗੁਰਮੁਖ ਸੱਚ ਵਸੈ ਘਾਟੇ ਅੰਤਰ। ਉਹ ਸੱਚ ਜੋ ਸਾਰੇ ਜੀਵਨਾਂ ਨੂੰ ਸਵਾਰਦਾ ਹੈ, ਉਹ ਤੇਰੇ ਹਿਰਦੇ ਅੰਦਰ, ਤੇਰੇ ਘਾਟ ਅੰਦਰ ਆ ਕੇ ਉਹ ਟਿੱਕੀ ਪਏਗਾ। ਇਹ ਕਹਿੰਦੇ ਵੀ ਗੁਰਮੁਖ ਸੱਚ ਵਸੇ ਘਾਟੇ ਅੰਤਰ। ਇੱਕ ਹੋਰ ਥਾਂ ਤੇ ਕਹਿੰਦੇ ਨੇ ਗੁਰਮੁਖ ਨਾਮ ਵਸੇ ਮਨ ਆਈ। ਇੱਕ ਪਾਸੇ ਕਹਿੰਦੇ ਤੇਰੇ ਹਿਰਦੇ ਵਿੱਚ ਆ ਕੇ ਸੱਚ ਵਸ ਜਾਏਗਾ, ਦੂਜੇ ਕਹਿੰਦੇ ਨਾਮ ਵਸ ਜਾਏਗਾ। ਨਾਮ ਹੀ ਤੇ ਸੱਚਾ ਹੈ, ਹੋਰ ਕਾਰ ਬੇਕਾਰ ਹੈ, ਕਿਸੇ ਕੰਮ ਦੀ ਨਹੀਂ। ਉਹਦੀ ਜੀਵਨ ਜਾ ਕੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ। ਬਾਣੀ ਅੰਮ੍ਰਿਤਮਈ ਸੱਚੀ ਬਾਣੀ ਹੈ। ਕਹਿੰਦੇ ਜਿਨੇ ਗੁਰੂ ਵੱਲ
तो एक ते पहला स्टेटमेंट कि सवार कौन सकता है? केवल सच्चा आप ही। उस सवार का नाम गुरु शब्द दे राही है, होर कोई तरीका नहीं। और जेडे गुरमुख, अच्छा उन तरीका भी कि जे सवारना चाहना है कहना गुरमुख हो जा। गुरमुख होने का मतलब ये है कि मैंने जो गुरु कहे सोई भल मानो, यही गुरमुख होना है। गुरु कहना भी अनक अडंबर माया के बिरथे इंस्यो प्रीत घटाओ, घटा दो। ये गुरु कहना भी कूड़ बोल मुर्दार खाए, कूड़ बोलना छोड़, झूठ बोलना छोड़ दो। गुरु कहना फरीदा बुरे दा भला कर, ए सारे नाम ने, ए सारे हुक्म ने। जो गुरु कहना ना उन्होंने, जो गुरु कहे सोई भल मानो, ए तेरा जीवन सवारण दी विधि है। कहना गुरुमुख सच वसै घट, ए फिर सच उन्होंने जिहड़ा सच सानू आप सवारण हारा सी ना, ਉਹ ਉਹਨਾਂ ਦੇ ਹਿਰਦੇ ਵਿੱਚ ਵਜਦਾ। ਕਹਿੰਦੇ ਸਹਿਜੇ ਸੱਚ ਸਮਾਈ ਹੈ। ਫਿਰ ਜਿਹੜਾ ਉਹ ਸਹਿਜ ਵਿੱਚ ਹੀ ਉਹਨਾਂ ਨੂੰ, ਅਸੀਂ ਕਹਿੰਦੇ ਇੱਕ ਹੁੰਦਾ ਸੋਚ ਵਿਚਾਰ ਕਰਕੇ, ਇੱਕ ਹੁੰਦਾ ਸਹਿਜੇ ਕੰਮ ਹੋਣ ਵਾਲੇ। ਉਹ ਫਿਰ ਐਸਾ ਜੀਵਨ ਜੋ ਗੁਰਮੁਖ ਬਣ ਜਾਂਦਾ ਹੈ ਨਾ, ਉਹ ਸਹਿਜ ਵਿੱਚ ਹੀ, ਉਹ ਸੱਚ ਵਿੱਚ, ਇਹ ਸੱਚਾ ਨਾਮ, ਸੱਚੀ ਬਾਣੀ, ਸੱਚਾ ਗੁਰੂ, ਇਹਨਾਂ ਵਿੱਚ ਸਮਾਇਆ ਹੋਇਆ ਜੀਵਨ ਹੋ ਜਾਂਦਾ ਹੈ। ਉਹ ਉਹਨਾਂ ਤੋਂ ਅੱਜ ਕਹਿੰਦੇ ਅੱਛਾ ਚਲੋ, ਇਹ ਕਹਿੰਦੇ ਚੌਥੇ ਪਦ ਵਿੱਚ ਸਹਿਜ ਸਭ ਤੋਂ ਅੱਛੀ ਅਵਸਥਾ। सिमरन करो, सिमरन करके भी बंदा ਉਹਨੂੰ ਰੱਬ ਨੂੰ ਚਿਤ, ਸਿਮਰਨ ਕਰ ਤੋਂ ਬਾਅਦ ਸਮਰਨ ਕਰ ਲਓ ਵੀ ਗੁਰੂ ਨੇ ਕਿਹਾ ਸੀ ਪਰਤਰਿਆ ਰੂਪ ਨਾ ਪੇਖੇ ਨੇਤਰ। ਇਹ ਗੱਲ ਨੂੰ ਯਾਦ ਕਰ ਲਓ, ਫਿਰ ਆਪਣੇ ਆਪ ਨੂੰ ਕਾਲੇ ਲਿਖ ਨਾ ਲਿਖੋ, ਉਹ ਵੀ ਚੰਗੀ ਗੱਲ ਹੈ। ਲੇਕਿਨ ਸਭ ਤੋਂ ਵਧੀਆ ਗੱਲ ਕਿ ਇਹ ਤੇਰੇ ਜੀਵਨ ਦਾ ਸਹਿਜ ਹੀ ਬਣ ਜਾਏ। ਮੈਂ ਉਸ ਪਾਸੇ ਤੱਕਦਾ ਹੀ ਨਹੀਂ, ਮੈਂ ਫਰੀਦਾ ਬੁਰੇ ਦਾ ਭਲਾ ਕਰ, ਮੇਰਾ ਕਿਸੇ ਵੱਲ ਬੁਰਾ ਕਰਨ ਮੇਰਾ ਮਨ ਕਰਦਾ ਹੀ ਨਹੀਂ। ਉਹ ਕਹਿੰਦਾ ਉਹਦਾ ਜੀਵਨ ਸਹਿਜੇ ਸੱਚ, ਸਹਿਜੇ ਹੀ ਸੱਚ ਵਿੱਚ ਸਮਾਇਆ ਹੋਇਆ ਜੀਵਨ ਹੋ ਜਾਂਦਾ। ਹਾਂਜੀ ਧੰਨਵਾਦ ਵੀ ਜੀ। ਬੜੀ ਸੋਹਣੀ ਡਿਟੇਲ ਨਾਲ ਗੁਰਬਾਣੀ ਦੇ ਉਦਾਹਰਨ ਦੇ ਕੇ ਆਪ ਜੀ ਨੇ ਸਮਝਾਣਾ ਕੀਤਾ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਕਈ ਗੱਲਾਂ ਕਲੀਅਰ ਕੀਤੀਆਂ। ਮਨ ਦੀਆਂ ਜਿਹੜੀਆਂ ਅਸੀਂ ਮਨ ਦੀਆਂ ਮੰਨਦੇ ਰਹਿੰਦੇ ਆ, ਗੁਰੂ ਦੀ ਮੰਨਦੇ ਨਹੀਂ, ਇਸ ਲਈ ਕਹਿੰਦੇ ਆ ਜੋ ਸਾਡੇ ਮਨ ਨੂੰ ਭਾਉਂਦਾ ਉਹ ਅਸੀਂ ਕਰਨਾ ਚਾਹੁੰਦੇ ਆ। ਗੁਰੂ ਨੂੰ ਕੀ ਭਾਉਂਦਾ, ਗੁਰੂ ਨੂੰ ਵੀ ਪੁੱਛ ਲਈਏ। ਜਦੋਂ ਗੁਰੂ ਦਾ ਭਾਉਂਦਾ ਕਰਨ ਲੱਗ ਪਵਾਂਗੇ ਤਾਂ ਜ਼ਿੰਦਗੀ ਬਦਲੇਗੀ। ਆਪ ਜੀ ਦੁਨਿਆਵੀ ਉਦਾਹਰਨ ਵੀ ਜਿਹੜੇ ਦਿੰਦੇ ਹੋ ਨਾ, ਵਾਕਈ ਬਿਲਕੁਲ ਅਸੀਂ ਕੋਈ ਦੁੱਖ ਹੋਏ, ਅਖੰਡ ਪਾਠ ਸਾਹਿਬ ਰਖਵਾਉਂਦੇ ਆ, ਅਸੀਂ ਕਹਿੰਦੇ ਆ ਬਾਬਾ ਜੀ ਦਾ ਪ੍ਰਕਾਸ਼ ਕੀਤਾ। ਪ੍ਰਕਾਸ਼ ਤੋਂ ਕੀ ਭਾਵੇਂ ਕਿ ਬਾਬਾ ਜੀ ਜੋ ਕਹਿਣਗੇ ਉਹੀਓ ਕਾਰ ਕਰਾਂਗੇ, ਜੋ ਬਾਬਾ ਜੀ ਨੇ ਕਿਹਾ ਉਹੀਓ ਕਾਰ ਕਰਨਾ। ਲੇਕਿਨ ਜਿਸ ਤਰ੍ਹਾਂ ਹੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ, ਕਰਦੇ ਫਿਰ ਆਪਣੀ ਮਨ ਦੀਆਂ, ਔਰ ਫਿਰ ਦੁਖੀ ਹੁੰਦੇ ਆ, ਫਿਰ ਪਰੇਸ਼ਾਨ ਹੁੰਦੇ ਆ। ਦੁਨਿਆਵੀ ਐਗਜ਼ਾਮਪਲ ਆਪ ਜੀ ਓਵਰ ਐਕਸਪੈਂਡੀਚਰ ਵੱਲ ਵੀ ਧਿਆਨ ਦਿੰਦੇ ਹੋ, ਭਾਵੇਂ ਸੁੱਖ ਹੋਏ ਭਾਵੇਂ ਦੁੱਖ ਹੋਏ। ਓਵਰ ਐਕਸਪੈਂਡੀਚਰ ਅਸੀਂ ਆਪਣੇ ਜਗਤ ਦਿਖਾਵੇ ਲਈ ਕਰਦੇ ਆ, ਔਰ ਬਾਅਦ ਵਿੱਚ ਫਿਰ ਉਹਦੇ ਲੋਨ ਲੈ ਲਈਏ, ਜੇ ਸਮਰੱਥਾ ਨਹੀਂ ਹੈ ਤਾਂ ਵੀ ਕਰਦੇ ਆ। ਉਹਦੇ ਬਾਅਦ ਫਿਰ ਦੁਖੀ ਹੁੰਦੇ ਆ, ਪਰੇਸ਼ਾਨ ਹੁੰਦੇ ਆ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। हाँ भूआ जी आप जी। हाँ, सच्चा आप सवारन हारा अवर न सूझस विजीकारा। ਇਹ ਸੰਬੋਧਨ ਉਸ ਇੱਕ ਨੂੰ ਕਰ ਰਹੇ ਹਨ, ਉਸ ਨਾਮ ਨੂੰ ਕਰ ਰਹੇ ਹਨ। ਮਨ ਤੂੰ ਜੋਤ ਸਰੂਪ ਹੈ, ਉਸ ਨੂੰ ਸੰਬੋਧਨ ਕਰ ਰਹੇ ਹਨ। ਉਹ ਕੌਣ ਹੈ? ਉਹ ਸਵਾਰਨ ਹਾਰਾ ਹੈ, ਕਿਉਂਕਿ ਹੀ ਇਜ਼ ਐਬਸੋਲੂਟਲੀ ਪਿਓਰ ਲਵ ਐਂਡ ਟਰੂਥ, ਫਲॉलेस ਹੈ, ਇਤਨਾ ਉਹ ਸੋਹਣਾ ਹੈ। ਔਰ ਉਹਦਾ ਕੰਮ ਕੀ ਹੈ? ਉਹਦਾ ਕੰਮ ਇਹ ਹੈ ਕਿ ਜੋ ਵੀ ਉਸਦੇ ਨਾਲ ਟਿਊਨਡ ਹੋ ਗਿਆ, ਜਿਸਨੇ ਵੀ ਉਸਨੂੰ ਸੋਧ ਲਿੱਤਾ, ਤਾਂ ਉਹ ਵੀ ਸੋਹਣਾ ਬਣ ਜਾਏਗਾ। ਉਹਦਾ ਬਸ ਇੱਕ ਇਹੀ ਕੰਮ ਹੈ। ਪਰ ਜਦੋਂ ਸਾਡਾ ਵਿਰਲਾ ਮਨ ਇਸ ਚੀਜ਼ ਦਾ ਗਿਆਨ ਹੋ ਗਿਆ, ਗੁਰਮੁਖ ਸੱਚ ਵਸੇ, ਜਦੋਂ ਉਸਨੂੰ ਇਸ ਚੀਜ਼ ਦੇ ਗਿਆਨ ਦਾ, ਗੁਰੂ ਦੇ ਗਿਆਨ ਦਾ, ਉਸਦੇ ਹੁਕਮ ਦਾ, ਉਹਦੇ ਕਨਸੈਪਟਸ ਦਾ, ਉਸਦੇ ਨਾਮ ਦਾ, ਉਸਦੇ ਗੁਣਾ ਦਾ, ਜਦੋਂ ਇਸ ਚੀਜ਼ ਦੀ ਸੋਝੀ ਆ ਜਾਂਦੀ ਹੈ, ਜਦੋਂ ਸੋਧ ਲੈਂਦਾ ਹੈ, ਤਾਂ ਉਸਦੇ ਮਨ ਦੇ ਅੰਦਰ ਉਹ ਵਸ ਜਾਂਦਾ ਹੈ। ਕੌਣ? ਉਹ ਸਵਾਰਨ ਹਾਰਾ। ਜਦੋਂ ਉਹ ਵਸ ਜਾਂਦਾ ਤੇ ਉਹ ਆਪਣੀ ਸਾਡੇ ਅੰਦਰ ਦੀ ਜਿਹੜੀ ਸ੍ਰਿਸ਼ਟੀ ਹੈ ਉਸਨੂੰ ਸਵਾਰ ਦਿੰਦਾ ਹੈ, ਦੁੱਖਾਂ ਤੋਂ ਮੁਕਤ ਕਰ ਦਿੰਦਾ ਹੈ। ਫਿਰ ਸੁੱਖੀ ਸੁੱਖ ਹੈ, ਕਿਉਂਕਿ ਉਹ ਗੁਣਾਂ ਦੀ ਪੋਟਲੀ ਹੈ। ਜਦੋਂ ਉਹ ਸਾਡੇ ਅੰਦਰ ਦੀ ਸ੍ਰਿਸ਼ਟੀ ਨੂੰ ਪੂਰੀ ਤਰ੍ਹਾਂ ਭਿੱਜ ਜਾਂਦਾ ਹੈ,
ਤੇ ਕਹਿੰਦੇ ਸਹਿਜੇ ਸਤ ਸਮਾਏ ਹੈ, ਉਹ ਸਹਿਜੇ ਸਹਿਜੇ ਕਿ ਇਹ ਅਵਸਥਾ ਪ੍ਰਾਪਤ ਹੁੰਦੀ ਜਦੋਂ ਮਨ ਪੂਰੀ ਤਰ੍ਹਾਂ ਟਿਊਨਡ ਹੋ ਕੇ ਔਰ ਪੂਰੀ ਅੰਦਰ ਦੀ ਸ੍ਰਿਸ਼ਟੀ ਇੰਦਰੀਆਂ ਨੂੰ ਨਾਲ ਟਿਊਨ ਕਰ ਲੈਂਦਾ ਹੈ ਆਪਣੇ ਮਨ ਦੇ ਨਾਲ, ਉਸ ਇੱਕ ਦੇ ਨਾਲ, ਔਰ ਆਪਣੇ ਅੰਦਰ ਦੀ ਸ੍ਰਿਸ਼ਟੀ ਨੂੰ ਸਵਾਰ ਦਿੰਦਾ, ਸੋਹਣਾ ਬਣਾ ਲੈਂਦਾ। ਐਬਸੋਲੂਟਲੀ ਪਿਓਰ ਲਵ ਐਂਡ ਟਰੂਥ। ਹਾਂਜੀ। ਮਨ ਪਹਿਲੇ ਆਪ ਸਵਰਦਾ, ਫਿਰ ਅੰਦਰ ਦੀ ਪੂਰੀ ਸ੍ਰਿਸ਼ਟੀ ਨੂੰ, ਰਚਨਾ ਨੂੰ ਸਵਾਰ ਲੈਂਦਾ, ਪੂਰਾ ਪਹਿਲਾਂ ਟਿਊਨਡ ਹੋ ਕੇ ਬਾਕੀਆਂ ਨੂੰ ਵੀ ਟਿਊਨ ਕਰ ਦਿੰਦਾ। ਧੰਨਵਾਦ ਭੂਆ ਜੀ। ਸਭਨਾ ਸੱਚ ਵਸੈ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਹੀ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੈ। ਸਭਨਾ ਸੱਚ ਵਸੈ ਮਨ ਮਾਹੀ, ਸਭਨਾ ਭਾਵ ਸਾਰਿਆਂ ਵਿੱਚ, ਸੱਚ ਵਸੇ ਉਹ ਪ੍ਰਮਾਤਮਾ ਸਾਰਿਆਂ ਵਿੱਚ ਵਸੇ। ਸੱਚ ਔਂਕੜ ਨਾਲ ਆਇਆ, ਚੱਚੇ ਨੂੰ ਔਂਕੜ ਹੈ, ਇੱਕ ਵਚਨ ਦਾ ਗੱਲ ਹੋ ਰਹੀ ਹੈ, ਪ੍ਰਮਾਤਮਾ ਦੀ ਗੱਲ ਹੋ ਰਹੀ ਹੈ। ਸਭਨਾ ਸੱਚ ਵਸੈ ਮਨ ਮਾਹੀ, ਮਨ ਦੇ ਵਿੱਚ ਸੱਚ ਵਸ ਰਿਹਾ, ਪ੍ਰਮਾਤਮਾ ਵਸ ਰਿਹਾ, ਪਰ ਸਾਡੀ ਸਾਂਝ ਨਹੀਂ ਬਣ ਰਹੀ ਕਿਉਂਕਿ ਅਸੀਂ ਧੂਲ ਮਿੱਟੀ ਦੇ ਇੰਨਾ ਕੱਟਾ ਇਕੱਠਾ ਕਰ ਲਿਆ ਅੰਦਰ, ਇੰਨੀ ਮੈਲ ਇਕੱਠੀ ਕਰ ਲਈ ਹੈ, ਔਰ ਸਿਰਫ ਕਰ ਨਹੀਂ ਲਈ, ਨਿੱਤਾ ਪ੍ਰਤੀ ਹੋਰ ਤੇ ਹੋਰ ਇਕੱਠੀ ਕਰੀ ਜਾਂਦੇ ਆ ਤੇ ਪ੍ਰਮਾਤਮਾ ਨਾਲ ਸਾਡੀ ਸਾਂਝ ਨਹੀਂ ਬਣ ਪਾ ਰਹੀ। ਸਭਨਾ ਸੱਚ ਵਸੈ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਹੀ। ਕਹਿੰਦੇ ਨੇ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਕੀ ਹੈ? ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਕੀ ਕਿਰਪਾ ਕਰਦਾ ਹੈ? ਮਨ ਦੇ ਵਿੱਚੋਂ ਵਿਕਾਰੀ ਬਿਰਤੀ ਮਾਰ ਦਿੰਦਾ ਹੈ, ਵਿਕਾਰਾਂ ਨੂੰ ਵਸ ਵਿੱਚ ਕਰ ਦਿੰਦਾ ਹੈ। ਵਿਕਾਰਾਂ ਨੂੰ ਮਾਰਨਾ ਨਹੀਂ ਹੈ, ਵਿਕਾਰਾਂ ਨੂੰ ਵਸ ਵਿੱਚ ਕਰਨਾ ਹੈ। ਜਦੋਂ ਅਸੀਂ ਵਿਕਾਰਾਂ ਦੇ ਵਸ ਵਿੱਚ ਆ ਜਾਂਦੇ ਆ ਤੇ ਸਾਡੀ ਕਾਰ ਵਿਹਾਰ ਜਿਹੜੀ ਹੈ ਵਿਕਾਰੀ ਹੋ ਜਾਂਦੀ ਹੈ, ਮੈਲ ਇਕੱਠੀ ਕਰਨ ਵਾਲੀ ਹੋ ਜਾਂਦੀ ਹੈ। ਜਦੋਂ ਵਿਕਾਰ ਸਾਡੇ ਵਸ ਵਿੱਚ ਆ ਜਾਂਦੇ ਹਨ ਤੇ ਫਿਰ ਪੋਜ਼ਿਟਿਵ એનર્ਜੀ ਬਣ ਕੇ ਅਸੀਂ ਬਾਹਰੋਂ ਵੀ ਜੋੜਾ ਚੁੱਕਦੇ ਹਾਂ, ਇੰਝ ਸਮਝ ਲਈਏ ਚੰਗਿਆਈਆਂ ਹੀ ਚੁੱਕਦੇ ਹਾਂ ਤੇ ਚੰਗਿਆਈਆਂ ਹੀ ਅਸੀਂ ਵੰਡਦੇ ਹਾਂ। ਗੁਰ ਪ੍ਰਸਾਦੀ ਸਹਿਜ ਸਮਾਹੀ, ਸਹਿਜ ਵਿੱਚ ਸਮਾਹੀ, ਸਮਾ ਜਾਣਾ, ਲੀਨ ਹੋ ਜਾਣਾ। ਸਹਿਜ ਕੀ ਹੈ? ਮਾਇਆ ਦੇ 3 ਗੁਣਾਂ ਤੋਂ ਉਪਰਾਮ ਹੋ ਕੇ ਜੀਵਨ ਜਿਉਣਾ। ਮਾਇਆ ਦੇ ਗੁਣ 3 ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਮਾਇਆ ਦੇ ਪ੍ਰਭਾਵ ਹੇਠ ਅਸੀਂ ਕਾਰ ਵਿਹਾਰ ਕਰਦੇ ਰਹਿੰਦੇ ਆ, ਸਰੀਰਿਕ ਤਲ ਤੇ ਅਸੀਂ ਜਿਉਂਦੇ ਰਹਿੰਦੇ ਆ। ਸਰੀਰ ਦੀ ਅਸੀਂ ਪੂਰਤੀ ਕਰਨ ਲਈ, ਸਰੀਰ ਦੀ ਭੁੱਖਾਂ ਦੀ ਪੂਰਤੀ ਕਰਨ ਲਈ ਅਸੀਂ ਜੀਵਨ ਬਤੀਤ ਕਰਦੇ ਆ। ਗੁਰੂ ਸਾਹਿਬ ਕਹਿ ਰਹੇ ਹਨ ਗੁਰ ਪ੍ਰਸਾਦੀ ਸਹਿਜ ਸਮਾਹੀ, ਸਹਿਜ ਵਿੱਚ ਸਮਾ ਜਾਣਾ। ਉਹ ਅਵਸਥਾ ਜਿੱਥੇ ਵਿਕਾਰ ਹੁਣ ਪ੍ਰਭਾਵ ਨਹੀਂ ਪਾਉਂਦੇ, ਵਿਕਾਰਾਂ ਦੇ ਕੂਕਰ ਜਿਹੜੇ ਹਨ ਉਹ ਭੌਂਕਦੇ ਨਹੀਂ। ਜਿਸ ਅਵਸਥਾ ਤੇ ਅਸੀਂ ਧਿਆਨ ਦਈਏ, ਅਗਰ ਕਦੀ ਕਿसी ऐसे नवी जगह चले जाइए ना तो उस इलाके ਦੇ ਅਮੂਮਨ ਸਾਰਿਆਂ ਨਾਲ ਹੀ ਹੁੰਦਾ ਹੋਣਾ, ਉਸ ਇਲਾਕੇ ਦੇ ਕਈ ਕੂਕਰ ਭੌਂਕਦੇ ਭੌਂਕਦੇ ਸਾਡੇ ਉੱਤੇ ਚੜਨ ਲੱਗ ਪੈਂਦੇ ਨੇ। ਔਰ ਅਸੀਂ ਦੌੜ ਕੇ ਕਿਸੇ ਉੱਚੇ ਸਥਾਨ ਤੇ ਚੜ ਜਾਈਏ ਤੇ ਉਹ ਭੌਂਕਦੇ ਹਨ ਪਰ ਸਾਡੇ ਤੱਕ ਪਹੁੰਚ ਨਹੀਂ ਪਾਉਂਦੇ। ਤੇ ਗੁਰੂ ਸਾਹਿਬ ਇੱਥੇ ਸਮਝਾਣਾ ਕਰ ਰਹੇ ਹਨ, ਗੁਰ ਪ੍ਰਸਾਦੀ, ਗੁਰੂ ਨੇ ਮਨ ਦੀ ਅਵਸਥਾ ਉਹ ਉੱਚੀ ਤੇ ਸੁੱਚੀ ਅਵਸਥਾ ਕਰ ਦਿੱਤੀ ਜਿਸ ਅਵਸਥਾ ਤੇ ਹੁਣ ਉਹ ਕੂਕਰਾਂ ਦੇ ਭੌਂਕਣਾ ਸਾਡੇ ਤੱਕ ਨਹੀਂ ਪਹੁੰਚ ਰਿਹਾ। ਸਾਡੇ ਤੱਕ ਨਹੀਂ ਪਹੁੰਚ ਰਿਹਾ ਤਾਂ ਕੀ ਪਾਵੇ ਕਿ ਹੁਣ ਉਹ ਵਿਕਾਰ ਰੂਪ ਕੂਕਰ ਪ੍ਰਭਾਵ ਨਹੀਂ ਪਾ ਰਹੇ। ਉਹਨੂੰ ਅਸੀਂ ਸੁਨ ਅਵਸਥਾ ਕਹਿ ਲਈਏ, ਉਹਨੂੰ ਅਸੀਂ ਤੁਰਿਆ ਪਦ ਕਹਿ ਲਈਏ, ਉਹਨੂੰ ਅਸੀਂ ਸਹਿਜ ਅਵਸਥਾ ਕਹਿ ਲਈਏ। ਹੁਣ ਸੱਚ ਰੂਪ ਸਹਿਜ ਜੀਵਨ ਦਾ ਹਿੱਸਾ ਬਣ ਗਿਆ, ਸੱਚ ਰੂਪ ਸਹਿਜ ਜੀਵਨ ਦਾ ਹਿੱਸਾ ਬਣ ਗਿਆ। ਗੁਰੂ ਨੇ ਜਿਹੜੀ ਗੱਲ ਕਹੀ ਹੈ ਉਹ ਕਰਮਾਂ ਦੇ ਰਾਹੀਂ ਜ਼ਿੰਦਗੀ ਦਾ ਹਿੱਸਾ ਬਣ ਗਈ। ਹੁਣ ਵਿਕਾਰਾਂ ਦੇ ਪ੍ਰਭਾਵ ਹੇਠ ਜ਼ਿੰਦਗੀ ਨਹੀਂ ਜੀ ਰਹੇ, ਗੁਰੂ ਦੇ ਪ੍ਰਭਾਵ ਹੇਠ ਜ਼ਿੰਦਗੀ ਜੀ ਰਹੇ। ਪਹਿਲੇ ਕਾਲਖ ਵਾਲੀ ਜ਼ਿੰਦਗੀ ਸੀ, ਗੰਦਗੀ ਵਾਲੀ ਜ਼ਿੰਦਗੀ ਸੀ, ਰੋਗਾਂ ਵਾਲੀ ਜ਼ਿੰਦਗੀ ਸੀ, ਦੁੱਖਾਂ ਵਾਲੀ ਜ਼ਿੰਦਗੀ ਸੀ, ਤਕਲੀਫਾਂ ਵਾਲੀ ਜ਼ਿੰਦਗੀ ਸੀ। ਹੁਣ ਗੁਰੂ ਦੀ ਗੱਲ ਤੇ ਭਰੋਸਾ ਕਰਕੇ ਗੁਰੂ ਦੀ ਗੱਲ ਮੰਨੀ ਤੇ ਹੁਣ ਆਨੰਦਮਈ ਜ਼ਿੰਦਗੀ ਬਣ ਗਈ। ਹੁਣ ਖੇੜਾ ਹੀ ਖੇੜਾ ਪ੍ਰਾਪਤ ਹੋ ਗਿਆ। ਜ਼ਿੰਦਗੀ ਦਾ ਸਫ਼ਰ ਕਰਦੇ ਸਰੀਰਿਕ ਤਲ ਤੇ ਸਾਨੂੰ ਸੁੱਖ ਵੀ ਆਣਗੇ,
ਦੁੱਖ ਵੀ ਆਣਗੇ, ਪਰ ਜਦੋਂ ਅਸੀਂ ਆਤਮਕ ਤੌਰ ਤੇ ਆਨੰਦ ਵਾਲੀ ਸਹਿਜ ਅਵਸਥਾ ਤੇ ਪਹੁੰਚ ਜਾਂਦੇ ਹਾਂ ਤੇ ਨਾ ਸਾਨੂੰ ਸੁੱਖ ਵਿਚਲਿਤ ਕਰ ਪਾਉਂਦੇ ਨੇ, ਨਾ ਸਾਨੂੰ ਦੁੱਖ ਵਿਚਲਿਤ ਕਰ ਪਾਉਂਦੇ ਨੇ। ਸੁੱਖ ਔਰ ਦੁੱਖ ਜ਼ਿੰਦਗੀ ਦਾ ਹਿੱਸਾ ਹਨ। ਅਗਰ ਕੋਈ ਇਹ ਕਹਿੰਦਾ ਹੈ ਕਿ ਤੁਸੀਂ ਇੰਨੇ ਪਾਠ ਕਰੋ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਣਗੇ, ਤੇ ਉਹ ਆਪਣੇ ਮਨ ਮੁਤਾਬਿਕ ਗੱਲ ਕਰ ਰਿਹਾ, ਗੁਰੂ ਮੁਤਾਬਿਕ ਗੱਲ ਨਹੀਂ ਕਰ ਰਿਹਾ। ਅਗਰ ਅਸੀਂ ਇਹ ਕਹੀਏ ਕਿ ਉਹਨੇ ਇੰਨੇ ਪਾਠ ਕੀਤਿਆਂ, ਇੰਨੀ ਗੁਰਬਾਣੀ ਪੜ੍ਹਿਆ, ਸਰੀਰਿਕ ਤਲ ਤੇ ਦੁੱਖ ਨਹੀਂ ਆਣਗੇ, ਤੇ ਅਸੀਂ ਇਤਿਹਾਸ ਵੱਲ ਵੀ ਥੋੜਾ ਜਿਹਾ ਨਜ਼ਰ ਮਾਰ ਲਈਏ, ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀਆਂ ਤੇ ਨਾ ਬਹਿਣਾ ਪੈਂਦਾ। ਸਰੀਰਿਕ ਤਲ ਦੇ ਅੱਤ ਤੇ ਦੁੱਖ ਸਹਿਣੇ ਪਏ ਉਹਨਾਂ ਨੂੰ। ਗੁਰੂ ਸਾਹਿਬ ਦੇ ਜੀਵਨ ਦੇ ਅੰਦਰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਤੱਕੀਏ, 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਡੇ ਨਜ਼ਰਾਂ ਦੇ ਸਾਹਮਣੇ ਹੋਵੇ, ਪਰ ਉਹਨਾਂ ਨੇ ਉਸ ਦੁੱਖ ਵੇਲੇ ਰਿਐਕਟ ਕਿਸ ਤਰ੍ਹਾਂ ਕੀਤਾ। ਜਿਹੜੀ ਉਹਨਾਂ ਦੀ ਰਿਐਕਸ਼ਨ ਸੀਗੀ ਉਹ ਪਰਮਾਤਮਾ ਦੇ ਨਾਲ ਸੁਰਤ ਜੁੜੀ ਹੋਈ ਆਨੰਦ ਵਾਲੀ ਅਵਸਥਾ ਸੀ। ਅੱਤ ਦੇ ਦੁੱਖ ਵੀ ਉਹਨਾਂ ਨੂੰ ਵਿਚਲਿਤ ਨਹੀਂ ਕਰ ਪਾਏ। ਗੁਰੂ ਪ੍ਰਸਾਦੀ ਸਹਿਜ ਸਮਾਹੀ, ਗੁਰੂ ਸਾਹਿਬ ਨੇ ਕੇਵਲ ਬਾਣੀ ਉਚਾਰਨ ਨਹੀਂ ਕੀਤੀ, ਕੇਵਲ ਬਾਣੀ ਭਗਤਾਂ ਦੀ ਲਿਖਿਤ ਰੂਪ ਵਿੱਚ ਦਰਜ ਨਹੀਂ ਕਰ ਦਿੱਤੀ ਕਿ ਤੁਸੀਂ ਇਹ ਕਰੋ ਤੇ ਤੁਹਾਡੇ ਨਾਲ ਇਹ ਹੋਏਗਾ। ਉਹਨਾਂ ਦੀ ਜ਼ਿੰਦਗੀ ਵਿੱਚ ਜਦੋਂ ਉਹ ਸਮਾਂ ਆਇਆ ਤੇ ਉਹਨਾਂ ਨੇ ਜੀ ਕੇ ਵੀ ਸਾਨੂੰ ਤਕਾਉਣਾ ਕੀਤਾ। ਉਹਨਾਂ ਨੇ ਬਾਣੀ ਨੂੰ ਸੱਚ ਕਰਕੇ ਸਾਬਿਤ ਕੀਤਾ, ਕੇਵਲ ਗੁਰੂ ਸਾਹਿਬ ਨੇ ਨਹੀਂ। ਕਿਉਂਕਿ ਮਨ ਦੇ ਵਿੱਚ ਇਹ ਵੀ ਭੁਲੇਖਾ ਪੈ ਜਾਂਦਾ ਗੁਰੂ ਸਾਹਿਬ ਤੇ ਪ੍ਰਮਾਤਮਾ ਦਾ ਰੂਪ ਸੀ, ਉਹ ਤੱਤੀ ਤਵੀ ਤੇ ਬੈਠੇ ਹੋਣੇ ਤੇ ਉਹਨਾਂ ਨੂੰ ਤੇ ਕੋਈ ਪ੍ਰਭਾਵ ਪਿਆ ਨਹੀਂ ਹੋਣਾ। ਈਵਨ ਗੁਰਸਿੱਖਾਂ ਨੇ ਵੀ ਜਿਨ੍ਹਾਂ ਨੇ ਬਾਣੀ ਨਾਲ ਜੁੜਨਾ ਕੀਤਾ, ਭਾਵੇਂ ਭਾਈ ਮਨੀ ਸਿੰਘ ਜੀ ਦੀ ਗੱਲ ਕਰੀਏ, ਭਾਈ ਤਾਰੂ ਜੀ ਦੀ ਗੱਲ ਕਰੀਏ, ਹੋਰ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿਕਰ ਕਰੀਏ, ਉਹਨਾਂ ਦੇ ਬੱਚੇ ਦਾ ਕਲੇਜਾ ਕੱਟ ਕੇ ਉਹਨਾਂ ਦੇ ਮੂੰਹ ਵਿੱਚ ਪਾ ਦਿੱਤਾ ਗਿਆ, ਪਰ ਉਹ ਸਹਿਜ ਵਿੱਚ ਟਿਕੇ ਰਹੇ, ਆਨੰਦ ਵਿੱਚ ਟਿਕੇ ਰਹੇ। ਪਰਮਾਤਮਾ ਦੇ ਭਾਣੇ ਨੂੰ ਸੱਚ ਕਿਸ ਤਰ੍ਹਾਂ ਮੰਨੀਦਾ ਗੁਰੂ ਸਾਹਿਬ ਨੇ ਸਮਝਾਣਾ ਕੀਤਾ। ਗੁਰ ਪ੍ਰਸਾਦੀ ਸਹਿਜ ਸਮਾਹੀ, ਗੁਰ ਗੁਰ ਕਰਤ ਸਦਾ ਸੁਖ ਪਾਇਆ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੈ। ਗੁਰ ਗੁਰ ਕਰਤ, ਹੁਣ ਗੁਰੂ ਸਾਹਿਬ ਕਹਿ ਰਹੇ ਨੇ ਗੁਰ ਗੁਰ ਕਰਤ, ਤੇ ਅਸੀਂ ਭੁਲੇਖੇ ਵਿੱਚ ਆ ਰਹੇ ਹਾਂ। ਗੁਰ ਗੁਰ ਕਰਤ ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਸ਼ੁਰੂ ਕਰ ਦਿੱਤਾ। ਵਾਹਿਗੁਰੂ ਗੁਰ ਗੁਰ ਕਰਨ ਦਾ ਕੀ ਭਾਵ ਹੈ? ਗੁਰੂ ਦੀ ਗੱਲ ਸਮਝ ਕੇ ਮੰਨਣ ਵਿੱਚ ਲਿਆਈਏ, ਇਹ ਵੇ ਗੁਰ ਗੁਰ ਕਰਨਾ। ਅਸੀਂ ਜ਼ਬਾਨੀ ਤੌਰ ਤੇ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਲੇਕਿਨ ਕਰਮਾਂ ਵਿੱਚ ਜਪਜੀ ਸਾਡੇ ਨਜ਼ਰ ਨਹੀਂ ਆ ਰਿਹਾ। ਕਰਮ ਸਾਡੇ ਮਨ ਮੁਤਾਬਿਕ ਹਨ। ਗੁਰ ਗੁਰ ਕਰਤ ਤੋਂ ਕੀ ਭਾਵ ਹੈ? ਕਰਮਾਂ ਵਿੱਚ ਵੀ ਜਪਜੀ ਨਜ਼ਰ ਆ ਜਾਏ, ਕਰਮਾਂ ਵਿੱਚ ਵੀ ਸੁਖਮਨੀ ਸਾਹਿਬ ਨਜ਼ਰ ਆ ਜਾਏ, ਕਰਮਾਂ ਵਿੱਚ ਵੀ ਆਸਾ ਕੀ ਵਾਰ ਨਜ਼ਰ ਆ ਜਾਏ। ਗੁਰੂ ਦੀ ਬਾਣੀ ਇੱਕ ਇੱਕ ਬੋਲ ਗੁਰੂ ਦੇ ਸਾਡੇ ਕਰਮਾਂ ਵਿੱਚੋਂ ਪ੍ਰਗਟ ਹੋਣ। ਗੁਰ ਗੁਰ ਕਰਤ, ਸਰੀਰਿਕ ਤਲ ਤੇ ਵੀ ਅਸੀਂ ਗੁਰੂ ਗੁਰੂ ਕਰੀਏ। ਅਸੀਂ ਜਦੋਂ ਦਾਇਰਾ ਕਹਿੰਦੇ ਆ ਨਾ, ਦਾਇਰਾ ਹੈ, ਦਾਇਰਾ ਇੱਕ ਘੇਰਾਪਨ ਬਣਾ ਲਈਏ। ਅਸੀਂ ਇੱਕ ਕਹਾਣੀ ਅਸੀਂ ਸਾਰਿਆਂ ਨੇ ਸੁਣੀਏ ਕਿ ਲਕਸ਼ਮਣ ਰੇਖਾ, ਇਹ ਰੇਖਾ ਤੋਂ ਬਾਹਰ ਨਹੀਂ ਜਾਣਾ। ਗੁਰ ਗੁਰ ਕਰਤ ਤੋਂ ਕੀ ਭਾਵ ਹੈ? ਜੀ ਗੁਰੂ ਨੇ ਇੱਕ ਦਿੱਤਾ ਹੈ। ਗੁਰੂ ਦਾ ਦਾਇਰਾ ਕੀ ਹੈ? ਗੁਰੂ ਦਾ ਦਾਇਰਾ ਹੈ ਗੁਰੂ ਦੀ ਬਾਣੀ। ਜਦੋਂ ਅਸੀਂ ਗੁਰੂ ਦੀ ਬਾਣੀ ਤੋਂ ਬਾਹਰ ਜਾਂਦੇ ਹਾਂ, ਅਸੀਂ ਜਦੋਂ ਗੁਰੂ ਦੀ ਬਾਣੀ ਤੋਂ ਬਾਹਰ ਜਾਂਦੇ ਹਾਂ, ਭਾਵੇਂ ਗੁਰੂ ਕਹਿ ਰਿਹਾ ਸੱਚ ਬੋਲ, ਅਸੀਂ ਝੂਠ ਬੋਲਣ ਲੱਗ ਪੈਂਦੇ ਹਾਂ, ਗੁਰੂ ਦੀ ਬਾਣੀ ਤੋਂ ਬਾਹਰ ਹੋ ਗਏ। ਗੁਰੂ ਕਹਿ ਰਿਹਾ ਬੇਮਾਨੀ ਠੱਗੀ ਨਾ ਕਰ, ਅਸੀਂ ਬੇਮਾਨੀ ਠੱਗੀ ਕਰਨ ਲੱਗ ਪੈਂਦੇ ਹਾਂ, ਦਾਇਰੇ ਤੋਂ ਬਾਹਰ ਹੋ ਗਏ। ਜਦੋਂ ਅਸੀਂ ਗੁਰੂ ਦੀ ਖਿੱਚੇ ਹੋਏ ਦਾਇਰੇ ਤੋਂ ਬਾਹਰ ਜਾਂਦੇ ਹਾਂ, ਤਾਂ ਸਾਡੇ ਮਾਨਸਿਕ ਤਲ ਤੇ ਵੀ ਤੇ ਸਰੀਰਿਕ ਤਲ ਤੇ ਵੀ ਤਾਂ ਅਸੀਂ ਦੁੱਖ ਪ੍ਰਾਪਤ ਕਰਦੇ ਹਾਂ, ਤਾਂ ਅਸੀਂ ਰੋਗੀ ਹੁੰਦੇ ਹਾਂ, ਤਾਂ ਅਸੀਂ ਪਰੇਸ਼ਾਨੀਆਂ ਵਿੱਚ ਆਉਂਦੇ ਹਾਂ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਕਹਿੰਦੇ ਜਦੋਂ ਤੂੰ ਦਾਇਰੇ ਵਿੱਚ ਜੀਏਗਾ ਤੇ ਸਦਾ ਸੁਖ ਪਾਇਆ, ਸਦੀਵ ਆਨੰਦ ਵਿੱਚ, ਸਦੀਵ ਖੇੜੇ ਵਿੱਚ ਰਹੇਗਾ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੈ। ਕਹਿੰਦੇ ਚਿੱਤ ਨੂੰ ਬਸ ਗੁਰੂ ਦੇ ਚਰਨਾਂ ਵਿੱਚ ਜੋੜ ਲੈ। ਚਿੱਤ ਨੂੰ ਭਾਵ ਸੁਰਤ ਵਿੱਚ ਸਾਡੇ ਵਿਕਾਰ ਟਿਕੇ ਰਹਿੰਦੇ ਹਨ। ਸੁਰਤ ਵਿਕਾਰਾਂ ਦੀ ਗੁਲਾਮੀ ਦੇ ਵਿੱਚ ਕਦੀ ਧਨ ਦੌਲਤ ਨੂੰ ਠੱਗੀਆਂ ਬੇਈਮਾਨੀਆਂ ਕਰਕੇ ਕਮਾਉਣ ਦੀ ਪਲਾਨਿੰਗ ਕਰਦੀ ਰਹਿੰਦੀ ਹੈ, ਕਦੀ ਹੋਰ ਤੇ ਹੋਰ ਸੋਚਦੀ ਰਹਿੰਦੀ ਹੈ। ਗੁਰੂ ਸਾਹਿਬ ਕਹਿ ਰਹੇ ਗੁਰ ਚਰਨੀ ਚਿਤ ਲਾਈਏ, ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਲੈ। ਹੁਣ ਗੁਰੂ ਦੇ ਚਰਨ ਅਸੀਂ ਲੱਭਣ ਜਾਈਏ ਤੇ ਗੁਰੂ ਦੇ ਚਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿੱਥੇ ਨਜ਼ਰ ਆਉਣਗੇ? ਇਸ ਲਈ ਕਈ ਵਾਰ ਭੁਲੇਖੇ ਵਿੱਚ ਆ ਜਾਂਦੇ ਹਨ, ਤੇ ਜਿਹੜੇ
ਚੌਕੀ ਪਈ ਹੁੰਦੀ ਉਦੋਂ ਅਸੀਂ ਲਾਉਂਦੇ ਹਾਂ, ਅਸੀਂ ਸੋਚ ਦੇ ਚਰਨ ਦੱਬ ਰਹੇ ਹਾਂ, ਕਿਉਂਕਿ ਬਾਰ-ਬਾਰ ਚਰਨਾਂ ਦਾ ਜ਼ਿਕਰ ਆਉਂਦਾ, ਗੁਰਚਰਨੀ ਚਿਤ ਲਾਈਏ, ਤੇ ਗੁਰੂ ਸਾਹਿਬ ਚਰਨਾਂ ਨੂੰ ਆਪ ਕਲੀਅਰ ਕਰਦੇ ਨੇ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਚਰਨ ਕਿਹੜੇ ਵਸਾਣੇ? ਸ਼ਬਦ ਨੂੰ ਵਸਾਉਣਾ ਹੈ ਹਿਰਦੇ ਦੇ ਅੰਦਰ। ਇਹੋ ਗੁਰੂ ਦੇ ਚਰਨ ਹਨ, ਤੇ ਉਹ ਗੁਰੂ ਦੇ ਸ਼ਬਦ ਨਾਲ ਚਿੱਤ ਜੋੜਨਾ ਕਰੀਏ, ਤੇ ਫਿਰ ਗੁਰ ਗੁਰ ਕਰਤ ਸਦਾ ਸੁਖ ਪਾਇਆ, ਤਾਂ ਫਿਰ ਇਹ ਅਵਸਥਾ ਬਣੇਗੀ। जी जी इकबाल वीर जी। सबना सच वसै मन माही। सबना सारे जीवां दे अंदर सच करता पुरख एक वचन वसै, एक वचन किरिया वसदा है मन माही, मन दे विच जो करता है अकाल पुरख है, एक ओंकार है, वो सबना जीआं दे अंदर वसदा है, सबना जीआं दे हिरदे घर विच वसदा है, मन माही मन दे विच वसदा है। गुरप्रसादी सहज समाई, ਜਿਹੜਾ ਮਨ ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਕਿਰਪਾ ਦੇ ਦੁਆਰਾ ਗੁਰੂ ਦੇ ਗੁਣਾਂ ਨੂੰ ਗਾ ਕੇ, ਗੁਰੂ ਨਾਲ ਇਕਮਿਕ ਹੋ ਕੇ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ, ਸਹਿਜ ਸਮਾਈ, ਉਹ ਸਹਿਜ ਵਿੱਚ ਟਿਕਿਆ ਰਹਿੰਦਾ, ਆਤਮਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਇਹ ਕੌਣ? ਜਿਹੜਾ ਮਨ ਗੁਰੂ ਦੀ ਸ਼ਰਨ ਵਿੱਚ ਪੈ ਕੇ, ਆਪਾ ਭਾਵ ਛੱਡ ਕੇ, ਮੈਂ ਮੇਰੀ ਛੱਡ ਕੇ, ਆਪਣੀ ਹੋਂਦ ਛੱਡ ਕੇ, ਗੁਰੂ ਦੀ ਗੁਣਾਂ ਨਾਲ ਸਾਂਝ ਪਾਈ ਰੱਖਦਾ, ਜੁੜਿਆ ਰਹਿੰਦਾ ਹੈ, ਉਹ ਸਹਿਜ ਸਮਾਜ, ਉਹੀ ਮਨ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ। ਗੁਰੂ ਗੁਰੂ ਕਰਤ ਸਦਾ ਸੁਖ ਪਾਇਆ, ਜਿਹੜਾ ਫਿਰ ਸਹਿਜ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਉਹ ਸਦਾ ਹੀ ਗੁਰੂ ਗੁਰੂ ਕਰਤਾ, ਭਾਵ ਸਦਾ ਹੀ ਗੁਣਾਂ ਨਾਲ ਜੁੜਿਆ ਰਹਿੰਦਾ ਹੈ, ਮਨ ਬਚ ਕਰਮਾਂ ਕਰਕੇ ਜੀਵਨ ਕਮਾਉਂਦਾ ਹੈ, ਉਹਨੂੰ ਕਹਿੰਦੇ ਆ ਗੁਰੂ ਗੁਰੂ ਕਰਤ। ਜਿਹੜਾ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਧਾਰਨ ਕਰਦਾ ਔਰ ਉਹਦੇ ਉੱਪਰ ਚੱਲਦਾ, ਉਹ ਗੁਰੂ ਗੁਰੂ ਕਰਦਾ ਹੈ। ਮੁੱਖੋਂ ਗੁਰੂ ਗੁਰੂ ਕਰਤਨ ਕਹਿਣ ਦੇ ਨਾਲ ਗੁਰੂ ਪ੍ਰਾਪਤੀ ਨਹੀਂ ਹੈ। ਜਿੰਨਾ ਜ਼ਿਕਰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਗੁਰੂ ਗੁਰੂ ਨਾ ਅਸੀਂ ਕਰੀਏ, ਗੁਰੂ ਦੀ ਸਿੱਖਿਆ ਤੇ ਨਾ ਚੱਲੀਏ, ਸੁੱਖ ਪਾਇਆ। ਤੇ ਸੁੱਖ ਨਹੀਂ ਪ੍ਰਾਪਤ ਕਰਦੇ, ਜਦੋਂ ਚੱਲਦੇ ਹਾਂ ਤਾਂ ਕੀ ਹੁੰਦਾ, ਕੀ ਫਲ ਮਿਲਦਾ ਹੈ? ਪ੍ਰਾਪਤੀ ਕੀ ਹੈ? ਸੁੱਖ ਪਾਇਆ। ਉਹ ਆਤਮਕ ਸੁੱਖ ਮੰਨਦਾ ਹੈ, ਰਸਾਂ ਕਸਾਂ ਦਾ ਸੁੱਖ ਨਹੀਂ, ਆਤਮਕ ਸੁੱਖ ਪ੍ਰਾਪਤ ਕਰਦਾ ਹੈ। ਗੁਰਚਰਨੀ ਚਿਤ ਲਾਈ, ਜਦੋਂ ਜੀਵ ਸਹਿਜ ਵਿੱਚ ਗੁਰੂ ਗੁਰੂ ਕਰਤ ਬਣਿਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ, ਸਹਿਜ ਨੂੰ ਕਮਾਉਂਦਾ ਹੈ, ਆਤਮ ਅਡੋਲਤਾ ਵਿੱਚ ਲੀਨ ਰਹਿੰਦਾ ਹੈ, ਉਹ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਚਿੱਤ ਇੱਕੇ ਦੇ ਨਾਲ ਚਿੱਤ ਲਾਈ ਰੱਖਦਾ ਹੈ, ਭਾਵ ਕਿ ਉਹ ਬੀਜੀ ਕਾਰਾ ਦੂਜੀ ਕਾਰ ਨਹੀਂ ਕਰਦਾ, ਉਹ ਇੱਕੋ ਹੀ ਕਾਰ ਕਰਦਾ, ਗੁਰੂ ਕੀ ਕਾਰ ਕਮਾਏ ਜੀ। ਉਹ ਗੁਰੂ ਦੀ ਚਰਨੀ, ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਦੇ ਚਰਨ ਵੀਰ ਜੀ ਦਾ ਤਾਂ ਸ਼ਬਦ ਨਾਲ ਜੁੜ ਕੇ ਚਿੱਤ ਨੂੰ ਜੋੜੀ ਰੱਖਦਾ ਹੈ, ਭਾਵ ਉਸ ਸ਼ਬਦ ਨੂੰ ਕਮਾਉਣਾ ਕਰਦਾ ਹੈ, ਉਸ ਸ਼ਬਦ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਆਪਣਾ ਜੀਵਨ ਜਿਹੜਾ ਹੈਗਾ ਉਹ ਸਫਲਾ ਕਰਦਾ ਜੀ। ਧੰਨਵਾਦ ਵੀਰ ਜੀ। ਗੁਰ ਕੇਵਲ ਜ਼ਬਾਨੀ ਨਹੀਂ ਕਰਨੀ, ਗੁਰ ਮਨ ਬਚਨਾ ਦੇ ਨਾਲ ਤੇ ਕਰਮਾਂ ਦੇ ਰਾਹੀਂ ਗੁਰੂ ਕਰਨਾ। ਧੰਨਵਾਦ ਆਪ ਜੀ ਦਾ। ਬਿਲਕੁਲ ਅਕਸਰ ਸਾਡੀ ਜ਼ਬਾਨ ਤੇ ਗੁਰੂ ਹੁੰਦਾ, ਸਾਡੀ ਕਰਮਾਂ ਵਿੱਚ ਗੁਰੂ ਨਹੀਂ ਹੁੰਦਾ, ਤੇ ਕਰਮਾਂ ਵਿੱਚ ਵੀ ਗੁਰੂ ਆ ਜਾਏ। ਗੁਰਬਾਣੀ ਪੜਨ ਦਾ ਇਹੋ ਕਹਿ ਲਈਏ ਤਰੀਕਾ ਹੈ ਕਿ ਸਾਡੇ ਕਰਮ ਵੀ ਚੰਗੇ ਹੋ ਜਾਣ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਇੱਥੇ ਜਿਹੜਾ ਪਹਿਲਾ ਬੰਦ ਸ਼ੁਰੂ ਹੋਇਆ ਸੀ ਨਾ, ਉਹਦੇ ਵਿੱਚ ਗੁਰੂ ਸਾਹਿਬ ਸਾਨੂੰ ਸਪਸ਼ਟ ਕਰਕੇ ਆ ਰਹੇ ਸੀ ਕਿ ਜਿਹੜਾ ਸੱਚਾ ਹੈ ਨਾ, ਹੁਣ ਉਹ ਸੱਚਾ ਰੱਬ, ਸੱਚਾ ਗੁਰੂ, ਸੱਚਾ ਨਾਮ, ਸੱਚਾ ਸ਼ਬਦ, ਇਹ ਹੀ ਕਿਸੇ ਨੂੰ ਸਵਾਰ ਸਕਦਾ ਹੈ। ਹੁਣ ਇੱਥੇ ਜਿਹੜੀ ਸਾਨੂੰ ਹੋਰ ਤੇ ਗੁਰੂ ਨਾਲ ਬਾਹ ਪੜ ਕੇ ਹੋਰ ਕਲੈਰਿਟੀ ਸਾਨੂੰ ਦਿੰਦੇ ਜਾਣਾ ਹੈ ਵੀ ਅਦਰਵਾਈਜ਼ ਜਿਹੜੇ ਬੰਦੇ ਪੱਥਰ ਪੂਜਦੇ ਪਏ ਨੇ, ਉਹ ਵੀ ਤੇ ਕਿਸੇ ਨਾ ਕਿਸੇ ਪ੍ਰੇਰਨਾ ਵਸ ਪੂਜੀ ਜਾਂਦੇ ਪਏ ਨਾ। ਤੇ ਗੁਰੂ ਕਹਿੰਦੇ ਕਬੀਰ ਪਾਹਨ ਪਰਮੇਸ਼ਰ ਕੀ ਆ, ਉਹਨਾਂ ਨੇ ਪੱਥਰ ਨੂੰ ਰੱਬ ਸਮਝਿਆ। ਹੁਣ ਰੱਬ ਦੀ ਗੱਲ ਹਰ ਬੰਦਾ ਕਰਦਾ ਪਿਆ, ਲੇਕਿਨ ਰੱਬ ਨਾਲ ਸਾਂਝ ਕਿਵੇਂ ਪਵੇਗੀ? ਰੱਬ ਹਸਤੀ ਕੈਸੀ ਹੈ? ਤੇ ਗੁਰੂ ਸਾਡੇ ਨਾਲ ਇੱਕ ਕਦਮ ਸਾਡੇ ਨਾਲ ਚੱਲ ਕੇ ਨਾ ਫਿਰ ਸਾਨੂੰ ਕਲੀਅਰ ਕਰੀ ਜਾਂਦੇ ਨੇ ਵੀ ਰੱਬ ਹਸਤੀ ਕੈਸੀ ਹੈ। ਕਹਿੰਦਾ ਸਭਨਾ ਸੱਚ, ਵੀ ਜਦੋਂ ਪ੍ਰਭ ਦੀ ਗੱਲ ਆਏਗੀ ਨਾ, ਉਹ ਕਹਿੰਦਾ ਸਭ ਮੈਂ ਜੋਤ ਹੈ ਸੋਏ।
ਉਹਦੀ ਜੋਤ ਤੋਂ ਬਿਨਾਂ ਤੇ ਕੋਈ ਜੀ ਹੋ ਹੀ ਨਹੀਂ ਸਕਦਾ। ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਜਿਹੜੀ ਹੈ ਨਾ ਉਹ ਤੇ ਹੈ ਹੀ ਹੈ। ਫਿਰ ਅੱਗੇ ਉਹ ਗੁਰੂ ਕਹਿੰਦੇ ਗੁਰ ਪ੍ਰਸਾਦੀ ਸਹਿਜ ਸਮਾਈ, ਲੇਕਿਨ ਗੁਰੂ ਦੀ ਕਿਰਪਾ ਦੇ ਸਦਕਾ, ਇਹਦੇ ਜਿਹੜਾ ਪਹਿਲੇ ਲਾਈਨ ਸੀ ਨਾ, ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਅੱਗੇ ਕਹਿੰਦੇ ਨੇ ਗੁਰ ਸਾਖੀ ਜੋਤ ਪ੍ਰਗਟ ਪਾਓ। ਉਂਝ ਤੇ ਰੱਬ ਜਿਹੜਾ ਹੈ ਨਾ ਉਹ ਅਸੀਂ ਜਦੋਂ ਕਹਿੰਦੇ ਵੀ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਹਿੰਦੇ ਅੰਮ੍ਰਿਤ ਲੁਟੈ। ਅਸੀਂ ਕੀ ਕਹਿੰਦੇ ਅੰਮ੍ਰਿਤ ਲੁੱਟਿਆ ਗਿਆ ਮੀਨਸ ਅੰਮ੍ਰਿਤ ਜਿਹੜਾ ਸੰਬੋਧਨ ਹੈ ਉਹ ਅੰਮ੍ਰਿਤ ਜਿਹੜੀ ਕੁਆਲਿਟੀ ਹੈ ਉਹਦੇ ਰੱਬ ਦੀ ਹੈ। ਅੰਮ੍ਰਿਤ ਜੋ ਮਰਦਾ ਨਹੀਂ ਕਦੀ। ਜਦੋਂ ਅਸੀਂ ਕਹਿ ਲਏ ਵੀ ਵਿਕਾਰਾਂ ਨੇ ਅੰਮ੍ਰਿਤ ਨੂੰ ਲੁੱਟ ਲਿੱਤਾ, ਬੰਦਾ ਕਹੇ ਵਿਕਾਰਾਂ ਦੀ ਕੀ ਹੋਂਦ ਰੱਬ ਨੂੰ ਲੁੱਟ ਲੈਣ, ਤੇਰੇ ਜੀਵਨ ਚ ਰੱਬ ਨਿਕਲ ਜਾਵੇ, ਉਸ ਪੱਖੋਂ ਨਹੀਂ। ਵੀ ਉਂਝ ਤੇ ਜਿਹੜੀ ਜੋਤ ਸਭ ਸਾਰਿਆਂ ਦੇ ਵਿੱਚ ਜਿਹੜੀ ਜੋਤ ਜਿਹੜੀ ਹੈ ਨਾ, ਇੱਕ ਹੋਰ ਇੱਕ ਦੋ ਤਿੰਨ ਸ਼ਬਦ ਦਾ ਜਿਹੜਾ ਕੰਬੀਨੇਸ਼ਨ ਹੈ ਬੜੀ ਅੱਛੀ। ਜਦੋਂ ਰੱਬ ਦੀ ਗੱਲ ਪੇ ਕਰਨਾ, ਗੁਰੂ ਨੇ ਸਾਨੂੰ ਰੱਬ ਦੇ ਬਾਰੇ, ਰੱਬ ਪ੍ਰਥਾਈ ਸਾਨੂੰ ਸੋਝੀ ਦੇਣੀ ਹੈ। ਤੇ ਇੱਕ ਹੋਰ ਛਟਾ ਸ਼ਬਦ ਕਹਿੰਦੇ ਨੇ ਸਹਿਜ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤਾਂ ਉਹੀ ਪ੍ਰਗਾਸ। ਸਹਿਜ ਘਟਾ, ਸਹਿਜ ਕਹਿੰਦੇ ਹਜ਼ਾਰ, ਘਟਾ ਘਟ ਕਹਿ ਲੋ, ਬਈਆਂ ਕਹਿ ਲੋ। ਜੇ ਤੁਸੀਂ 1000 ਖੁੱਲੇ ਮੂੰਹ ਵਾਲੇ ਭਾਂਡੇ ਲੈ ਲਓ, ਵੀ ਥਾਲੀ ਲੈ ਲਓ ਜਾਂ ਕੋਈ ਐਸਾ ਮਿੱਟੀ ਦਾ ਭਾਂਡਾ ਥੋੜਾ ਜਿਹਾ ਜਿਹਦਾ ਮੂੰਹ ਚੌੜਾ ਹੋਵੇ, ਜੇ ਉਹਨਾਂ ਨੂੰ ਤੁਸੀਂ ਚੁੱਕ ਕੇ ਬਾਹਰ ਓਪਨ ਸਕਾਈ ਦੇ ਹੇਠਾਂ ਰੱਖ ਦਿਓ, ਤੁਹਾਨੂੰ ਹਰ ਇੱਕ ਵਿੱਚ ਹਜ਼ਾਰਾਂ ਹੀ ਜਿਹੜੇ ਤੁਸੀਂ ਭਾਂਡੇ ਰੱਖੇ ਹੋਏ ਨੇ ਨਾ, ਸਾਰਿਆਂ ਵਿੱਚ ਤੁਹਾਨੂੰ ਉਹੀ ਆਕਾਸ਼ ਨਜ਼ਰ ਆਏਗਾ। ਸਹਿਸ ਘਟਾ ਮੈਂ ਏਕ ਆਕਾਸ਼, ਸਾਰਿਆਂ ਦੇ ਵਿੱਚ ਉਹੀ ਆਕਾਸ਼ ਨਜ਼ਰ ਆਏਗਾ। ਕਹਿੰਦਾ ਲੇਕਿਨ ਜਿਹੜਾ ਕਹਿੰਦੇ ਇੱਕ ਹੋਰ ਥਾਂ ਤੇ ਕਹਿੰਦੇ ਨੇ ਘਟ ਫੂਟੇ ਘਟ ਕਬਹਿ ਨਾ ਹੋਈ। ਜੇ ਕੋਈ ਘਟ ਫੁੱਟ ਜਾਂਦਾ, ਇੱਥੇ ਹੁਣ ਇਸ ਲਾਈਨ ਅੰਦਰ ਘਟ ਦੋ ਵਾਰ ਆ ਰਿਹਾ, ਕਹਿੰਦਾ ਘਟ ਫੂਟੇ ਪਾਓ, ਜੇ ਕੋਈ ਭਾਂਡਾ ਫੁੱਟ ਜਾਏ, ਕਹਿੰਦਾ ਘਟ ਕਬਹਿ ਨਾ ਹੋਈ। ਜਿਹੜਾ ਉਹ ਆਕਾਸ਼ ਜਿਹੜਾ ਸੀ ਨਾ, ਜਿਹਦੀ ਪ੍ਰਤੀਬਿੰਬ ਤੁਸੀਂ ਇਸ ਘਟ ਵਿੱਚ ਦੇਖ ਰਹੇ ਸੀ, ਜਿਹਦੀ ਪ੍ਰਤੀਬਿੰਬ ਤੁਸੀਂ ਇਹਦੇ ਅੰਦਰ, ਉਹ ਜਿਹਦਾ ਰਿਫਲੈਕਸ਼ਨ ਤੁਸੀਂ ਇਸ ਭਾਂਡੇ ਵਿੱਚ ਦੇਖ ਰਹੇ ਸੀ, ਜੇ ਕੋਈ ਘਟ ਫੁੱਟ ਜਾਂਦਾ, ਜੇ ਕੋਈ ਭਾਂਡਾ ਫੁੱਟ ਜਾਂਦਾ, ਕਹਿੰਦਾ ਜਿਹੜਾ ਆਕਾਸ਼ ਜਿਹਦਾ ਪ੍ਰਤੀਬਿੰਬ ਤੁਸੀਂ ਇਹਦੇ ਵਿੱਚ ਦੇਖ ਰਹੇ ਸੀ ਨਾ, ਉਹ ਕੋਈ ਘਟ ਨਹੀਂ ਜਾਂਦਾ। ਉਹ ਹਾਂ ਸਾਡੇ ਸਾਰਿਆਂ ਵਿੱਚ ਉਸ ਮਾਲਕ ਦੀ ਜੋਤ ਹੈ। ਲੇਕਿਨ ਜੇ 1000 ਬੰਦਾ ਮਰ ਗਿਆ ਤੇ ਰੱਬ ਘਟ ਹੋ ਜਾਏਗਾ? ਬਿਲਕੁਲ ਨਹੀਂ। ਇੱਕ ਹੋਰ ਸ਼ਬਦ ਹੈ, ਕਹਿੰਦੇ ਆਨੰਦ ਮੂਲ ਸਦਾ ਪੁਰਖੋਤਮ। ਅੱਗੇ ਕਹਿੰਦੇ ਨੇ ਘਟ ਬਿਨਸੈ ਗਗਨ ਨਾ ਜਾਈਲੇ। ਜੇ ਕੋਈ ਘਟ ਬਿਨਸ ਜਾਏ, ਸਹਿਸ ਘਟਾ ਮੈਂ ਏਕ ਆਕਾਸ਼। ਜਿਤਨੇ ਵੀ ਭਾਂਡੇ ਸਾਨੂੰ ਦਿਖਦੇ ਪਏ ਨੇ ਉਹਨਾਂ ਅੰਦਰ ਉਹ ਪ੍ਰਤੀਬਿੰਬ ਸਾਰੇ ਦੇਖੋ ਤੁਹਾਨੂੰ ਆਕਾਸ਼ ਹੀ ਨਜ਼ਰ ਆਏਗਾ। ਗੁਰੂ ਸਾਹਿਬ ਕਹਿੰਦੇ ਨੇ ਘਟ ਬਿਨਸੇ, ਜੇ ਕੋਈ ਭਾਂਡਾ ਫੁੱਟ ਜਾਵੇ, ਕਹਿੰਦੇ ਗਗਨ ਨਾ ਜਾਈਲੇ, ਉਹ ਆਕਾਸ਼ ਥੋੜੀ ਨਾ ਘਟ ਹੋ ਜਾਏਗਾ। ਉਹ ਆਕਾਸ਼ ਖਤਮ ਹੋਣ ਵਾਲਾ ਨਹੀਂ ਹੈ। ਰੱਬ ਸਾਰਿਆਂ ਵਿੱਚ ਕਿਸ ਤਰ੍ਹਾਂ ਬੈਠਿਆ ਹੋਇਆ ਨਾ, ਅਸੀਂ ਰੱਬ ਸਮਝਨੇ ਕਿੰਨੂੰ ਆ, ਰੱਬੀ ਹੋਂਦ ਦੇ ਬਾਰੇ ਕਹਿੰਦੇ ਸਭੇ ਘਟ ਰਾਮ ਬੋਲੇ, ਕਿਵੇਂ ਬੋਲਦਾ ਹੈ। ਔਰ ਹਰ ਥਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਜਿਹੜਾ ਹੈ ਨਾ ਉਹ ਮੌਜੂਦ ਵੀ ਹੈ। ਲੇਕਿਨ ਜਦ ਤੱਕ ਗੁਰੂ ਦੀ ਸਿੱਖਿਆ ਨਹੀਂ ਲੈਂਦੇ ਨਾ, ਉਹ ਸਾਡੇ ਹਿਰਦੇ ਵਿੱਚ ਪ੍ਰਗਟ ਨਹੀਂ ਹੁੰਦੀ। ਹੈ ਤੇ ਸਾਰਿਆਂ ਵਿੱਚ ਜੋਤ, ਸਭ ਮੈਂ ਜੋਤ ਜੋਤ ਹੈ ਸੋ। ਉਸ ਦੀ ਜੋਤ ਤੋਂ ਬਿਨਾਂ ਤੇ ਕੋਈ ਉਹ ਕੁਝ ਕਰਕੇ ਦਿਖਾਈ ਨਹੀਂ ਸਕਦਾ। ਇਹਦੀ ਗੁਰੂ ਕਹਿੰਦੇ ਨੇ ਸਭਨਾ ਸੱਚ ਵਸੈ ਮਨ ਮਾਹੀ। ਉਹਨਾਂ ਦੇ ਸਾਰਿਆਂ ਦੇ ਵਿੱਚ ਉਹ ਰੱਬੀ ਹੋਂਦ ਜਿਹੜੀ ਉਹ ਤੇ ਹੈ ਹੀ ਹੈ ਅੰਦਰ। ਕਹਿੰਦੇ ਗੁਰ ਪ੍ਰਸਾਦੀ ਸਹਿਜ ਸਮਾਈ। ਕੋਈ ਜਿਹੜਾ ਬੰਦਾ ਜੋ ਗੁਰੂ ਕੋਲੋਂ ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਬਖਸ਼ਿਸ਼ ਸਦਕਾ ਪਾਓ, ਗੁਰੂ ਕੋਲੋਂ ਗਿਆਨ ਲਏਗਾ, ਉਹ ਹੀ ਹੈ ਤੇ ਰੱਬ ਤੇਰੇ ਅੰਦਰ। ਲੇਕਿਨ ਉਹ ਏਕਾ ਸੇਜ ਵਿੱਚ ਹੀ ਧਨਕੰਤਾ ਵਾਲਾ ਕੰਮ। ਤੇਰੇ ਹੋ ਭੀਤ ਪਿਓ ਹੈ ਬੀਚੋ, ਭਾਂਬੀਰੀ ਕੇ ਪਾਟ ਪਾਰ ਦੋ। ਹੈ ਰੱਬ ਤੇਰੇ ਅੰਦਰ ਹੀ। ਲੇਕਿਨ ਜੇ ਤੂੰ ਉਹਦੇ ਨਾਲ ਸਹਿਜ ਦਾ ਮਿਲਾਪ ਚਾਹਨਾ, ਸਹਿਜ ਵਿੱਚ ਹੀ ਮਿਲਾਪ ਚਾਹਨਾ, ਪਹਿਲੇ ਕਹਿੰਦੇ ਸਹਿਜ ਸੱਚ ਸਮਾਈ ਹੈ। ਜੇ ਰੱਬ ਵਿੱਚ ਸਮਾਉਣਾ ਚਾਹਨਾ, ਸਹਿਜ ਰੱਬ ਤੇਰੇ ਅੰਦਰ ਹੀ ਹੈ। ਉਹ ਕਹਿੰਦੇ ਵੀ ਅੱਛਾ ਗੁਰ ਪ੍ਰਸਾਦੀ, ਗੁਰੂ ਦਾ ਪ੍ਰਸਾਦ ਕੀ ਹੈ? ਗੁਰੂ ਦੀ ਸਿੱਖਿਆ। ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਈ। ਅੱਛਾ ਗੁਰੂ ਦੀ ਸਾਖੀ ਕੀ ਹੈ? ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ। ਜਿਹਨੇ ਗੁਰੂ ਦੀ ਸਿੱਖਿਆ ਕੀ ਹੈ? ਗੁਰੂ ਦੀ ਬਾਣੀ ਹੀ ਗੁਰੂ ਦੀ ਸਿੱਖਿਆ ਹੈ। ਕਹਿੰਦਾ ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਜਿਹੜੀ ਗੁਰੂ ਦੀ ਸਿੱਖਿਆ ਹੈ ਨਾ, ਉਹ ਹੀ ਸੱਚੀ ਹੈ।
ਇਹ ਸਟਾਰਟ ਹੋਇਆ ਸੀ ਬਈ ਸੱਚਾ ਆਪ ਸਵਾਰਨ ਹਾਰਾ। ਇਹ ਗੁਰੂ ਕੀ ਸਾਖੀ ਜਿਹੜੀ ਹੈ ਨਾ ਉਹੀ ਸੱਚੀ ਹੈ। ਸੱਚੀ ਸਾਖੀ, ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਜਿਹੜੇ ਬੰਦੇ ਇਸ ਗੁਰੂ ਦੀ ਬਾਣੀ ਦੇ ਨਾਲ, ਸੱਚੀ ਸਿੱਖਿਆ ਦੇ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਸਹੀ ਇੱਜ਼ਤ ਮਾਨ ਪ੍ਰਾਪਤ ਹੁੰਦਾ ਹੈ। ਕਹਿੰਦੇ ਗੁਰ ਸਾਖੀ ਮਿਟਿਆ ਅੰਧਿਆਰਾ। ਕਹਿੰਦੇ ਗੁਰਬਾਣੀ ਇਸ ਜਗ ਵਿੱਚ ਚਾਨਣ। ਗੁਰੂ ਦੀ ਸਿੱਖਿਆ ਦੇ ਰਾਹੀਂ ਹੈ ਰੱਬ ਅੰਦਰ ਹੀ। ਉਹ ਤੇਰੇ ਅੰਦਰ ਕਿਨੂੰ ਕਦੇ ਬਾਹਰ ਢੂੰਡਣ ਜਾਣ ਦੀ ਲੋੜ ਨਹੀਂ। ਉਹ ਤੈਨੂੰ ਤੇਰੇ ਆਪਣੇ ਜੀਵਨ ਦੀ ਪੜਚੋਲ ਗੁਰੂ ਦੇ ਸ਼ਬਦ ਦੀ, ਗੁਰੂ ਦੀ ਸ਼ਬਦ ਦੀ ਕਿਰਪਾ ਸਦਕਾ ਹੀ ਮਿਲੇਗਾ। ਕਹਿੰਦੇ ਗੁਰ ਸਾਖੀ ਮਿਟਿਆ ਅੰਧਿਆਰਾ, ਕਿ ਉਹ ਕਹਿੰਦੇ ਗੁਰ ਸਾਖੀ ਕਾ ਉਜਿਆਰਾ। ਗੁਰੂ ਦੀ ਸਿੱਖਿਆਵਾਂ ਦੀ ਉਹ ਅਦਰਵਾਈਜ਼ ਕਿੰਨੇ ਗਿਆਨਹੀਨ ਦਾ ਗਿਆਨ ਪੂਜਾ ਵੀ ਤੂੰ ਕਰੀ ਜਾ, ਤੂੰ ਕਰਮ ਕਾਂਡ ਜਿਹੜੇ ਕਰੀ ਜਾਣਾ ਪੈਣਾ। ਜੇ ਤੂੰ ਗੁਰੂ ਦੇ ਸ਼ਬਦ ਦੇ ਉਜਿਆਰੇ ਉਹਦੀ ਇਨ ਲਾਈਟ ਆਫ ਦੈਟ ਨਹੀਂ ਕਰਦਾ ਨਾ, ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਤ ਅੰਧਾਰਾ। ਗੁਰੂ ਦੀ ਸਿੱਖਿਆ ਕਹਿੰਦੇ ਗੁਰ ਪ੍ਰਸਾਦੀ ਸਹਿਜ ਸਮਾਈ, ਹੈ ਰੱਬ ਸਭ ਦੇ ਅੰਦਰ, ਸਭਨਾ ਸੱਚ ਵਸੈ ਮਨ ਮਾਹੀ। ਕਹਿੰਦੇ ਗੁਰ ਪ੍ਰਸਾਦੀ ਸਹਿਜ ਸਮਾਈ, ਹੈ ਸਭ ਵਿੱਚ ਰੱਬ ਹੈ, ਲੇਕਿਨ ਜੇ ਉਹਦੇ ਵਿੱਚ ਸਮਾਣਾ ਚਾਹਨਾ, ਜੇ ਉਹਦੇ ਨਾਲ ਇਕਮਿਕ ਹੋਣਾ ਚਾਹਨਾ, ਗੁਰ ਪ੍ਰਸਾਦ ਤੋਂ ਬਿਨਾ ਹੋ ਗੱਲ ਉਹੀ ਚੱਲੀ ਜਾਂਦੀ ਪਈ। ਸਾਡੇ ਜੀਵਨ ਵਿੱਚ ਗੁਰੂ ਕਿਤਨਾ ਇੰਪੋਰਟੈਂਟ ਹੈ। ਰੱਬ ਸਾਰਿਆਂ ਵਿੱਚ ਹੈ। ਇਹਦੇ ਕੋਈ 90-95% ਬੰਦਾ ਐਕਸੈਪਟ ਫॉर ਅਥੀਸਟ, ਬਾਕੀ ਦੇ ਸਾਰੇ ਬੰਦੇ ਨੇ ਰੱਬ ਜਿਹੜਾ ਹੈ ਨਾ ਉਹ ਸਾਰਿਆਂ ਵਿੱਚ ਵਸਿਆ ਹੋਇਆ ਰੱਬ। ਕਹਿੰਦਾ ਲੇਕਿਨ ਗੁਰੂ ਦੀ ਕਿਰਪਾ ਤੋਂ ਬਿਨਾਂ ਜਿਹੜਾ ਹੈ ਨਾ ਉਹਦੇ ਸਮਾ ਨਹੀਂ ਸਕੇਗਾ। ਕਹਿੰਦਾ ਫਿਰ ਜਿਹੜਾ ਬੰਦਾ, ਜੇ ਸਾਨੂੰ ਗੁਰੂ ਦੀ ਇੰਪੋਰਟੈਂਸ ਪਤਾ ਚੱਲ ਜਾਵੇ, ਫਿਰ ਬੰਦਾ ਤੇ ਗੁਰ ਕਰਨ ਦਾ ਮਤਲਬ ਅਸੀਂ ਕੀ ਕਹਿੰਦੇ ਆ ਕਿ ਕਿਸੇ ਕੰਮ ਨੂੰ ਬਹੁਤ ਪਹਿਲ ਦੇਣੀ। ਅੱਛਾ ਮੈਂ ਕੰਮ ਕਿਉਂ ਨਹੀਂ ਕਰਨਾ? ਕਿਉਂਕਿ ਗੁਰੂ ਕਹਿੰਦਾ ਨਹੀਂ ਕਰਨਾ। ਇਹ ਕੰਮ ਕਿਉਂ ਕਰਨਾ ਹੈ? ਗੁਰੂ ਕਹਿੰਦਾ ਕੰਮ। ਅਸੀਂ ਆਮ ਤੌਰ ਤੇ ਬੱਚਿਆਂ ਨੂੰ ਦੇਖੋ ਨਾ, ਮੇਰੀ ਮਿਸ ਨੇ ਐਸਾ ਬੋਲਾ ਹੈ, ਮੈਂ ਅੱਛਾ ਅਸੀਂ ਬੱਚਿਆਂ ਨੂੰ ਕਹਿੰਦਾ ਇਹ ਕਰਨਾ ਕਰ, ਇਹ ਕਰ। ਨਹੀਂ, ਮੇਰੀ ਮਿਸ ਨੇ ਐਸਾ ਬੋਲਾ ਹੈ ਇਸ ਲਈ ਮੇਰੇ को ऐसा ही करना है। ਉਹ ਆਪਣੀ ਟੀਚਰ ਨੂੰ ਇੰਪੋਰਟੈਂਸ ਦਿੰਦੇ ਹੁੰਦੇ ਨੇ ਉੱਥੇ। क्योंकि अच्छा बंदा कहता अच्छा झूठ बोल रहा है। वी हैड अ डिस्कशन अपने प्लेटफॉर्म ਤੇ ਵੀ ਸੀ ਵੀ ਕਾਰੋਬਾਰ से झूठ बोलना ਪੈਂਦਾ। ਬੰਦਾ ਕਿ ਨਹੀਂ, ਜਿਹੜਾ ਗੁਰੂ ਕਰਨ ਵਾਲਾ ਬੰਦਾ ਕੀ ਕਹੇਗਾ? ਨਹੀਂ, ਗੁਰੂ ਇਜਾਜ਼ਤ ਨਹੀਂ ਦਿੰਦਾ। ਜੋ ਅੱਛਾ ਗੁਰੂ ਕਈ ਗੱਲਾਂ ਨੂੰ ਕਹਿੰਦਾ ਹੈ ਵੀ ਫਰੀਦਾ ਬੁਰੇ ਦਾ ਭਲਾ ਕਰ, ਕੋਈ ਚੋਇਸ ਨਹੀਂ, ਤੂੰ ਕਰ। ਤੇ ਗੁਰੂ ਦੀ ਅਗਵਾਈ ਨੂੰ ਪਹਿਲ ਦੇਣਾ, ਇਹ ਗੁਰੂ ਕਰਨਾ ਹੈ। ਅਸੀਂ ਕਰਨੇ ਕੀ ਆ? ਸਾਡਾ ਦੇਖਾਂਗੇ ਕਦੋਂ ਸਾਡੀ ਕਮਿਟਮੈਂਟ ਨੂੰ ਕਦੋਂ ਦੇਖ ਸਕਦਾ ਬੰਦਾ? ਸਾਡੇ ਘਰ ਕੋਈ ਦੁੱਖ ਸੁੱਖ ਦਾ, ਕੋਈ ਸਾਡੇ ਘਰ ਵਿਆਹ ਹੈ, ਸਾਡੇ ਘਰ ਕੋਈ ਰੱਬ ਨਾ ਕਰੇ ਕੋਈ ਮਾੜਾ ਇਵੈਂਟ ਹੋ ਜਾਵੇ ਨਾ, ਤਦੋਂ ਸਾਡੇ ਹਾਲਾਤ ਸਾਹਮਣੇ ਆਉਂਦੇ ਨੇ ਕਿ ਬੰਦਾ ਜ਼ਿੰਦਗੀ ਭਰ ਅੱਛੀਆਂ ਗੱਲਾਂ ਜੋ ਵੀ ਮਰਜ਼ੀ ਕਰਦਾ ਰਿਹਾ, ਘਰ ਵਿਆਹ ਆਇਆ ਤੇ ਫਿਰ ਉਹੀ ਸਾਰੇ ਕੰਮ ਲੈਣਾ, ਉਹੀ ਸਾਰੇ ਲੋਕ ਲੱਜਾ। ਉਹ ਕਹਿੰਦਾ ਲਾਜ ਮਰੰਤੀ ਮਰ ਗਈ। ਮੈਂ ਲੋਕ ਲਾਜ ਵਿੱਚ ਨਾ ਦੇਖੋ ਕਬੀਰ ਸਾਹਿਬ ਦੇ ਸ਼ਲੋਕਾਂ ਕਹਿੰਦੇ ਨੇ, ਕਬੀਰ ਡੂਬੇ ਗੋਰੇ ਬਾਪਰੇ ਬਹੁ ਲੋਗਨ ਕੀ ਕਾਣ। ਤੂੰ ਸਾਰਿਆਂ ਦੀ ਕਾਣ ਕੱਢਦਾ ਰਹੇਗਾ ਨਾ, ਇਹ ਕੀ ਕਹੇਗਾ, ਉਹ ਕੀ ਕਹੇਗਾ, ਫਲਾਣਾ ਬੰਦਾ ਕੀ ਕਹੇਗਾ, ਕਹਿੰਦੇ ਡੁੱਬ ਜਾਏਗਾ। डूबे गोरे बाप रे वो लोगन की कान, पड़ोसी के जो हुआ तू, पड़ोसी चले जा चुका है थोड़ी, तू अपना सवार, तू ना वो गुरु कर जिंदगी विच, लोक लाज विच मर ना जाए। लाज मरंती मर गई। जब नाची तब घूंघट कैसा, मटकी फोड़ निरारी। मैं जो दुनियादारी वाली मटकी मेरे सिर तो चुकी हुई सी ना, फलाना बंदा की कहेगा, वो की कहेगा, सारा समाज ही ओकन है, नहीं समाज ही सारे चलना पेगा, सारे बंदे ओकन कर देने। जब नाची तब घूंघट कैसा, मटकी फोड़ निरारी। मैं वो दुनियादारी वाला भांडा जो मेरे सिर के उत्ते चुकिया सी ना, वो चलना दुनिया पत, फरीदा दर दरवेशी गाखड़ी, चलना दुनिया पत, बन उठाई पोटली। ये दुनियादारी वाली पोटली ऐसे साडे सिर ते चुकी हुई, बन उठाई पोटली, थे वंजा घत, दुनी वजाई वजदी, हम भी वजा नाल। जिस तरह दुनिया चलती है ना, जिस चाल विच, बाकी सारी उसी चाल विच चली, दुनी वजाई वजदी, हम भी वजा ना। कहता सोई जियो ना वजदा जिस अल्लाह करदा सार। सिर्फ वो जी जिहड़ा है ना, वो दुनियादारी वाली ट्यून्स विच नचेगा नहीं। कौन नहीं नचेगा? कहता जिस अल्लाह करदा सार। ਜਿਹੜਾ ਗੁਰੂ ਕਰੇਗਾ, ਕਹਿੰਦਾ ਨਹੀਂ। ਅੱਛਾ ਗੁਰੂ ਜੇ ਇਸ ਗੱਲ ਦੀ ਅਗਵਾਈ ਗੁਰੂ ਨਹੀਂ ਕਰਦਾ, ਮੈਂ ਕਿਵੇਂ ਗੁਰੂ ਕਰਨ ਦਾ ਮਤਲਬ ਉਹ ਕਹਿੰਦਾ ਪਾਠ ਪੜ੍ਹੇ ਮੁਖ ਝੂਠੋ ਬੋਲੇ।
निगुरे की मत एह, हालत की है कहते पाठ भी पढ़ना पे, लेकिन हालत की कहते पाठ पढ़े मुख झूठो बोले, जीवन जांच की हो सकती है। कहते निगुरे की मत एह, किसी गुरु वाले की मत नहीं हो सकती। गुरु गुरु करने का मतलब ही है कहते गुरु गुरु करत सदा सुख पाया, जिन्हें गुरु की अगवाई नूं पहल दी ना, कहते गुरु गुरु करत शरण जो आवे, जो गुरु गुरु करता रब की शरण में आ जावेगा, गुरु गुरु करत शरण जो आवे, कहते प्रभ आए मिले खिन ढील न पईया, आज मिलावा शेख फरीद, रब नूं मिलना चाहना, वो बाद दे मिलने वाली कोई गल नहीं। आज मिलावा शेख फरीद किवें, कहते टाकम कूंजड़ियां मनो मचिंदड़ियां, ਜਿਹੜੇ ਇਹ ਵਿਖਾਰੀ ਥਾਟ ਪ੍ਰੋਸੈਸ ਜਿਹੜੇ ਕੂੰਜੀਆਂ ਨੇ ਨਾ, ਜੋ ਤੇਰੇ ਮਨ ਨੂੰ ਬਹੁਤ ਡਿਸਟਰਬ ਕਰਦੀਆਂ ਨੇ, ਉਹਨਾਂ ਨੂੰ ਬਸ ਕੱਢ ਦੇ। ਰੱਬ ਦੇ ਇੱਥੇ ਆਜ ਮਿਲਾਵਾ, ਕਹਿੰਦਾ ਪ੍ਰਭ ਆਏ ਮਿਲੇ ਖਿਨ ਢੀਲ ਨਾ ਪਈਆ, ਇੱਕ ਸੈਕਿੰਡ ਵਾਸਤੇ ਉਹਨੇ ਤਾਂ ਦੇਰੀ ਲਗਾਣੀ ਨਹੀਂ। ਹੋਏਗਾ ਕਦੋਂ, ਕਹਿੰਦਾ ਗੁਰੂ ਗੁਰੂ ਕਰ ਸ਼ਰਨ ਜਿਆ, ਜੇ ਗੁਰੂ ਦੀ ਅਗਵਾਈ ਵਿੱਚ ਉਹ ਆ ਗਏ ਨਾ, ਕਹਿੰਦੇ ਨੇ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਮ, ਇਹ ਸੰਸਾਰ ਸਾਗਰ ਤੋਂ ਲੰਘਣ ਵਾਸਤੇ ਗੁਰੂ ਹੀ ਬੇੜੀ ਹੈ, ਗੁਰੂ ਹੀ ਪੌੜੀ ਹੈ। ਉੱਤੇ ਆਤਮਿਕ ਜੀਵਨ ਚੜ੍ਹਨਾ ਚਾਹੁੰਦਾ ਹੈ, ਗੁਰੂ ਹੀ ਪੌੜੀ ਹੈ। ਇਸ ਭੌ ਸਾਗਰ ਤੋਂ ਤਰਨਾ ਚਾਹੁੰਦਾ ਹੈ, ਗੁਰੂ ਹੀ ਉਹ ਬੇੜੀ ਹੈ। ਗੁਰ ਤੁਲਹਾ ਹਰ ਨਾਮ, ਇਹ ਪਰਮਾਤਮਾ ਦਾ ਨਾਮ ਹੀ ਸਭ ਕੁਝ ਹੈ। ਤੇ ਗੁਰੂ ਗੁਰੂ ਕਰਨ ਦਾ ਮਤਲਬ ਇਹ ਨਹੀਂ ਕਿ ਗੁਰੂ ਗੁਰੂ ਕਰੀ ਜਾਈਏ, ਔਰ ਗੁਰੂ ਜੋ ਕਹਿੰਦਾ ਹੈ ਉਸ ਕੋ ਖੁਦ ਬਿਲਕੁਲ ਅਵੇਸਲੇ ਅਸੀਂ ਵਿਚਾਰਦੇ ਵੀ ਨਹੀਂ ਪਏ। ਕਈਆਂ ਦੇ ਜੀਵਨ ਵਿੱਚ ਤੇ ਬਤੋ I have a बहुत अच्छे फ्रेंड ने, अजय समन तो अच्छे फ्रेंड ही ने वैसे थे, वो किसी पर्टिकुलर संस्था ਨਾਲ ਜੁੜੇ ਨੇ। ਕਹਿੰਦੇ ਅਸੀਂ ਉੱਥੇ ਜਾਂਦੇ ਆ ਨਾ, ਉੱਥੇ ਕਹਿੰਦੇ ਸਵੇਰੇ ਜਿਹੜਾ ਹੈ ਨਾ ਉਹ 4 ਤੋਂ 5 ਵਜੇ ਨਾਮ ਸਿਮਰਨ ਹੁੰਦਾ ਹੈ। ਉੱਥੇ ਨਾ ਉਹ ਸਾਰਾ ਹਾਲ ਭਰਿਆ ਹੋਇਆ ਹੁੰਦਾ, ਸਾਰਾ ਹਾਲ ਭਰਿਆ ਹੋਇਆ ਹੁੰਦਾ, ਤੇ ਉਸ ਤੋਂ ਬਾਅਦ ਫਿਰ ਉਹ ਸਿਮਰਨ ਖਤਮ ਹੁੰਦਾ, ਉਸ ਤੋਂ ਬਾਅਦ ਨਾ ਨਿਤਨੇਮ ਦੀਆਂ ਬਾਣੀਆਂ ਸ਼ੁਰੂ ਹੋ ਜਾਂਦੇ ਨੇ। ਤੇ ਕਹਿੰਦੇ ਬੰਦੇ ਜਾ ਕੇ ਨਾ ਆਪਣੇ ਆਪਣੇ ਰੂਮ ਵਿੱਚ ਆਰਾਮ ਕਰਦੇ, ਜਿਹਦੀ ਵਾਹ ਕੀਤੀ ਉਹ ਤਾਂ ਸੁਣਿਆ ਹੀ ਨਹੀਂ। ਜਿਸ ਗੁਰੂ ਨੂੰ ਤੂੰ ਵਾਹ 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 1 ਘੰਟਾ ਕਹਿੰਦਾ ਰਿਹਾ, ਉਹਦੀ ਗੱਲ ਸੁਣੀ ਆ? ਜਦੋਂ ਬਾਕੀ ਆਸਾ ਦੀ ਵਾਰ ਪੜ੍ਹੀ ਜਾਣੀ ਸੀ, ਆਸਾ ਦੀ ਵਾਰ ਵਿੱਚ ਗੁਰੂ ਨੇ ਬੋਲਣਾ ਸੀ, ਗੁਰੂ ਨੇ ਕੋਈ ਜੀਵਨ ਜਾਚ ਦੇਣੀ ਸੀ, ਗੁਰੂ ਨੇ ਕਹਿਣਾ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹ ਤੇ ਸੁਣਿਆ ਹੀ ਨਹੀਂ। 1 ਘੰਟਾ ਪਰ ਵਾਹ 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 ਵਾਹ, ਬੰਦਾ ਕਿਸੇ ਮੁਸ਼ਾਇਰੇ ਵਿੱਚ ਜਾਵੇ, ਸੁਣੇ ਕੱਖ ਨਾ, ਉੱਥੇ ਜਾ ਕੇ ਵਾਹ 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 ਕਰਕੇ ਆ ਜਾਵੇ। ਤੇ ਗੁਰੂ ਗੁਰੂ ਕਰਨ ਦਾ ਮਤਲਬ ਗੁਰੂ ਦੀ ਅਗਵਾਈ ਨੂੰ ਪਹਿਲ ਦੇਣਾ, ਗੁਰੂ ਗੁਰੂ ਕਰਤ ਸਦਾ ਸੁਖ ਪਾਇਆ, ਗੁਰ ਚਰਨੀ ਚਿਤ ਲਾਈ ਹੈ। ਗੁਰੂ ਦੇ ਚਰਨ ਬਹੁਤ ਕਹਿੰਦੇ, ਗੁਰੂ ਦੇ ਚਰਨ ਹੈ ਕਿ ਵੀ ਉਹ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ, ਉਹਦੇ ਚਰਨ ਕੀ ਨੇ? ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਹੀ ਉਹਦੇ ਚਰਨ ਨੇ। ਕਹਿੰਦੇ ਵੀ ਗੁਰ ਚਰਨੀ ਚਿਤ ਲਾਈ, ਉਹਨੇ ਆਪਣਾ ਚਿਤ ਗੁਰੂ ਦੇ ਚਰਨਾਂ ਵਿੱਚ, ਸ਼ਬਦ ਵਿੱਚ। ਗੁਰੂ ਸਾਡੇ ਜੀਵਨ ਵਿੱਚ ਕਿਤਨਾ ਇੰਪੋਰਟੈਂਟ ਹੈ। ਅਸੀਂ ਜੇ ਅੱਛਾ ਗੁਰੂ ਸਤਿਗੁਰੂ ਪਰਮੇਸ਼ਰ ਮੇਰਾ ਕਿਉਂ ਕਹਿੰਦੇ ਪਏ ਆ? ਫਿਰ ਗੁਰੂ ਹੈ ਹੀ ਇਤਨਾ ਇੰਪੋਰਟੈਂਟ ਸਾਡੇ ਵਾਸਤੇ। ਹਾਂਜੀ ਧੰਨਵਾਦ ਵੀਰ ਜੀ। ਗੁਰਬਾਣੀ ਦੇ ਉਦਾਹਰਨ ਦੇ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਗੁਰੂ ਦੇ ਬਾਬਤ ਵੀ ਆਪ ਜੀ ਨੇ ਬਹੁਤ ਸੋਹਣੇ ਵਿਚਾਰ ਰੱਖੇ, ਪਰ ਗੁਰੂ ਦੇ ਜਿਹੜਾ ਗੁਰੂ ਸਾਹਿਬ ਆਪ ਹੀ ਸਾਡਾ ਭੁਲੇਖਾ ਵੀ ਦੂਰ ਕਰ ਦੇਣ। ਅੰਧੇ ਗੁਰੂ ਤੇ ਭਰਮ ਨਾ ਜਾਏ, ਕਿਧਰੇ ਅਸੀਂ ਗੁਰੂ ਹਰੇਕ ਨੂੰ ਗੁਰੂ ਨਾ ਸਮਝ ਲਈਏ। ਹਰ ਉੱਚੇ ਥਾਂ ਤੇ ਬੈਠੇ चिट्टे या भगवे कपड़े पा के बैठे ਨੂੰ ਅਸੀਂ ਗੁਰੂ ਨਾ ਸਮਝ ਲਈਏ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾ ਹੀ ਠਾਓ, ਚੇਲਿਆਂ ਨੂੰ ਵੀ ਟਿਕਾਣਾ ਨਹੀਂ ਮਿਲਣਾ। ਅਸੀਂ ਗੁਰੂ ਦੇ ਸ਼ਿਸ਼ਯ ਬਣਨਾ, ਸਿੱਖ ਬਣਨਾ, ਪਰ ਕਿਹੜੇ ਗੁਰੂ ਦੇ ਬਣਨਾ ਇਹ ਵੀ ਸਾਨੂੰ, ਸਤਿਗੁਰੂ ਦੇ ਅਸੀਂ ਸਿੱਖ ਬਣਨਾ, ਇਹ ਵੀ ਸਾਨੂੰ ਵਿਚਾਰਨ ਦੀ ਲੋੜ ਹੈ, ਕਿਉਂਕਿ ਗੁਰੂ ਅੱਖਰ ਤੇ ਭੁਲੇਖੇ ਵੀ ਬੜੇ ਬਣ ਗਏ। ਧੰਨਵਾਦ ਆਪ ਜੀ ਦਾ। ਆਪ ਜੀ ਵਿਚਾਰ ਰੱਖ ਰਹੇ ਸੀ, ਦਿਲ ਕਰ ਰਿਹਾ ਸੀ ਸੁਣਦੇ ਰਹੀਏ, ਪਰ ਥੋੜਾ ਜਿਹਾ ਸਮੇਂ ਦਾ ਵੀ ਸਾਡੀ ਲਿਮਿਟੇਸ਼ਨ ਹੈ, ਤੇ ਬੇਨਤੀ ਹੈ ਸਾਰੇ ਵਿਚਾਰਕਾਂ ਨੂੰ ਕਿ ਥੋੜਾ ਸਮੇਂ ਦਾ ਧਿਆਨ ਰੱਖ ਕੇ ਵਿਚਾਰ ਰੱਖੋ। ਜੀ ਭੂਆ ਜੀ। ਸਭਨਾ ਸੱਚ ਵਸੇ ਮਨ ਮਾਈ, ਗੁਰ ਪ੍ਰਸਾਦੀ ਸਹਿਜ ਸਮਾਈ। ਗੁਰ ਪ੍ਰਸਾਦੀ, ਉਸ ਗੁਰੂ ਦੀ ਸਿੱਖਿਆ, ਉਸਦੀ ਗ੍ਰੇਸ, ਉਹਦੀ ਸਿੱਖਿਆ ਲੈਣਾ ਹੀ ਉਸਦੀ ਗ੍ਰੇਸ ਹੈਗੀ ਹੈ। ਜਦੋਂ ਉਹਦੀ ਗੁਰੂ ਦੀ ਸਿੱਖਿਆ, ਉਸਦੇ ਕਨਸੈਪਟਸ, ਉਹਦੇ ਹੁਕਮ, ਨਾਮ, ਗੁਣਾਂ ਨੂੰ ਜਦੋਂ ਮਨ ਧਾਰਦਾ ਹੈ, ਸੋਧਦਾ ਹੈ, ਤੇ ਸਭਨਾ ਸੱਚ ਵਸੇ ਮਨ ਮਾਈ, ਉਹ ਆਪਣੀ ਪੂਰੀ ਸ੍ਰਿਸ਼ਟੀ ਅੰਦਰ ਮਨ, ਇੰਦਰੀਆਂ, ਅੰਗ
ਔਰਗਨ ਸਾਰੇ ਟੋਟਲੀ ਉਸ ਦੇ ਅੰਦਰ ਵਸ ਜਾਂਦੇ ਹਨ। ਵਸਣ ਦੇ ਨਾਲ ਕੀ ਹੁੰਦਾ ਕਿ ਉਸ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ, ਅਡੋਲਤਾ। ਜਿਹੜੇ ਡੱਕੇ ਡੋਲੇ ਖਾ ਰਿਹਾ ਸੀ ਉਹ ਹੁਣ ਇੱਕਦਮ ਸਹਿਜ ਅਵਸਥਾ ਵਿੱਚ ਆ ਗਿਆ, ਅਡੋਲਤਾ ਵਿੱਚ ਆ ਗਿਆ ਹੈ, ਕਿਉਂਕਿ ਉਸਨੇ ਗੁਰੂ ਦੀ ਸਿੱਖਿਆ ਲੈ ਕੇ ਆਪਣੀ ਪੂਰੀ ਸ੍ਰਿਸ਼ਟੀ ਬਹੁਤ ਹੀ ਸੋਹਣਾ ਬਣਾ ਲਿੱਤਾ ਹੈ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਨੀ ਚਿਤ ਲਾਈ ਹੈ। ਗੁਰ ਗੁਰ ਹੀ ਗੁਣ ਹੈ, ਸਿੱਖਿਆ ਹੈ, ਸਾਨੂੰ ਦ੍ਰਿੜ ਕਰਾ ਰਹੇ ਗੁਰੂ ਸਾਹਿਬ ਕਿ ਇਹ ਚੀਜ਼ ਕੀ ਕਰਨਾ ਹੈ। ਕਰਤ ਕੀ ਹੈ? ਕਰਤ ਮੀਨਿੰਗ ਹੈ ਇੰਪਲੀਮੈਂਟ ਕਰਨਾ, ਇਨਟਿਊਨਡ ਕਰਨਾ। ਤੇ ਚਰਨੀ ਕੀ ਹੈ? ਚਰਨੀ ਇਸ ਜਿਹੜੇ ਪੈਰ ਹਨ, ਪੈਰ ਦਾ ਕੰਮ ਕੀ ਹੈ ਕਿ ਚੱਲਣਾ, ਚੱਲਣਾ। ਤੇ ਗੁਰੂ ਦੀ ਚਰਨੀ ਕਹਿ ਰਿਹਾ ਕਿ ਗੁਰੂ ਦੇ ਜਿਹੜੇ ਮਾਰਗ ਹੈ, ਸਿੱਖਿਆ, ਜਦੋਂ ਮਨ ਉਸ ਵਿੱਚ ਚੱਲਦਾ ਹੈ, ਸਮਝੋ ਕਿ ਉਹ ਆਪਣਾ ਮਨ, ਆਪਣਾ ਚਿੱਤ ਉਸ ਚਰਨੀ, ਉਸ ਮਾਰਗ, ਉਸ ਗਿਆਨ ਦੇ ਵਿੱਚ ਲਗਾ ਲੈਂਦਾ ਹੈ। ਫਿਰ ਗੁਰ ਗੁਰ ਕਰਤ ਸਦਾ ਸੁਪਾਈ, ਜਦੋਂ ਉਹ ਵਿਰਲਾ ਮਨ, ਸਾਡਾ ਵਿਰਲਾ ਮਨ ਜਦੋਂ ਉਸ ਗੁਰੂ ਦੇ ਗਿਆਨ ਦੇ, ਸਿੱਖਿਆ ਦੇ ਮਾਰਗ ਦੇ ਨਾਲ ਮਨ ਨੂੰ ਟਿਊਨਡ ਕਰ ਲੈਂਦਾ ਹੈ, ਇੰਪਲੀਮੈਂਟ ਕਰਕੇ ਟਿਊਨਡ ਕਰ ਲੈਂਦਾ ਹੈ, ਤੇ ਫਿਰ ਸਦਾ ਹੀ ਸੁਖ ਪਾਉਂਦਾ ਹੈ। ਕਿਉਂਕਿ ਗੁਣ, ਸਿੱਖਿਆ, ਹੁਕਮ, ਕਨਸੈਪਟ ਇਕੁਅਲਸ ਟੂ ਸੁਖ। ਹਾਂਜੀ, ਧੰਨਵਾਦ ਭੂਆ ਜੀ। ਆਪ ਜੀ ਨੇ ਮਨ ਤੇ ਟੁਕਾ ਕੇ ਬੜੀ ਖੂਬਸੂਰਤ ਤਰੀਕੇ ਨਾਲ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ ਹੈ, ਜੀ ਆਇਆਂ ਨੂੰ ਵੀਰ ਜੀ। ਅੱਜ ਮਾਰੂ ਸੋਲੇ ਮਹਿਲਾ ਚੌਥੇ ਦੇ ਸੋਲਿਆਂ ਦਾ ਆਰੰਭਤਾ ਹੋਈ ਹੈ। 2 ਪਦਿਆਂ ਤੱਕ ਦਾ ਉਹਨੇ ਪਾਠ ਹੋ ਚੁੱਕਾ ਹੈ ਜੀ। ਥੋੜਾ ਜਿਹਾ ਹਲਕਾ ਜਿਹਾ ਸਮੇਂ ਦਾ ਥੋੜਾ ਧਿਆਨ ਰੱਖ ਕੇ। ਅੱਛਾ ਜੀ, ਪਹਿਲਾਂ ਤੇ ਕੋਈ ਇੱਕ ਬਾਣੀ ਦੀ ਬਣਤਰ, ਪਿਛਲੇ ਜਿਹੜੇ ਸ਼ਬਦ ਖਤਮ ਹੋ ਗਏ ਨੇ ਉਹ ਮਹਿਲਾ ਤੀਜਾ ਦੇ ਸਨ, ਉਹਦੇ ਐਂਡ ਤੇ 2 ਲਿਖਿਆ ਹੋਇਆ ਹੈ। ਉਹ ਇੱਕ ਹੋਰ ਫੈਕਲਟੀ ਫਿਕਸਅਪ ਕਰਨ ਦਾ ਢੰਗ ਸੀ। ਉਹਦੇ 'ਚ ਬਾਰ-ਬਾਰ ਨੈਗੇਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ, ਉਹ ਕੰਟਰਾਸਟ ਸਮਝਾਇਆ ਸੀ ਫਿਕਸਅਪ ਕਰਨ ਬਾਰੇ, ਉਸ ਮਨ ਨੂੰ ਰਿਅਲਾਈਜੇਸ਼ਨ ਸੀ। ਹੁਣੇ ਅੱਜ ਜਿਹੜਾ ਸ਼ੁਰੂ ਹੋਇਆ ਮਾਰੂ ਸੋਲੇ ਮਹਿਲਾ ਚੌਥਾ, ਮੈਂ ਹੁਣੇ ਛੇਤੀ ਨਾਲ ਸਾਰਾ ਸਕਰੋਲ ਕਰਕੇ ਦੇਖਿਆ, ਅਖੀਰ ਤੇ ਇਹਦੇ ਲਿਖਿਆ ਹੋਇਆ 1। ਇਹ ਜਿਹੜਾ 1 ਦਾ ਮਤਲਬ ਹੈ, ਇਹ ਹੁਣ ਗੁਰੂ ਸਾਹਿਬ ਇੱਕ ਹੋਰ ਐਂਗਲ ਤੋਂ ਸਮਝਾ ਰਹੇ ਨੇ। ਇਹਦੇ ਵਿੱਚ ਮੈਕਸਿਮਮ ਪੰਕਤੀਆਂ ਨਾ ਪੋਜ਼ਿਟਿਵ ਨੇ, ਕੋਈ ਵੀ ਨੈਗੇਟਿਵ ਨਹੀਂ ਹੈ, ਔਰ ਸਾਰੀਆਂ ਪੰਕਤੀਆਂ ਵਿੱਚੋਂ ਨਿਚੋੜ ਨਿਕਲੇਗਾ ਸਮਰਪਣ। ਜਿਸ ਤਰ੍ਹਾਂ ਪਿਛਲੇ ਨੈਗੇਟਿਵ ਵੀ ਬਹੁਤ ਸਾਰੀਆਂ ਸਨ, ਇਹਦੇ 'ਚ ਨਹੀਂ ਨੇ, ਇਹਦੇ 'ਚ ਸਾਰਾ ਸਮਰਪਣ ਨਿਕਲੇਗਾ। ਇਹ ਬਾਣੀ ਦੀ ਬਣਤਰ ਦਾ ਜਿਹੜਾ ਢੰਗ ਹੈ ਨਾ, ਇਹ ਜਿਹੜਾ ਨੁਕਤਾ ਹੈ ਨਾ, ਗੁਰੂ ਸਾਹਿਬ ਦਾ ਬੜਾ ਕੀਮਤੀ ਢੰਗ ਹੈ। ਹੁਣ ਇਸ ਢੰਗ ਵਿੱਚ ਇੱਥੇ ਆ ਕੇ ਇਸ ਪ੍ਰਕਰਨ ਵਿੱਚ ਇਹ ਸ਼ੁਰੂ ਹੋਏਗਾ ਜਿਹੜਾ ਪਿਛਲੇ ਪਦੇ ਵਿੱਚ ਉਹਨਾਂ ਨੇ ਸਾਨੂੰ ਲਿਆ ਕੇ ਸਮਝਾਇਆ ਸੀ ਨਾ, ਜਿੱਥੇ ਲੈਂਡ ਕੀਤਾ ਸੀ, ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਦੀਵਾਲੇ, ਅਵਰ ਨਾ ਕੋਈ, ਨਾਨਕ ਨਾਮ ਵੀ ਵਡਿਆਈ, ਆਪ ਗਵਾਏ ਸੁਖ ਪਾਇਆ। ਉਹ ਜਿਹੜਾ ਆਪ ਗਵਾਇਆ ਨਾ, ਜਿਹਨੇ ਆਪਾ ਗਵਾਇਆ ਔਰ ਉਹ ਆਪਣੀ ਸ੍ਰਿਸ਼ਟੀ ਸਾਜਣ ਯੋਗ ਹੋਇਆ ਔਰ ਆਪਣੇ ਅਵਗੁਣਾ ਵੱਲੋਂ ਮਰ ਕੇ ਉਹਨੇ ਸੱਚ ਦਾ ਜੀਵਨ ਪ੍ਰਾਪਤ ਕੀਤਾ। ਹੁਣ ਉਹਦੀ ਗੱਲ ਚੱਲ ਰਹੀ ਹੈ ਕਿ ਉਹ ਕਹਿੰਦਾ ਮੈਨੂੰ ਪ੍ਰਾਪਤ ਕਿੱਥੋਂ ਹੋਇਆ ਹੈ, ਉਹ ਤੇ ਉਹਦੀ ਸਾਰੀ ਸ੍ਰਿਸ਼ਟੀ। ਹੁਣ ਇਹ ਬਾਣੀ ਦੀ ਬਣਤਰ, ਇੱਥੋਂ ਮੇਰਾ ਟਾਈਮ ਸ਼ੁਰੂ ਹੋਏਗਾ ਕਿ ਇਹ ਬਾਣੀ ਦੀ ਬਣਤਰ ਦਾ ਵੀ ਤੁਸੀਂ ਮੇਰਾ ਕਾਊਂਟ ਕਰਨਾ ਹੈ। ਹੈਲੋ ਜੀ ਵੀਰ ਜੀ, ਆਵਾਜ਼ ਆ ਰਹੀ ਹੈ ਆਪ ਜੀ ਦੀ? ਅੱਛਾ ਜੀ, ਮੈਂ ਕਹਿ ਰਿਹਾ ਸੀ ਇਹ ਬਾਣੀ ਦਾ ਬਣਤਰ ਦਾ ਨੁਕਤਾ ਜੇ ਅਸੀਂ ਇਹ ਵੀ ਵਿਚਾਰਿਆ ਕਰੀਏ ਨਾ ਤਾਂ ਹੋਰ ਫਾਇਦਾ ਹੋਏਗਾ ਬਾਣੀ ਦੀ ਬਣਤਰ। ਠੀਕ ਹੈ ਜੀ ਜੀ, ਜ਼ਰੂਰ ਵੀਰ ਜੀ। ਸੋ ਹੁਣ ਉਸ ਮਨ ਦੀ ਅਵਸਥਾ ਦੀ ਅੱਗੇ ਗੱਲ ਚੱਲ ਰਹੀ ਹੈ। ਉਹ ਮਨ ਕਹਿੰਦਾ ਹੈ ਕਬੀਰ ਸਾਹਿਬ ਵਾਂਗੂ, ਮੈਂ ਨਾ ਮਰੂੰ ਮਰਬੋ ਸੰਸਾਰਾ, ਕਿਉਂ ਅਬ ਮੋਏ ਮਿਲੇ ਹੋਇਆ ਜੀਆਵਨ ਹਾਰਾ। ਜਿਸ ਜੀਆਵਨ ਹਾਰਾ ਨੇ ਮੈਨੂੰ ਮੇਰੀ ਅਵਗੁਣਾ ਦੀ ਸ੍ਰਿਸ਼ਟੀ ਖਤਮ ਕਰਕੇ ਨਵੀਂ ਸ੍ਰਿਸ਼ਟੀ ਸਾਜਣ ਦੀ ਅਕਲ ਦਿੱਤੀ ਹੈ ਨਾ, ਉਹਦੇ ਨਾਲ ਮੈਂ ਆਪਾ ਸਵਾਰਦਾ ਹਾਂ। ਉਹਨੂੰ ਕਹਿੰਦੇ ਨੇ ਗਾਵੇ ਕੋ ਸਾਜ ਕਰੇ ਤਨਖੇ। ਉਹ ਆਪਣੀ ਹੁਣ ਅੰਦਰ ਦੀ ਸਾਜਨਾ ਕਰਦਾ ਹੈ, ਅਵਗੁਣਾ ਨੂੰ ਖਤਮ ਕਰ ਲੈਂਦਾ ਹੈ। ਉਹ ਇਹ ਵਾਲੇ ਗੁਣ ਗਾਉਂਦਾ ਹੈ ਔਰ ਉਹ ਹੁਣ ਕਹਿੰਦਾ ਮੇਰੇ ਅੰਦਰ ਰੱਬ ਜੀ ਵਸਦੇ ਨੇ। ਇਹ ਜਿਹੜਾ ਆਪ ਹੈ ਨਾ, ਆਪ ਦੇ ਪੱਪੇ ਨੂੰ ਸਿਆਰੀ, ਇਹ ਉਹੀ ਮਨ ਕਹਿ ਰਿਹਾ ਹੈ। ਉਹ ਸੱਚਾ ਆਪ ਸਵਾਰਨ ਹਾਰਾ, ਉਹ ਰੱਬ ਸੱਚਾ ਹੈ, ਉਹਦੀ ਮੱਤ ਲੈ ਕੇ ਸਵਾਰਨ ਯੋਗ ਹੋ ਗਿਆ ਵਾਂ ਮੈਂ। ਇਹ ਉਹ ਆਪ ਸਵਾਰਨ ਹਾਰਾ ਹੋ ਗਿਆ, ਆਪਣੇ ਅਵਗੁਣ ਸਾਰੇ ਸਵਾਰਦਾ ਹੈ। ਅਵਰ ਨਾ ਸੂਝਸ ਬੀਜੀ ਕਾਰਾ, ਕਹਿੰਦਾ ਮੈਨੂੰ ਤੇ ਹੁਣ ਕੋਈ ਸੁਝਦਾ ਹੀ ਨਹੀਂ ਹੈ, ਕਿਉਂਕਿ ਪਿਛਲੇ ਪਦੇ ਵਿੱਚ ਉਹ ਉੱਥੇ ਇਕਮਿਕ ਹੋ ਚੁੱਕਾ ਹੈ ਨਾ, ਉਹਦੀ ਸੂਰਜ ਕਿਰਨ ਮਿਲੀ ਪਿਛਲੇ ਸੋਲੇ ਵਿੱਚ ਹੋ ਚੁੱਕੀ ਹੋਈ ਹੈ।
ਉਹ ਹੁਣ ਕੋਈ ਹੋਰ ਦੂਜੀ ਮਤ ਲੈਣ ਉਹਦੇ ਕਿਲੇ ਦੇ ਅੰਦਰ ਹੁਣ ਨੈਗੇਟਿਵ ਥਾਟਸ ਆਉਂਦੇ ਹੀ ਨਹੀਂ ਨੇ। ਗੁਰਮੁਖ ਸੱਚ ਵਸੈ ਘਟ ਅੰਤਰ। ਉਹ ਕਹਿੰਦਾ ਜਿਹੜੀ ਮੈਂ ਸੱਚ ਦੀ ਮਤ ਲਈ ਹੈ ਨਾ, ਉਹ ਮੇਰੇ ਨਿਜ ਘਰ ਅੰਦਰ ਰੱਬ ਜੀ ਵਸਦੇ ਨੇ। ਉਹ ਮੈਨੂੰ ਮਤ ਜਿਹੜੀ ਦਿੰਦੇ ਨੇ ਗੁਰੂ ਦੀ ਮਤ ਹੈ। ਉਹ ਵਾਲੀ ਗੱਲ ਸੁਣ ਕੇ ਗੁਰੂ ਦੇ ਮੁਖ ਰਾਹੀਂ ਉਹ ਸੱਚ ਸੁਣ ਕੇ ਮੈਂ ਵਿਜ਼ਡਮ ਨਾਲ ਟਿਊਨਡ ਹੋਇਆ। ਹੁਣ ਇਹਦੇ ਸਾਰੇ ਇੰਦਰੇ ਗਿਆਨ ਇੰਦਰੀ ਵੀ ਸਭਨਾ ਸੱਚ ਵਸੈ ਮਨ ਮਾਹੀ। ਹੁਣ ਉਹਦੀ ਅੰਦਰ ਦੀ ਸਾਰੀ ਸ੍ਰਿਸ਼ਟੀ ਠੀਕ ਹੋਈ ਹੈ ਨਾ। ਹੁਣ ਉਹ ਸਾਰਿਆਂ ਵਿੱਚ ਵੀ ਨਾ ਸੱਚ ਕਿੱਥੋਂ ਆਇਆ? ਇਸ ਮਨ ਦੇ ਥਰੂ। ਇਹ ਮਨ ਸਤਿਗੁਰੂ ਨਾਲ ਮਰਜ ਹੋ ਗਿਆ। ਇਹ ਸਭ ਨੂੰ ਸੱਚ ਸੁਣਾਉਣ ਜੋਗਾ ਹੋ ਗਿਆ। ਇਹ ਸਭ ਨੂੰ ਸਵਾਰਨ ਯੋਗ ਹੋ ਗਿਆ। ਮਨ ਕੀ ਮਤ ਬਾਹਰ ਛੱਡ ਆਇਆ ਸੀ, ਸਵਾਰਨ ਯੋਗ ਹੋ ਗਿਆ। ਸਾਰਿਆਂ ਵਾਸਤੇ ਇੰਦਰੇ ਗਿਆਨ ਇੰਦਰੇ ਬਨਸਪਤੀ ਅੰਦਰ ਦੇ ਜਲ ਥਲ ਮਈਲ, ਅੰਦਰ ਦੀ ਸਾਰੀ ਸ੍ਰਿਸ਼ਟੀ ਅਤੇ ਅੰਦਰ ਦੇ ਸਾਰੇ ਜੀਆਂ ਜੰਤਰ, ਉਹ ਸਾਰਿਆਂ ਨੂੰ ਸੱਚ ਪ੍ਰਾਪਤ ਹੁੰਦਾ ਹੈ। ਇਹ ਕਹਿੰਦਾ ਵੀ ਅਸੀਂ ਤੇ ਗੁਰੂ ਦੀ ਪ੍ਰਸਾਦ, ਗੁਰੂ ਦੀ ਮਤ ਲੈ ਕੇ ਸਿੱਖੇ ਹਾਂ ਕਿ ਸਾਨੂੰ ਸਭ ਨੂੰ ਸਹਿਜ ਆ ਗਿਆ। ਵੀ ਆਰ ਟਿਊਨਡ ਵਿਦ ਵਿਜ਼ਡਮ। ਗੁਰ ਗੁਰ ਕਰਤ ਸਦਾ ਸੁਖ ਪਾਇਆ। ਇਹ ਵਿਜ਼ਡਮ ਦੇ ਰਾਹੀਂ ਸਾਨੂੰ ਇਹ ਸੁਖ ਪ੍ਰਾਪਤ ਹੋਇਆ ਹੈ। ਗੁਰਚਰਣੀ ਚਿਤ ਲਾਈ ਹੈ। ਹੁਣ ਗੁਰਚਰਣੀ ਕੀ ਹੈ? ਅੱਜ ਮੈਂ ਜੋ ਹੀ ਜੁਆਇਨ ਕੀਤਾ ਨਾ, ਸਤਬੀਰ ਜੀ ਤੁਸੀਂ ਬੜਾ ਅੱਛਾ ਬੋਲਿਆ। ਅਸੀਂ ਪੀੜੇ ਨੂੰ ਗੁਰੂ ਕੇ ਚਰਨ ਨਹੀਂ ਕਹਿੰਦੇ ਹਾਂ, ਬਾਹਰਲੇ ਚਰਨ ਨਹੀਂ ਹੁੰਦੇ ਨੇ। ਰੱਬ ਅੰਦਰ ਵਸਦਾ ਹੈ। ਰੱਬ ਜਿਹੜਾ ਸੁਨੇਹਾ ਦਿੰਦਾ ਉਹਨੂੰ ਫੋਲੋ ਕਰਨਾ ਗੁਰ ਕੇ ਚਰਨ ਜੀ ਕਾ ਨਿਸਤਾਰਾ ਕਹਿਲਾਂਦਾ ਹੈ। ਸੋ ਗੁਰ ਕੇ ਚਰਨ ਅੰਦਰ, ਰੱਬ ਜੀ ਅੰਦਰ, ਉਹਦੇ ਫੁੱਟਸਟੈਪਸ ਨੂੰ ਫੋਲੋ ਕਰਨਾ। ਚਰਨ ਚਲੋ ਮਾਰਗ ਗੋਬਿੰਦ, ਉਹਨੂੰ ਫੋਲੋ ਕਰਕੇ ਸੁਖ ਪਾਈਦਾ। ਮਾਈ ਚਰਨ ਗੁਰ ਮੀਠੇ ਹੋ ਜਾਂਦਾ ਹੈ। ਉਹਨੂੰ ਕਹਿੰਦੇ ਨੇ ਗੁਰ ਗੁਰ ਕਰਤ ਸਦਾ ਸੁਖ ਪਾਇਆ। ਗੁਰ ਚਰਣੀ ਚਿਤ ਲਾਈਏ। ਹੁਣ ਅਸੀਂ ਸਾਰੇ ਮਨ ਕਰਕੇ ਸਿੰਸੀਅਰਲੀ ਵਿਜ਼ਡਮ ਨਾਲ ਟਿਊਨਡ ਹਾਂ। ਜੇ ਸਮਝ ਆਇਆ ਹੋਏ ਤਾਂ ਮੈਨੂੰ ਖਿਮਾ ਕਰਨਾ। ਥੈਂਕ ਯੂ। ਧੰਨਵਾਦ ਵੀਰ ਜੀ। ਆਪ ਜੀ ਨੇ ਬਿਲਕੁਲ ਬੰਤਰ ਵੱਲ ਵੀ ਧਿਆਨ ਦਿਵਾਇਆ। ਧੰਨਵਾਦ ਆਪ ਜੀ ਦਾ। ਬਿਲਕੁਲ ਬੰਤਰ ਦੇ ਵਿੱਚ ਵੀ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਪਿੱਛੇ ਅੰਕ ਗਿਆ 16, 2 ਤੇ 24, ਉਸ ਬਾਬਤ ਵੀ ਆਪ ਜੀ ਨੇ ਧਿਆਨ ਦਿਵਾਇਆ। ਧੰਨਵਾਦ ਆਪ ਜੀ ਦਾ। ਤੇ ਨਾਲ ਦੇ ਨਾਲ ਜਿਸ ਤਰ੍ਹਾਂ ਆਉਂਦੇ ਜਾਣਗੇ ਨਾ, ਉਸ ਪਾਸੇ ਉਸ ਬਾਬਤ ਵੀ ਡਿਸਕਸ਼ਨ ਹੁੰਦੀ ਰਹੇਗੀ। ਧੰਨਵਾਦ ਆਪ ਜੀ ਦਾ। ਅੱਜ 2 ਪਦਿਆਂ ਦਾ ਪਾਠ ਹੋਇਆ ਤੇ ਹਰਵਿੰਦਰ ਵੀਰ ਜੀ ਨੂੰ ਬੇਨਤੀ ਹੈ, ਹਰਵਿੰਦਰ ਵੀਰ ਜੀ ਆਪ ਜੀ ਗਾਇਨ ਕਰਦੇ ਹੋ ਜੀ। ਫਿਰ ਸਵਾਲ ਜਵਾਬ ਦਾ ਸੁਣਾ। ਸੱਚਾ ਆਪ ਸਵਾਰਨ ਹਾਰਾ, ਅਵਰ ਨਾ ਸੂਝਸ ਬੀਜੀ ਕਾਰਾ। ਗੁਰਮੁਖ ਸਾਚ ਵਸਹਿ ਘਟ ਅੰਤਰ, ਸਹਿਜੇ ਸੱਚ ਸਮਾਈ ਹੈ। ਸਭਨਾ ਸਾਚ ਵਸਹਿ ਮਨ ਮਾਹੀ, ਗੁਰ ਪ੍ਰਸਾਦੀ ਸਹਿਜ ਸਮਾਹੀ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਣੀ ਚਿਤ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸੰਡੇ ਨੂੰ ਭੂਆ ਜੀ ਦੀ ਕਲਾਸ ਨਹੀਂ ਹੋਣੀ ਹੈ। ਕੱਲ ਭੂਆ ਜੀ ਨੇ ਕੋਈ ਸਟੱਡੀਜ਼ ਦੇ ਲਈ ਬ੍ਰੇਕ ਲੈਣ ਲਈ ਕਿਹਾ ਕਿ ਮੈਂ 1 ਹਫ਼ਤੇ ਬ੍ਰੇਕ ਲੈਣਾ ਚਾਹੁੰਦੀ ਹਾਂ। ਤੇ 2 ਹਫ਼ਤੇ ਫਿਰ ਅਸੀਂ ਜਦੋਂ ਤੱਕ ਭੂਆ ਜੀ ਦੀ ਕਲਾਸ ਆਰੰਭ ਨਹੀਂ ਹੁੰਦੀ ਤੇ ਅਸੀਂ ਕੱਲ ਦਾ ਦਿਨ ਬ੍ਰੇਕ ਲੈਣ ਦੀ ਸੋਚ ਰਹੇ ਹਾਂ। ਤੇ ਮੰਡੇ ਨੂੰ ਆਪ ਸਾਰਿਆਂ ਦੇ ਦਰਸ਼ਨ ਇੱਕ ਵਾਰੀ ਫਿਰ ਹੋਣਗੇ। ਤੇ ਪ੍ਰਭਦੀਪ ਵੀਰ ਜੀ ਆਪ ਜੀ ਪਲੀਜ਼ ਸਵਾਲ ਲੈ ਲਿਆ ਜੇ। ਅਗਰ ਕਿਸੇ ਵੀਰ ਦਾ ਭੈਣ ਦਾ ਕੋਈ ਸਵਾਲ ਹੈ ਜਾਂ हैंड रेस करके कोई सवाल पूछना चाहते हैं तो जरूर पूछा जाए। जी प्रदीप वीर जी।
ਪ੍ਰਭਦੀਪ ਵੀਰ ਜੀ ਨੇ ਹੈਂਡ ਰੇਸ ਕੀਤਾ ਹੈ, ਸ਼ਾਇਦ हाँ प्रदीप वीर जी आपकी ऑडियो ऑन है, करो प्लीज। हाँ जी, वाहिगुरू जी का खालसा वाहिगुरू जी की फतेह। संजीव जी साडे कोल कोई क्वेश्चन पेंडिंग नहीं हैगा इस वेले, ते आई थिंक कोई संगत जे पुछना चाहता सवाल ते रख सकता चैट बॉक्स ਵਿੱਚ ਜਾਂ ਪਰਸਨਲੀ ਆ ਸਕਦੇ ਨੇ। ਵੀਰ ਜੀ ਮੈਂ ਕੋਈ ਹਰਪ੍ਰੀਤ ਜੀ ਨੂੰ ਜਿਹੜਾ WhatsApp ਤੇ ਆਇਆ ਸੀਗਾ ਉਹ ਸ਼ਬਦ ਜੋ ਅੱਜ ਸਵੇਰੇ ਆਏ ਸਨ ਹਰਪ੍ਰੀਤ ਜੀ ਨੂੰ ਭੇਜਦੇ ਨੇ, ਅਗਰ ਉਸਦੀ ਵਿਚਾਰ ਲੈਣੀ ਹੈ ਤੇ ਅੱਜ ਲੈ ਸਕਦੇ ਹੋ। ਹਾਂ ਜਿਹੜਾ ਫਸਟ ਸ਼ਬਦ ਸੀ ਨਾ ਤਜਿੰਦਰ ਜੀ ਉਹ ਹਰਪ੍ਰੀਤ ਜੀ ਨੂੰ ਸ਼ੇਅਰ ਕਰ ਦੇਣਗੇ, ਉਹਦੀ ਵਿਚਾਰ ਲੈ ਲੈਣੇ। ਓਕੇ ਵੀਰ ਜੀ, ਹਰਪ੍ਰੀਤ ਵੀਰ ਜੀ ਆਪ ਜੀ WhatsApp ਚੈੱਕ ਕਰ ਲਿਓ। मैं एक शब्द पढ़ देना हरविंदर वीर जी। शब्द आया सी एक वीर कोलों, तुम करो दया मेरे साईं, ऐसी मत दी जय मेरे ठाकुर, सदा सदा तुद ध्याई। आई थिंक सदीव जी आप जी विचार स्टार्ट कर लो, हरविंदर जी कलन। देखो मन दी वो अवस्था बारे जिक्र है, बड़ी गुरु साहब ने ना अपने ते झुका के सानू समझाना कीता है। तुम दया करो मेरे साईं, ਜਦੋਂ ਤੱਕ ਸਾਡੀ ਮਨ ਦੀ ਐਸੀ ਅਵਸਥਾ ਨਹੀਂ ਬਣੇਗੀ ਨਾ, ਤੁਮ ਦਇਆ ਕਰੋ ਮੇਰੇ ਸਾਈਂ, ਜਦੋਂ ਹਿਰਦੇ ਵਿੱਚੋਂ ਇਹ ਆਵਾਜ਼ ਨਹੀਂ ਨਿਕਲੇਗੀ ਨਾ, ਤੁਮ ਦਇਆ ਕਰੋ ਮੇਰੇ ਸਾਈਂ, ਅਸੀਂ ਲੈ ਨਹੀਂ ਪਾਵਾਂਗੇ, ਸੱਚ ਨਾਲ ਸਾਡੀ ਸਾਂਝ ਨਹੀਂ ਬਣੇਗੀ। ਤੁਮ ਦਇਆ ਕਰੋ ਮੇਰੇ ਸਾਈਂ, ਇੰਜ ਗੁਰੂ ਸਾਹਿਬ ਆਪਣੇ ਤੇ ਟੁਕਾ ਕੇ ਸਾਨੂੰ ਸਮਝਾ ਰਹੇ ਹਨ। ਐਸੀ ਮਤ ਦੀਜੇ ਮੇਰੇ ਠਾकुर, ਮੈਨੂੰ ਇਹੋ ਜੀ ਮਤ ਦੇ ਦੇ हे ਮੇਰੇ ਠਾकुर, हे ਮੇਰੇ ਮਾਲਕ, ਸਦਾ ਸਦਾ ਤੁਧ ਧਿਆਈ, ਕਿ ਸਦੀਵ ਹੀ ਤੈਨੂੰ ਧਿਆਉਂਦਾ ਰਵਾਂ। ਦੇਖੋ ਅੱਖਰ ਧਿਆਉਣਾ ਆਇਆ, ਅੱਖਰ ਜਪਣਾ ਨਹੀਂ ਆਇਆ, ਧਿਆਉਣਾ। ਭਾਵ ਮੇਰੀ ਸੁਰਤ ਜਿਹੜੀ ਹੈ ਤੁਹਾਡੀ ਸਿੱਖਿਆਵਾਂ ਵਿੱਚ ਟਿੱਕੀ ਰਵੇ, ਧਿਆਉਂਦਾ ਰਵਾਂ, ਧਿਆਨ ਵਿੱਚ ਰਵੇ। ਸਾਡੇ ਧਿਆਨ ਵਿੱਚ ਕੀ ਰਹਿੰਦਾ? ਸੰਸਾਰ ਰਹਿੰਦਾ। ਸਾਡੇ ਧਿਆਨ ਵਿੱਚ ਮਾਇਆ ਰਹਿੰਦੀ ਹੈ, ਸਾਡੇ ਧਿਆਨ ਦੇ ਵਿਚਕਾਰ ਦੁਨਿਆਵੀ ਗੱਲਾਂ ਰਹਿੰਦੀਆਂ। ਸਦਾ ਸਦਾ ਤੁਧ ਧਿਆਈ, ਇਹ ਰਾਹੋਂ ਦਾ ਪਤਾ ਹੈ। ਪਾਣੀ ਪੱਖਾ ਪੀਸੂ ਸੰਤ ਆਗੇ, ਗੁਰੂ ਗੋਬਿੰਦ ਜਸ ਗਾਈ। ਦੇਖੋ ਪਾਣੀ ਪੱਖਾ ਪੀਸੂ, ਇਹ ਵੀ ਉਸ ਅਵਸਥਾ ਦਾ ਜ਼ਿਕਰ ਕਰ ਰਹੇ ਹਨ। ਭਾਵ ਹੈ ਵੇ ਕਿ ਗੁਰੂ ਦੀ ਕਹੇ ਮੁਤਾਬਿਕ ਕਾਰ ਵਿਹਾਰ ਕਰਾਂ, ਸੇਵਾ ਕਰਾਂ। ਪਾਣੀ ਪੱਖਾ ਪੀਸੂ, ਪਾਣੀ ਪਿਲਾਉਣ ਦਾ ਕੰਮ, ਪੱਖਾ ਝੱਲਣ ਦਾ ਕੰਮ, ਅੰਨ ਪੀਸਣ ਦਾ ਕੰਮ ਜਾਂ ਪੈਰ ਦੱਬਣ ਦਾ ਕੰਮ। ਪਾਣੀ ਪੱਖਾ ਪੀਸੂ, ਸੇਵਾ ਦਾ ਜ਼ਿਕਰ। ਤੇ ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਗੱਲ ਨੂੰ ਸੁਣਨਾ। ਸੰਤ ਆ ਗਏ, ਹੁਣ ਸੰਤ ਆ ਗਏ, ਸੰਤ ਤੇ ਗੁਰੂ ਸਾਹਿਬ ਨੂੰ ਕਿਹਾ ਗੁਣ ਗੋਬਿੰਦ ਜਸ ਗਾਈ, ਗੋਬਿੰਦ ਦੇ ਜਸ ਗਾਉਣਾ ਕਰਾਂ। ਗੋਬਿੰਦ ਦੇ ਜਸ ਕੀ ਹਨ? ਅੱਜ ਵੀ ਗੁਰੂ ਦਾ ਜ਼ਿਕਰ ਆਇਆ ਕਿ ਹਰ ਵਕਤ ਮੈਂ ਗੁਰੂ ਗੁਰੂ ਕਰਦਾ ਰਵਾਂ, ਤੇ ਉਸ ਬਾਬਤ ਸਾਰਾ ਸ਼ਬਦ ਹੈ। ਸਾਸ ਸਾਸ ਮਨ ਨਾਮ ਸੰਭਾਰੇ, ਹਰ ਸਵਾਸ ਨਾਲ ਮਨ ਜਿਹੜਾ ਹੈ ਨਾਮ ਨੂੰ ਸੰਭਾਲਣਾ ਕਰੇ। ਇਹ ਵਿਸਰਾਮ ਨਿਧ ਪਾਈ, ਨਿਧ ਤੋਂ ਪਾਵੇ ਖਜ਼ਾਨਾ। ਹੋਰ ਇਹ ਵਿਸਰਾਮ ਤੋਂ ਪਾਵੇ ਮਨ ਜਦੋਂ ਟਿਕ ਗਿਆ। ਕਹਿੰਦੇ ਟਿਕਿਆ ਹੋਇਆ ਮਨ ਰੂਪ ਜਦੋਂ ਮਨ ਟਿਕ ਜਾਏ ਤੇ ਇਹ ਖਜ਼ਾਨਾ ਪਾਈ, ਇਹ ਖਜ਼ਾਨੇ ਦੀ ਪ੍ਰਾਪਤੀ ਕੀਤੀ ਹੈ। ਜਦੋਂ ਗੁਰੂ ਦੀ ਗੱਲ ਸੁਣ ਸਮਝ ਬੁੱਝ ਕੇ ਮੰਨਣ ਵਿੱਚ ਲੈ ਕੇ ਆਇਆ ਤਾਂ ਮੈਨੂੰ ਇਹ ਮਨ ਟਿਕਿਆ, ਨਹੀਂ ਤੇ ਮਨ ਟਿਕਦਾ ਨਹੀਂ। ਮਨ ਜਿਹੜਾ ਹੈ ਗੁਰੂ ਦੀ ਗੱਲ ਸੁਣੇ ਸਮਝੇ ਬੁੱਝੇ ਮੰਨੇ ਬਗੈਰ ਮੰਨਦਾ ਨਹੀਂ ਹੈ। ਮਨ ਆਪਣੇ ਮੁਤਾਬਿਕ ਤੁਰਦਾ ਰਹਿੰਦਾ ਹੈ। ਅਸੀਂ ਬਾਣੀ ਪੜ੍ਹਦੇ ਰਹਿੰਦੇ ਹਾਂ, ਕਰਦੇ ਆਪਣੀ ਮਨ ਮੁਤਾਬਿਕ ਹਾਂ, ਜੀਵਨ ਨਹੀਂ ਬਦਲਦਾ। 40 50 60 ਸਾਲ ਗੁਰਦੁਆਰੇ ਮੱਥੇ ਟੇਕਦੇ, ਹਾਥੀ ਪੈਰੀ ਸੇਵਾ ਕਰਦੇ ਬੀਤ ਜਾਂਦੇ ਹਨ, ਮਨ ਨਹੀਂ ਮੰਨਦਾ, ਕਿਉਂਕਿ ਗੁਰੂ ਦੀ ਗੱਲ ਨੂੰ ਸਮਝ ਬੁੱਝ ਕੇ ਜ਼ਿੰਦਗੀ ਵਿੱਚ ਨਹੀਂ ਢਾਲਿਆ। ਤੇ ਪੂਰਾ ਸ਼ਬਦ ਉਸੇ ਬਾਬਤ ਹੈ। ਜੇ ਅਰਵਿੰਦਰ ਵੀਰ ਜੀ ਹੋਰ ਸਾਥ ਪਾ ਦੇਣ ਤੇ। ਵੀਰ ਜੀ अगर इकबाल ਵੀਰ जी देना चाहन पहले टर्न वाइज जी जी 89 महला पंजवें पातशाह का एक शब्द है जी। रहाओ बंद है, तुम करो दया मेरे साईं। सतगुरु जी इत्थे समझाउणा करदे हन, करते नूं संबोध की हन, अरदास है जी। ये
ਤਰਲਾ ਮਿੰਨਤ ਹੈ, ਜੋਦੜੀ ਹੈ, ਬੇਨਤੀ ਹੈ। हे करते क्योंकि ठाकुर मेरे ठाकुर ऐसी मत दीजै मेरे ठाकुर, एक वचन की क्रिया आ। हे मेरे ठाकुर मैनू इदां दी मत दे, सदा सदा तुद ध्याई, जिस मत विच मैं जुड़िया सदा ही लीन रहा ते तैनू ध्याउंदा रहा। ये तरला बेनती है रहाओ तुम करो। हे मेरे मालक, मेरे साईं, मेरे ठाकुर, मेरे ते दया कर कि मैनू ऐसी मत दिओ जिस मत दे चलदियां मैं सदा तेरे अंदर तेरे नाल तेरे गुणां नाल जुड़िया रहा, तैनू ध्याउंदा रहा, तैनू सिमरदा रहा। रहाओ पानी पक्खा पीसूं संत आ गया। हुण पानी पक्खा भाव ਇਹ ਦਇਆ ਦੇ ਪਰਉਪਕਾਰੀ ਜੀਵਨ ਵਾਲਾ ਜਿਹੜਾ ਜੀਵਨ ਹੈ ਉਹ ਮੈਂ ਗੁਣਾ ਵਾਲਾ ਜਿਹੜਾ ਜੀਵਨ ਹੈ ਉਹ ਮੈਂ ਗੁਣ ਆਪਣੇ ਕਰਮਾਂ 'ਚ ਲੈ ਕੇ ਆਵਾਂ। ਗੁਣ ਗੋਬਿੰਦ ਜਸ ਜਾਈ ਤੇ ਆਪਣੀ ਰਸਨਾ ਦੇ ਉੱਪਰ ਵਾਹਿਗੁਰੂ ਵਾਹਿਗੁਰੂ ਹਾਥ ਪਾਉ ਸੇ ਕਾਮ ਸਭ ਚੀਤ ਨਿਰੰਜਨ ਨਾਲ। ਇਹ ਵਾਲੀ ਅਵਸਥਾ ਦਾ ਮੈਂ ਧਾਰਨੀ ਹੋ ਜਾਵਾਂ। ਗੁਰੂ ਦੇ ਕਰਤੇ ਦੇ ਗੁਣਾਂ ਨੂੰ ਜਸ ਗਾਈ, ਉਸਦੇ ਜਸ ਨੂੰ ਗਾਉਣਾ ਕਰਾਂ। ਸਾਥ ਸਾਥ ਮਨ ਨਾਮ ਸੰਭਾਰੈ। ਤੇ ਮੇਰਾ ਜਿਹੜਾ ਮਨ ਹੈ ਠਾकुर जी, ਇਹ परमात्मा जी, मेरा ਜਿਹੜਾ ਮਨ ਹੈ ਇੱਕ ਵਚਨ ਹੈ ਸਾਥ ਸਾਥ ਪਰਹਾ ਸਵਾਸ ਦੇ ਨਾਲ ਉਠਤ ਬੈਠਤ ਸੋਵਤ ਜਾਗਤ। ਇਹ ਵਾਲੀ ਅਵਸਥਾ ਦੇ ਵਿੱਚ ਨਾਮ ਸਮਾਰੇ ਤੇਰੇ ਗੁਣਾਂ ਨੂੰ ਗਾਉਂਦਾ ਰਹੇ। ਇਹ ਵਿਸ਼ਰਾਮ ਨਿੱਧ ਪਾਈ। ਮੇਰੀ ਇਹ ਅਵਸਥਾ ਸਹਿਜ ਅਵਸਥਾ ਬਣ ਜਾਵੇ ਕਿ ਜਿਹੜਾ ਗੁਣਾਂ ਦਾ ਖਜ਼ਾਨਾ ਗਾਉਣ ਦਾ, ਨਾਮ ਸਮਾਰਨ ਦਾ ਜਿਹੜਾ ਕਰਮ ਹੈਗਾ, ਇਹ ਖਜ਼ਾਨਾ ਮੈਂ ਪ੍ਰਾਪਤ ਕਰ ਲਵਾਂ। ਭਾਵੇਂ ਤੇਰੇ ਸਦਾ ਹੀ ਗੁਣਾਂ ਨੂੰ ਗਾਉਂਦਾ ਰਹਾਂ। ਆਨੰਦ ਆਨੰਦ ਰੂਪ ਰਵਿਆ ਸਭ ਮਦੇ ਜਤ ਕਤ ਪੇਖੋ ਜਾਈ, ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੁਸਾਈ। ਇੱਥੇ ਸਭ ਕਰਤੇ ਦੇ ਗੁਣਾਂ ਦੀ, ਕਰਤੇ ਦੀ ਉਸਤਤ ਦੀ ਆਨੰਦ ਰੂਪ ਰਵਿਓ ਸਭ ਮਦੇ। ਸਾਰਿਆਂ ਦੇ ਵਿੱਚ ਤੂੰ ਆਨੰਦ ਰੂਪ ਰਵਿਆ ਹੋਇਆ, ਰਮਿਆ ਹੋਇਆ, ਸਰਵ ਵਿਆਪਕ ਹੈ। ਜਤ ਕਤ ਪੇਖੂ, ਜਿੱਥੇ ਕਿਤੇ ਵੀ ਮੈਂ ਦੇਖਦਾ ਉੱਥੇ ਉੱਥੇ ਤੂੰ ਹਾਜ਼ਰ ਹੋ ਜਾਂਦਾ। ਭਾਵ ਮੈਨੂੰ ਦਿਸਦਾ ਹੈ ਕਿਉਂਕਿ ਇਹ ਸੰਸਾਰ ਤੁਮ ਜੋ ਦੇਖਦੇ ਇਹ ਹਰ ਕਾ ਰੂਪ ਹੈ। ਇਹ ਹਰੀ ਪ੍ਰਮਾਤਮਾ ਦਾ ਰੂਪ ਹੈ। ਜਿੱਥੇ ਵੀ ਜਿਹੜਾ ਵੀ ਜੀਵ ਆਪਣੇ ਮਨ ਨੂੰ ਗੁਣਾਂ ਦੇ ਨਾਲ, ਗੁਰੂ ਦੇ ਗੁਣਾਂ ਦੇ ਨਾਲ ਧਾਰਨ ਕਰ ਲੈਂਦਾ ਹੈ, ਠਾਕੁਰ ਨਾਲ ਜੋੜ ਲੈਂਦਾ, ਉਹਨੂੰ ਹਰ ਥਾਂ ਜਿਹੜਾ ਕਰਤਾ ਦਿਸ ਪੈਂਦਾ ਹੈ। ਉਸ ਲਈ ਸਤਿਗੁਰੂ ਜੀ ਇੱਥੇ ਭਰਮਾਉਣਾ ਕਰਦਾ ਕਿ ਜਦੋਂ ਤੇਰੀ ਕਿਰਪਾ ਦਾ ਪਾਤਰ ਬਣ ਜਾਂਦਾ ਤੇ ਮੈਨੂੰ ਇਹ ਸਾਰੇ ਪਾਸੇ ਜਦ ਕਦੇ ਵੇਖੂ ਜਾਏ, ਜਿੱਥੇ ਵੀ ਮੈਂ ਜਾਂਦਾ ਉੱਥੇ ਮੈਨੂੰ ਤੇਰੀ ਹੀ ਸਾਰੀ ਇਹ ਕੁਦਰਤ, ਤੇਰੀ ਹੀ ਰਚਨਾ, ਤੂੰ ਹੀ ਤੂੰ ਦਿਸਦਾ। ਤੁਮ ਦਿਆਲ ਕਿਰਪਾਲ ਕਿਰਪਾ ਨਿਧ। ਕਿਰਪਾ ਦਾ ਖਜ਼ਾਨਾ ਵੀ ਹੈ, ਕਿਰਪਾਲੂ ਵੀ ਹੈ, ਦਿਆਲੂ ਵੀ ਹੈ, ਤੂੰ ਹੀ ਹੈ। ਪਤਿਤ ਪਾਵਨ, ਪਤਿਤ ਲੋਕਾਂ ਨੂੰ ਪਾਵਤ ਕਰਨ ਵਾਲਾ ਗੋਸਾਈ, ਪ੍ਰਤ ਪਾਲਣਾ ਕਰਨ ਵਾਲਾ ਵੀ ਤੂੰ ਹੀ ਹੈ। ਕੋਟ ਸੂਖ ਆਨੰਦ ਰਾਜ ਪਾਵੇ, ਮੁਕਤੇ ਨਿਮਕ ਬੁਲਾਈ। ਕੋਟ ਸੁਖ ਆਨੰਦ ਪਾਏ। ਜਿਹੜਾ ਜੀਵ ਗੁਣਾਂ ਦੇ ਨਾਲ ਐਸੀ ਮਤ ਦੀਜੇ ਮੇਰੇ ਠਾਕੁਰ, ਜਿਹੜਾ ਮਤ ਗੁਰੂ ਦੀ ਠਾਕੁਰ ਦੀ ਮਤ ਨੂੰ ਧਾਰਨ ਕਰ ਲੈਂਦਾ, ਉਹ ਕੋਟ ਸੁਖ ਆਨੰਦ ਰਾਜ ਪ੍ਰਾਪਤੀ ਪਾ ਲੈਂਦਾ। ਭਾਵ ਉਹਦੇ ਅੰਦਰ ਸਾਰੇ ਹੀ ਖਜ਼ਾਨੇ ਆ ਜਾਂਦੇ ਹਨ। ਨਿਮਕ ਬੁਲਾਈ, ਮੁਖ ਤੇ ਉੱਪਰ ਸਦਾ ਸਦੀਵ ਉਹਦਾ ਨਾਮ ਜਿਹੜਾ ਹੈਗਾ ਉਹ ਚੱਲਦਾ ਹੈ। ਜਾਪ ਤਾਪ ਭਗਤ ਸਾ ਪੂਰੀ, ਉਹਦਾ ਜਾਪ, ਉਹਦਾ ਤਾਪ, ਉਹਦੀ ਭਗਤੀ ਉਹ ਪੂਰਨ ਹੋ ਜਾਂਦੀ ਹੈ। ਜੋ ਪ੍ਰਭ ਕੇ ਮਨ ਭਾਈ, ਜਿਹੜਾ ਪ੍ਰਭੂ ਦੇ ਮਨ ਨੂੰ ਭਾ ਜਾਂਦਾ ਹੈ। ਭਾਵ ਕਿ ਜਿਹੜਾ ਸਤਿਗੁਰ ਦੀ ਸ਼ਰਨ ਪੈ ਕੇ ਜਾਪ ਤਾਪ ਭਗਤ ਕਰਦਾ ਹੈ, ਉਹ ਵੀ ਪੂਰੀ ਸਾਹ ਪੂਰੀ ਸੱਚੇ ਪ੍ਰਭੂ ਪਰਮਾਤਮਾ ਦੀ ਭਗਤੀ ਕਰਦਾ, ਉਹਦੇ ਜਾਪ ਕਰਦਾ, ਉਹਦਾ ਤਪ ਕਰਦਾ ਹੈ ਜੋ ਗੁਰਮਤਿ ਦੇ ਅਨੁਸਾਰ ਹੈ। ਗੁਰਬਾਣੀ ਅਨੁਸਾਰ ਜਪ ਤਪ ਸੰਜਮ ਧਰਮ ਨਾ ਕਮਾਇਆ। ਉਹ ਜਪ ਤਪ ਪੂਜਾ ਭਗਤੀ ਜਿਹੜੀ ਹੈਗੀ ਆ ਉਹ ਕਰਦਾ, ਤੇ ਜਿਹੜੀ ਉਹ ਭਗਤੀ ਜਿਹੜੀ ਪ੍ਰਭ ਕੇ ਮਨ ਪਾਏ, ਪ੍ਰਭੂ ਦੇ ਮਨ ਨੂੰ ਭਾ ਜਾਣ ਵਾਲੀ ਹੁੰਦੀ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ। ਜਿਹੜਾ ਫਿਰ ਇਹ ਜਪ ਤਪ ਭਗਤੀ ਕਰਦਾ ਹੈ, ਉਹ ਨਾਮ ਜਪਦਿਆਂ ਆਪਣੀਆਂ ਤ੍ਰਿਸ਼ਨਾਵਾਂ ਨੂੰ ਖਤਮ ਕਰ ਲੈਂਦਾ ਹੈ। ਉਹਦੀ ਇੱਕੋ ਇੱਕ ਤ੍ਰਿਸ਼ਨਾ ਰਹਿ ਜਾਂਦੀ ਹੈ, ਪ੍ਰਮਾਤਮਾ ਦੇ ਨਾਲ ਲੀਨ ਹੋਣਾ। ਉਹ ਫਿਰ ਤ੍ਰਿਸ਼ਨਾ ਸਭ ਬੁਝੀ, ਉਹਦੀਆਂ ਜਿਹੜੀਆਂ ਰਸਾ ਕਸਾਂ ਦੀਆਂ ਤ੍ਰਿਸ਼ਨਾਵਾਂ ਵਾਸ਼ਨਾਵਾਂ ਸਾਰੀਆਂ ਬੁੱਝ ਜਾਂਦੀਆਂ। ਨਾਨਕ ਤ੍ਰਿਪਤ ਗਾਈ ਹੈ, ਨਾਨਕ ਵੀ ਮੈਂ ਤ੍ਰਿਪਤ ਗਾਈ ਤੇ ਮੈਂ ਰੱਜ ਜਾਂਦਾ। ਭਾਵ ਕਿ ਜਿਹੜਾ ਜਪ ਨਾਮ ਜਪਤ ਕਰਦਾ ਹੈ ਉਹ ਤ੍ਰਿਪਤ ਵਿੱਚ ਹੀ ਲਿਪਤ ਹੋਇਆ ਰਹਿੰਦਾ ਹੈ। ਭਾਵ ਸਹਿਜ ਅਵਸਥਾ ਦਾ ਮਾਲਕ ਬਣਿਆ ਰਹਿੰਦਾ ਹੈ ਜੀ। हाँ धन्यवाद वीर जी, आप जी ने पूरे शब्द खोल के समझा देता। बस एक गल पासे मैं ध्यान दिवाना चाह रहा,
ਅਸੀਂ ਜਿਹੜਾ ਰਾਓ ਦਾ ਪਦਾ ਪੜਿਆ ਨਾ, ਤੁਮ ਕਰੋ ਦਇਆ ਮੇਰੇ ਸਾਈਂ, ਜਿਹੜਾ ਸਾਈਂ ਅੱਖਰ ਹੈ ਨਾ ਸਕਰੀਨ ਦੇ ਉੱਤੇ ਉਹਨੂੰ ਬੇਸ਼ੱਕ ਥੋੜਾ ਜਿਹਾ ਵੱਡਾ ਕਰਕੇ ਪੜਨ ਦੀ ਸਾਰੇ ਕੋਸ਼ਿਸ਼ ਕਰਿਆ ਜੇ। ਉੱਤੇ ਅੱਖਰ ਆਇਆ ਹੈ, ਬਿੰਦੀ ਦੇ ਨਾਲ ਨਹੀਂ ਆਇਆ, ਸਾਈ ਅੱਖਰ ਲਿਖਿਆ ਹੋਇਆ, ਪਰ ਉਚਾਰਨ ਸਾਈਂ ਕੀਤਾ ਗਿਆ ਹੈ, ਕਿਉਂਕਿ ਸਾਈਂ ਤੋਂ ਭਾਵੇਂ ਮਾਲਕ, ਉਹ ਪਰਮਾਤਮਾ। ਅਸੀਂ ਹੋਰ ਥਾਂ ਤੇ ਵੀ ਸਾਈ ਅੱਖਰ ਆਂਦਾ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉੱਥੇ ਵੀ ਸੇਮ ਸਪੈਲਿੰਗ ਆਉਂਦੇ ਨੇ, ਪਰ ਉੱਥੇ ਉਚਾਰਨ ਸਾਈ ਆਂਦਾ ਹੈ, ਜੋ ਤੈਨੂੰ ਪਾਉਂਦਾ ਉਹੀਓ ਗੱਲ ਚੰਗੀ ਹੈ। ਤੇ ਇੱਥੇ ਬਿੰਦੀ ਦੇ ਨਾਲ ਜਦੋਂ ਮਾਲਕ ਉਸ ਪਰਮਾਤਮਾ ਦਾ ਜ਼ਿਕਰ ਆਏਗਾ ਤੇ ਬਿੰਦੀ ਦੇ ਨਾਲ ਅਸੀਂ ਉਚਾਰਨ ਕਰਨਾ ਹੈ। ਗੁਰੂ ਸਾਹਿਬ ਨੇ ਕਈ ਥਾਵਾਂ ਤੇ ਅੱਖਰ ਇਸ ਤਰ੍ਹਾਂ ਭੇਦ ਵਿੱਚ ਰੱਖੇ ਹਨ ਕਿ ਅਸੀਂ ਸੁਚੇਤ ਹੋ ਕੇ ਸਮਝ ਬੁੱਝ ਕੇ ਬਾਣੀ ਪੜਨਾ ਕਰੀਏ। ਔਰ ਕਈ ਅੱਖਰ ਐਸੇ ਹਨ ਜਿਹੜੀ ਉਸ ਸਮੇਂ ਸਾਡੀ ਪੰਜਾਬੀ ਭਾਸ਼ਾ ਵਿੱਚ ਨਹੀਂ ਸਨ, ਤੇ ਉਨ ਅੱਖਰਾਂ ਦਾ, ਜਿਸ ਤਰ੍ਹਾਂ ਅਦਕ ਦਾ ਇਸਤੇਮਾਲ ਕਿਧਰੇ ਵੀ ਨਹੀਂ ਕੀਤਾ ਗਿਆ, ਪੂਰੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚ ਅਦਕ ਦਾ ਇਸਤੇਮਾਲ ਨਹੀਂ ਕੀਤਾ ਗਿਆ। ਤੇ ਇਹ ਸੁਚੇਤ ਹੋ ਕੇ ਬਾਣੀ ਪੜਨ ਦੀ ਸਾਨੂੰ ਲੋੜ ਹੈ। ਜੇ ਹਰਵਿੰਦਰ ਵੀਰ ਜੀ ਐਡ ਕਰਨਾ ਚਾਹਨ ਅਗਰ ਇਸ ਦੇ ਵਿੱਚ, ਮੇਰੇ ਖਿਆਲ ਵਿਚਾਰ ਤੇ ਸੰਪੂਰਨ ਤੌਰ ਤੇ ਹੋ ਗਈ ਹੈ, ਤੇ ਹਰਵਿੰਦਰ ਵੀਰ ਜੀ ਕੁਝ ਐਡ ਕਰਨਾ ਚਾਹਨ ਜਾਂ ਭੁਪਿੰਦਰ ਵੀਰ ਜੀ ਐਡ ਕਰਨਾ ਚਾਹਨ। ਜੀ ਹਰਵਿੰਦਰ ਵੀਰ ਜੀ। ਕਾਫੀ ਸ਼ਬਦ ਦਾ ਕਾਫੀ ਖੁਲਾਸਾ ਹੋ ਚੁੱਕਾ ਹੋਇਆ ਮੇਰੇ ਨਾਲ ਬੋਲੇ ਤੋਂ ਇਟ ਇਜ਼ ਪੂਰਾ ਉਹ ਨਹੀਂ ਹਰਵਿੰਦਰ ਵੀਰ ਜੀ ਇੱਕ ਮਿੰਟ, ਜਿਹੜਾ ਵੀਰ ਨੇ ਅਦਾ ਸ਼ਬਦ ਦੀ ਵਿਚਾਰ ਮੰਗੀ ਸੀ ਨਾ, ਉਹ ਸਪੈਸ਼ਲੀ ਤੁਹਾਡੇ ਕੋਲੋਂ ਨਾ ਇੱਕ ਵਿਚਾਰ ਚਾਹੁੰਦੇ ਸੀ ਵੀ ਰਹਾਉ ਦੇ ਬੰਦ ਜਿਹੜਾ ਸਾਈਂ ਤੇ ਠਾਕੁਰ ਸ਼ਬਦ ਯੂਜ਼ ਕੀਤਾ ਗਿਆ, ਉਹ ਕਿਸ ਦੇ ਪ੍ਰਥਾ ਯੂਜ਼ ਕੀਤਾ ਗਿਆ, ਕਿਹਨੂੰ ਸੰਬੋਧਿਤ ਕੀਤਾ ਗਿਆ, ਉਹ ਥੋੜੇ ਤੁਹਾਡੇ ਕੋਲ ਵਿਚਾਰ ਚਾਹੁੰਦੇ ਸੀ ਇਸ ਬਾਰੇ। ਰੱਬ ਮਾਲਕ ਪ੍ਰਭੂ ਕਹਿ ਲਈ, ਰੱਬ ਕਹਿ ਲਈ ਵੀ ਤੂੰ ਮੇਰੇ ਤੇ ਕਿਰਪਾ ਕਰ, ਮੈਨੂੰ ਐਸੀ ਮੱਤ ਦੇ, ਕਿਉਂਕਿ ਮੈਂ ਆਪਣੇ ਜਦ ਤੱਕ ਮੱਤ ਨਹੀਂ ਮਿਲੇਗੀ ਨਾ ਗੁਰੂ ਕੋਲੋਂ, ਅਸੀਂ ਆਪਣੇ ਮਨ ਦੀ ਮੱਤ ਦੇ ਹਿਸਾਬ ਦੇ ਉੱਤੇ ਟੁਰਦੇ ਜਿਹੜਾ ਨਾ, ਅਸੀਂ ਉਹ ਕਹਿੰਦੇ ਮਨਮੁਖ ਕਰਮ ਕਰੇ ਅਜਾਈ ਵਾਲੀ ਹਾਲਤ ਹੋ ਜਾਏਗੀ ਸਾਡੇ ਕੋਲ। ਤੇ ਤੂੰ ਹੀ ਮੈਨੂੰ ਕਿਰਪਾ ਕਰ, ਐਸੀ ਮੱਤ ਦੀਜੇ ਮੇਰੇ ਠਾਕੁਰ, ਮੈਂ ਤੈਨੂੰ ਹਮੇਸ਼ਾ ਚੇਤੇ ਰੱਖਾਂ, ਤੇਰੇ ਨਾਮ ਨੂੰ, ਤੇਰੇ ਗੁਣਾਂ ਨੂੰ, ਤੇਰੀਆਂ ਸਿਫਤਾਂ ਨੂੰ, ਤੇਰੀਆਂ ਵਡਿਆਈਆਂ ਨੂੰ, ਤੇਰੀ ਕੀਰਤੀ ਨੂੰ। ਇਹ ਮਾਲਕ ਕੋਲੋਂ ਮੰਗ ਕੀਤੀ ਜਾ ਰਹੀ ਵੀ ਤੂੰ ਮੇਰੇ ਤੇ ਕਿਰਪਾ ਕਰ, ਤੂੰ ਦਇਆ ਦਾ ਘਰ ਹੈ, ਤੂੰ ਦਇਆ ਦਾ ਸਾਗਰ ਹੈ, ਮੇਰੇ ਤੇ ਵੀ ਦਇਆ ਕਰ। ਹੇ ਸਾਈਂ, ਹੇ ਪਰਮਾਤਮਾ, ਮੇਰੇ ਤੇ ਕਿਰਪਾ ਕਰ, ਮੈਨੂੰ ਹਮੇਸ਼ਾ ਇਹ ਦਾਤ ਜਿਹੜੀ ਇਹ ਮੇਰੇ ਤੇ ਦਇਆ ਬਣਾਈ ਰੱਖੀ। ਕਿਹੜੀ ਦਾਤ? ਕਿ ਵੀ ਮੈਂ ਐਸੀ, ਮੈਨੂੰ ਐਸੀ ਮਤ ਬੁੱਧ ਦੇ ਕਿ ਵੀ ਮੈਂ ਤੈਨੂੰ ਹਮੇਸ਼ਾ ਧਿਆਉਂਦਾ ਰਹਾਂ। ਰੱਬ ਨੂੰ ਧਿਆਉਣਾ ਸੀਗਾ, ਕਹਿੰਦੇ ਕਿ ਰੱਬ ਕਿੱਥੇ ਵੇ? ਤੇ ਰੱਬ ਤੇ ਜਿਹੜਾ ਹੈ ਉਹ ਗੁਣ ਮੇ ਏਕ ਨਿਰਮਲ ਸਾਚਾ, ਜਿੱਥੇ ਰੱਬੀ ਗੁਣ ਆ ਜਾਣਗੇ, ਜਿੱਥੇ ਨਾਮ ਆ ਜਾਏਗਾ, ਉੱਥੇ ਹੀ ਰੱਬ ਹੈ। ਤੇ ਇੱਥੇ ਜਿਹੜਾ ਸਾਈਂ, ਜਿੱਥੇ ਮੈਨੂੰ ਸਮਝ ਆ ਰਹੀ ਉੱਥੇ ਤੇ ਉਹ ਉਸ ਰੱਬ ਨੂੰ ਬੇਨਤੀ ਜਿਹੜਾ ਸੀ, ਉਹ ਜਿਹੜਾ ਨਿਰਗੁਣ ਪਰਮਾਤਮਾ ਜਿਹਨੂੰ ਕਹਿ ਲਈਏ, ਜਿਹਨੂੰ ਅਸੀਂ ਜਦੋਂ ਅਸੀਂ ਕੋਈ ਦੁੱਖ ਤਕਲੀਫ ਹੋਈ ਹੈ ਨਾ, ਅਸੀਂ ਕਿਹੜੇ ਰੱਬ ਨੂੰ ਚੇਤਾ ਕਰਨੇ ਆ? ਇੱਕ ਰੱਬੀ ਹੋਂਦ ਵੀ ਜਿਹੜੀ ਚੀਜ਼ ਹੈ ਨਾ, ਅਸੀਂ ਜਦੋਂ ਰੱਬ ਕਹਿੰਦੇ ਆ ਹਮੇਸ਼ਾ ਤਾਂ ਅਸੀਂ ਜਦੋਂ ਜਿਹੜਾ ਕੋਈ ਰੱਬ ਨਾ ਕਰੇ ਕਿਦਾ ਕੋਈ ਐਕਸੀਡੈਂਟ ਹੋ ਜਾਵੇ, ਜੇ ਕਿਦਾ ਕੋਈ ਨਿਕਟਵਰਤੀ ਕੋਈ ਹਸਪੀਟਲ ਵਿੱਚ ਹੋਵੇ, ਅਸੀਂ ਕਿਸੇ ਰੱਬ ਨੂੰ ਯਾਦ ਕਰਦੇ ਹੁੰਦੇ ਆ ਨਾ, ਕਿਸੇ ਕੋਲੋਂ ਕੁਝ ਮੰਗਦੇ ਹੁੰਦੇ ਆ, ਕਿਸੇ ਨੂੰ ਕੁਝ ਬੇਨਤੀਆਂ ਜੋਦੜੀਆਂ ਕਰਦੇ ਹੁੰਦੇ ਆ, ਬਚਾ ਲੈ, ਇਹ ਕਰ ਲੈ, ਉਹ ਕਰ ਲੈ, ਕੋਈ ਦੁੱਖ ਤਕਲੀਫ ਆਵੇ, ਅਸੀਂ ਕਿਸੇ ਦੇ ਅੱਗੇ ਤੇ ਸੰਬੋਧਨ ਕਰਦੇ ਹੁੰਦੇ ਆ। ਉਹਦੇ ਅੱਗੇ ਹੀ ਬੇਨਤੀ ਕੀਤੀ ਜਾ ਰਹੀ ਕਿ ਮੈਂ ਤੈਨੂੰ ਹਮੇਸ਼ਾ ਚੇਤੇ ਰੱਖਾਂ। ਹਾਂਜੀ, ਧੰਨਵਾਦ ਵੀਰ ਜੀ। ਬਿਲਕੁਲ ਉਸ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਜਾ ਰਹੀ ਹੈ, ਤੁਮ ਕਰੋ ਦਇਆ ਮੇਰੇ ਸਾਈਂ। ਧੰਨਵਾਦ ਆਪ ਜੀ ਦਾ। ਉਮੀਦ ਹੈ ਸੰਜੀਵ ਵੀਰ ਜੀ ਆਪ ਜੀ ਨੂੰ ਜਵਾਬ ਮਿਲ ਗਿਆ ਹੋਵੇ। ਅਗਰ ਭੁਪਿੰਦਰ ਵੀਰ ਜੀ ਆਪ ਜੀ ਕੁਝ ਐਡ ਕਰਨਾ ਚਾਹੋ ਤੇ ਪਲੀਜ਼। ਹਾਂਜੀ, ਜਿਹੜਾ ਇਹ ਬੜਾ ਪਿਆਰਾ ਸ਼ਬਦ ਹੈ, ਮੈਨੂੰ ਨਹੀਂ ਪਤਾ ਕਿ ਤੁਸੀਂ ਪਹਿਲਾਂ ਕਿੰਨਾ ਡਿਟੇਲ ਵਿੱਚ ਕਿਸ ਤਰ੍ਹਾਂ ਵਿਚਾਰ ਚੁੱਕੇ ਹੋ। ਮੈਨੂੰ ਜਿਤਨੀ ਇਹਦੇ ਬਾਰੇ ਸਮਝ ਆ ਰਹੀ ਹੈ, ਹੁਣ ਮੈਂ ਪੜ੍ਹ ਰਿਹਾ, ਤੇ ਇਹਦੇ ਅੰਦਰ ਜਿਹੜਾ ਇਹ ਸਾਈਂ ਹੈ ਨਾ, ਇਹ ਸਾਡਾ ਮਨ ਜਦੋਂ ਨਿਜ ਘਰ ਦੀ ਮੱਤ ਲੈ ਲੈਂਦਾ ਹੈ, ਨਿਜ ਘਰ ਵਾਲੀ ਮੱਤ ਇਹਨੂੰ ਪਸੰਦ ਆਈ ਹੈ, ਤਾਂ ਇਹ ਪ੍ਰਭ ਮਨ ਬਣ ਜਾਂਦਾ ਹੈ। ਹੁਣ ਇਹਦੇ ਕੋਲੋਂ ਸੂਰਤ ਮਤ ਅਕਲ ਮੰਗ ਰਹੀਆਂ ਨੇ, ਕਿਹੜੀ? ਸਟੇਬਿਲਿਟੀ ਦੀ। ਉਹ ਅਕਲ ਨੂੰ ਠਾਕੁਰ ਕਹਿੰਦੇ ਨੇ, ਉਹਨੂੰ ਠਾਕ ਕੇ ਰੱਖਣ ਵਾਲੀ ਮਤ। ਕਬੂ ਜਿਹੜਾ ਊਪ ਚੜ੍ਹਦਾ, ਕਬੂ ਜਾਏ ਪਿਆਲੇ, ਉਹ ਅਨਸਟੇਬਲ ਅਵਸਥਾ ਹੁੰਦੀ ਹੈ। ਸੋ ਉਸ ਕੋਲ ਗੋਬਿੰਦ ਠਾਕੁਰ ਪ੍ਰਭ ਕਹਿ ਮਨ ਭਾਈ, ਇਹ ਵਾਲੇ ਅੱਖਰ ਬੜੇ ਕੀਮਤੀ ਨੇ, ਉਹਨੂੰ ਪ੍ਰਾਪਤ ਹੁੰਦੀ ਹੈ ਇਹ ਵਾਲੀ ਅਕਲ, ਤੇ ਉਹ ਇਸ ਮਨ ਦੀ ਧਰਤੀ ਦਾ ਗੋ ਦਾ ਸਾਈਂ ਬਣਦਾ ਹੈ। ਇਹਦੇ ਚ ਤੀਜੇ ਪਦੇ ਚ ਗੋਸਾਈਂ ਆਏਗਾ ਉਹਦੇ ਬਾਰੇ। ਅੱਛਾ, ਉਹਨੂੰ ਨੇਚਲ ਰਾਜ ਪ੍ਰਾਪਤ ਹੁੰਦਾ ਹੈ, ਉਹਨੂੰ ਕਹਿੰਦੇ ਨੇ ਕੋਟ ਸੁਖ ਆਨੰਦ ਰਾਜ ਪਾਏ। ਨੇਚਲ ਰਾਜ ਮਤਲਬ ਹੈ ਸਟੇਬਿਲਿਟੀ, ਨੇਚਲ ਰਾਜ ਹੈ ਮਤਲਬ ਤ੍ਰਿਸ਼ਨਾ ਵੱਲੋਂ ਭਟਕਣਾ ਖਤਮ।
ਅਸੀਂ ਆਨੰਦ ਕਾਰਜ ਵੇਲੇ ਇੱਕ ਸ਼ਬਦ ਬਹੁਤ ਸੁਣਿਆ, ਧੰਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧੰਨ ਪੀਰ ਕਹੀਏ ਸੋਏ। ਅਸੀਂ ਇਹ ਆਮ ਪੜ੍ਹਦੇ ਹਾਂ। ਸੋ ਧੰਨ ਸਾਡੀ ਸੁਰਤ ਮਤ ਨੂੰ ਕਹਿੰਦੇ ਨੇ। ਜਿਸ ਪਾਸੇ ਸੁਰਤ ਲੱਗੀ ਰਹੇਗੀ ਉਸ ਤਰੀਕੇ ਨਾਲ ਸਾਰੀ ਗੇਮ ਬਣਦੀ ਹੈ। ਲੇਕਿਨ ਜਦੋਂ ਮਤ ਔਰ ਸੁਰਤ ਨਿਜ ਘਰ ਵਾਲੀ ਮਤ ਭਾਵ ਮਨ ਦੇ ਨਾਲ ਜੋ ਪ੍ਰਭ ਹੋ ਗਿਆ ਉਹਦੇ ਨਾਲ ਟਿਊਨਡ ਹੋ ਜਾਂਦੇ ਨੇ, ਤਾਂ ਰੀਅਲ ਵਿਆਹ ਹੁੰਦਾ ਹੈ। ਧੰਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ। ਉਹ ਇੱਕ ਜੋਤ ਕੀ ਹੈ? ਸਭ ਮੈਂ ਜੋਤ ਜਿਹੜੀ ਵਸੀ ਹੋਈ ਹੈ, ਉਹ ਇਹ ਮਨ ਉਹਦੇ ਨਾਲ ਸੂਰਜ ਕਿਰਨ ਮਿਲੀ ਹੋ ਚੁੱਕਾ ਹੈ। ਹੁਣ ਇਸ ਸ਼ਬਦ ਦੇ ਅੰਦਰ ਸਮਝਾ ਰਹੇ ਨੇ ਕਿ ਸੰਤ ਆਗੇ ਕੀ ਹੁੰਦਾ ਹੈ। ਸੰਤ ਆਗੇ ਹੁੰਦਾ ਹੈ ਵਰਚੂਸ। ਜਦੋਂ ਅਸੀਂ ਵਰਚੂਸ ਨਹੀਂ ਲੈਂਦੇ ਆ ਨਾ, ਤਾਂ ਅਸੀਂ ਭਟਕਦੇ ਹਾਂ। ਉਹਦੇ ਬਾਰੇ ਇੱਥੇ ਵਿਸ਼ਰਾਮ ਮੰਗਿਆ ਹੋਇਆ ਹੈ, ਉਹਦੇ ਬਾਰੇ ਇੱਥੇ ਪਰਮਾਈ ਗੱਲ ਕੀਤੀ ਗਈ ਹੈ। ਉਸ ਅਵਸਥਾ ਨੂੰ ਪਤਿਤ ਕਹਿੰਦੇ ਨੇ। ਪਤਿਤ ਤੋਂ ਪਾਵਨ ਹੋਣਾ, ਮੈਂ ਉਹ ਭਟਕਣਾ ਤੋਂ ਖਤਮ ਹੋ ਗਈ, ਮੇਰੀ ਪਾਵਨ ਹੋ ਗਿਆ। ਉਹ ਵਾਲੀ ਤੁਸੀਂ ਅਕਲ ਦਿੰਦੇ ਹੋ। ਉਹ ਪ੍ਰਭ ਜੀ ਤੁਹਾਨੂੰ ਨਿਜ ਘਰ ਦੀ ਮਤ ਪਸੰਦ ਆਈ, ਪ੍ਰਭ ਕਹਿ ਮਨ ਭਾਈ ਹੋਇਆ। ਹੁਣ ਉਹਦੇ ਕੋਲੋਂ ਮੰਗਦੇ ਨੇ, ਤੁਮ ਕਰੋ ਦਿਆ ਮੇਰੇ ਸਾਈਂ। ਉਹਨੇ ਸੁਰਤ ਮਤ ਸਾਰੇ ਇੰਦਰੇ ਗਿਆਨ ਇੰਦਰੇ ਕਹਿ ਲੋ, ਸਭ ਤੁਸੀਂ ਜਿਹੜੇ ਮਰਜ਼ੀ ਲਫ਼ਜ਼ ਬਾਰ-ਬਾਰ ਅਸੀਂ ਵਰਤਦੇ ਰਹਿੰਦੇ ਹਾਂ। ਹੁਣ ਅਸੀਂ ਸਾਰੇ ਡਿਸਟਰਬ ਹੁੰਦੇ ਹਾਂ, ਸਾਨੂੰ ਸੁਮਤ ਬਖਸ਼ੋ, ਐਸੀ ਮਤ ਦੀ ਜੈ। ਹੁਣ ਉਹਦੇ ਕੋਲੋਂ ਮਤ ਮੰਗ ਰਹੇ ਨੇ। ਪਹਿਲਾਂ ਮਤ ਰੱਬ ਅੰਦਰ ਹੈ, ਉਹਦੀ ਮਤ ਤੇ ਗੁਰਪ੍ਰਸਾਦ ਹੋ ਹੀ ਰਹੀ ਹੈ, ਲਗਾਤਾਰ ਹੋ ਰਹੀ ਹੈ। ਪਰ ਹਰਡਲ ਜਿਹੜਾ ਕੂੜਾ ਮਨ ਸੀ ਨਾ, ਇਹਨੂੰ ਹੁਣ ਗੋਵਿੰਦ, ਵਿੰਦ ਹੁੰਦਾ ਹੈ ਵਰਚੂਸ, ਵਿਜ਼ਡਮ ਵਾਲੀ ਬੂੰਦ, ਉਹਨੂੰ ਕਹਿੰਦੇ ਨੇ ਏਕ ਬੂੰਦ ਗੁਰ ਅੰਮ੍ਰਿਤ ਦੀ ਨੂੰ ਤਾਂ ਅਟਲ ਅਮਰ ਨਾ ਹੋ। ਇਹਨੂੰ ਉਹ ਗੋਬਿੰਦ ਵਾਲੀ ਅਕਲ ਵਾਲੀ ਗੱਲ ਪ੍ਰਾਪਤ ਹੋ ਗਈ ਹੈ। ਹੁਣ ਉਹ ਵਾਲੀ ਮਤ ਉਹਦੇ ਨਾਲ ਦੀਜੈ ਮੇਰੇ ਠਾਕੁਰ ਸਦਾ ਸਦਾ ਤੂੰ ਧਿਆਈ, ਤਾਂ ਕਿ ਅਸੀਂ ਵੀ ਰੱਬੀ ਗੁਣਾਂ ਨੂੰ ਫੋਲੋ ਕਰ ਸਕੀਏ, ਵਡਿਆਈਆਂ ਦਾ ਜੀਵਨ ਜੀ ਸਕੀਏ। ਉਹ ਵਡਿਆਈਆਂ ਦਾ ਜੀਵਨ ਕਿਵੇਂ ਬਣ ਜਾਂਦਾ ਹੈ? ਇਹ ਆਮ ਤੌਰ ਤੇ ਪੁਰਾਤਨ ਸਮੇਂ ਦੇ ਲਫ਼ਜ਼ ਨੇ, ਪਾਣੀ ਪੱਖਾ ਪੀਸੋ। ਅਸੀਂ ਆਪਣੇ ਜ਼ਮਾਨੇ 'ਚ ਦੇਖਦੇ ਰਹੇ ਲੋਕੀ, ਜਿੱਥੇ ਗੁਰਦੁਆਰੇ ਸੰਗਤ ਹੁੰਦੀ ਸੀ, ਕੋਈ ਪਾਣੀ ਭਰਦਾ ਸੀ, ਕੋਈ ਪੱਖਾ ਫੇਰਦਾ ਸੀ, ਕੋਈ ਕੁਝ ਕਰਦਾ ਸੀ। ਇਹ ਅੰਦਰ ਦੀ ਅਵਸਥਾ ਪਾਣੀ ਹੁੰਦਾ ਹੈ। ਜਦੋਂ ਅਸੀਂ ਵਰਚੂਸ ਨੂੰ ਫੋਲੋ ਕਰਦੇ ਹਾਂ ਨਾ, ਉਹਨੂੰ ਸੰਤ ਆਗਿਆ ਕਹਿੰਦੇ ਨੇ। ਵਰਚੂਸ ਫੋਲੋ ਕਰਨ ਨਾਲ ਮੈਨੂੰ ਤ੍ਰਿਸ਼ਨਾ ਦੇ ਬਦਲੇ ਸੰਤੋਖ ਆ ਜਾਵੇ। ਸੰਤੋਖ ਦਾ ਜਲ ਪੱਖਾ ਹੁੰਦਾ ਪਵਨ ਗੁਰੂ, ਨਿਰੰਤਰ ਉਸ ਸਤਿਗੁਰ ਦੀ ਚਵਰ ਕਰਨਾ। ਉਹਨੂੰ ਅਸੀਂ ਜਪ ਉਹਦੇ ਸੋਇਲਾ ਸਿੱਖਿਆ ਹੋਇਆ ਹੈ, ਗਗਨ ਮੈਂ ਥਾਲ ਰੱਬ ਪਵਨ ਚਵਰੂ ਕਰੇ। ਸੋ ਸੰਤ ਅਗੇ ਗੁਣ ਗੋਬਿੰਦ ਜਸ ਗਾਈ, ਮੈਂ ਉਹ ਵਾਲੇ ਗੁਣ ਸਿੱਖਾਂ ਜਿਹਦੇ ਨਾਲ ਸਟੇਬਿਲਿਟੀ ਮਿਲਦੀ ਹੈ। ਸਾਸ ਸਾਸ ਮਨ ਨਾਮ ਸਮਾਰਾ, ਇਹ ਵਿਸ਼ਰਾਮ ਨਿਦ ਪਾਈ। ਇਹ ਵਿਸ਼ਰਾਮ ਦੀ ਮਤ ਨਿਦ ਉਹਦੇ ਕੋਲ ਹੈ, ਮਨ ਨੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਸੋਦਰ ਦੇ ਅੰਦਰ ਗਿਆ ਸੀ ਨਾ, ਇਹਨੇ ਸੋਦਰ ਕਿਹਾ ਸੋ ਕਰਕੇ ਜਿਤ ਬੈ ਸਰਬ ਸੰਭਾਲੇ। ਉੱਥੇ ਤੇ ਰੱਬ ਜੀ ਰਹਿੰਦੇ ਨੇ, ਰੱਬ ਜੀ ਚੰਗੇ ਗੁਣ ਸੰਭਾਲਦੇ ਨੇ, ਇਹਨੂੰ ਚੰਗੇ ਗੁਣ ਸੰਭਾਲਣੇ ਆ ਗਏ, ਕਿਉਂਕਿ ਜਿਸ ਨੂੰ ਬਖਸ਼ੇ ਸੀ ਸਾਲਾ ਨਾਨਕ ਪਾਤਸ਼ਾਹ ਹੈ, ਉੱਥੇ ਦਾ ਪਾਤਸ਼ਾਹ ਬਣ ਗਿਆ ਨੇ, ਚੰਗੇ ਗੁਣ ਸੰਭਾਲੇ ਹੋਏ ਨੇ, ਜਿਹਦੇ ਨਾਲ ਭਟਕਣਾ ਨਹੀਂ ਹੁੰਦੀ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ। ਮੋਹ ਮਾਨ ਕੀ ਹੈ? ਤ੍ਰਿਸ਼ਨਾ ਵਾਲੀ ਅਕਲ ਦੇ ਨਾਲ ਅਟੈਚਮੈਂਟ, ਉਹ ਛੁੱਟ ਜਾਂਦਾ। ਬਿਨਸ ਜਾਏ ਪਰਮਾਈ, ਤਾਂ ਕਿ ਅਸੀਂ ਭਟਕਣਾ ਤੋਂ ਬਚ ਜਾਈਏ। ਸਾਡੇ ਕਾਰਨ ਸਾਰੇ ਇੰਦਰੇ ਗਿਆਨ ਇੰਦਰੇ ਸਾਰੇ ਜੀ ਜਨ ਭਟਕ ਜਾਂਦੇ ਨੇ। ਆਨੰਦ ਰੂਪ ਰਵਿਓ ਸਭ ਮੱਦੇ, ਜਤ ਕਤ ਪੇਖੋ ਜਾਈ। ਸੁਰਤਮਤ ਕਹਿ ਰਹੀ ਹੈ ਵੀ ਚਾਰੋਂ ਪਾਸੇ ਜਿੱਥੇ ਦੇਖੀਏ ਸਾਨੂੰ ਤਾਂ ਆਨੰਦ ਆਏਗਾ, ਤਾਂ ਕਿ ਹਰ ਵੇਲੇ ਸਾਨੂੰ ਸਾਰਿਆਂ ਜੀਆਂ ਜਨਤਾ ਵਿੱਚ ਅਤੇ ਸਾਰੇ ਬਾਹਰ ਬਿਹੇਵੀਅਰ ਵੇਲੇ ਸਾਰੇ ਲੋਕਾਂ 'ਚ ਸਾਨੂੰ ਰੱਬ ਨਜ਼ਰ ਆਵੇ। ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ। ਤੁਹਾਡੇ ਕੋਲ ਹੁਣ ਅਕਲ ਆ ਗਈ ਕਿ ਪਤਿਤ ਤੋਂ ਪਾਵਨ ਕਿਵੇਂ ਹੋ ਸਕਦਾ? ਤੁਸੀਂ ਮੇਰੀ ਸ੍ਰਿਸ਼ਟੀ ਦੇ ਗੋਸਾਈ ਹੋ, ਮਾਲਕ ਹੋ, ਮੇਰੇ ਸਿਰ ਦੇ ਸਾਈਂ ਹੋ, ਮੇਰੇ ਮਾਸਟਰ ਹੋ। ਇਹ ਮੇਰੇ ਐਲੀਵੇਟਿਡ ਮਨ ਜੀ, ਤੁਹਾਡੇ ਸ਼ੁਕਰੀਆ, ਤੁਸੀਂ ਨਿਜ ਘਰ ਅੱਗੇ ਸਮਰਪਣ ਕੀਤਾ। ਹੁਣ ਸਾਨੂੰ ਉਹ ਮਤ ਦਿਓ, ਕੋਟ ਸੁਖ ਆਨੰਦ ਰਾਜ ਪਾਏ, ਤਾਂ ਕਿ ਅਸੀਂ ਵੀ ਸੁਖੀ ਹੋ ਜਾਈਏ ਔਰ आनंद प्राप्त करिए, स्टेबिलिटी दा, नेचल राज दा, अबचल नगर गोबिंद गुरु का साडा अंदर वस जाए। मुख ते निमक बुलाई, ताकि असी सारे साडे जितने रोम ने ना सारे मुख होंदे ने। इंद्रे ज्ञान इंद्रे एक एक रोम साडा मुख है ना, इस सारे ट्यून्ड हो जाते ने विजडम दे नाल। जाप ताप भगत सा पूरी। हुण ये गल पूरी बनी, एनू कहंदे ने जो प्रभ के मन पाई।
ਜਦੋਂ ਮਨ ਨੇ ਨਿਜ ਕਰ ਦੀ ਮੱਤ ਲਈ, ਸਤਿਗੁਰ ਦੀ ਮੱਤ ਹੀ ਜਾਪ ਹੈ, ਸਤਿਗੁਰ ਦੀ ਮੱਤ ਹੀ ਤਾਪ ਹੈ, ਸਤਿਗੁਰ ਦੀ ਮੱਤ ਅਨੁਸਾਰ ਜੀ ਕੇ ਸਾਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਵੰਡਣਾ, ਉਹਨੂੰ ਕਹਿੰਦੇ ਨੇ ਭਗਤ। ਇਹ ਹੁਣ ਪੂਰੀ ਹੋ ਗਈ ਭਗਤ ਅਵਸਥਾ। ਅਸੀਂ ਬਾਰ-ਬਾਰ ਡਿਸਕਸ ਕੀਤਾ, ਵਿਣਗੁਣ ਕੀਤੇ, ਭਗਤ ਨਾ ਹੋਏ ਕਿ ਮਨ ਨਿਜ ਕਰ ਦੀ ਮੱਤ ਲੈ ਕੇ ਸਾਰੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਜਦੋਂ ਵੰਡਦਾ ਹੈ ਨਾ, ਇਹ ਸ਼ਬਦ ਉਸੀ ਪ੍ਰਥਾਏ ਹੈ। ਹੁਣ ਭਗਤ ਪੂਰੀ ਹੋ ਗਈ। ਮਨ ਨੇ ਵੰਡ ਦਿੱਤਾ, ਸੁਰਤ ਮਤ ਨੂੰ ਦੇ ਦਿੱਤਾ, ਉਹਦੇ ਕਾਰਨ ਸਾਰੇ ਅੰਗਾਂ ਨੂੰ ਮਿਲ ਗਿਆ। ਸਭ ਜਗ੍ਹਾ ਨਾਮ ਜਪ, ਤ੍ਰਿਸ਼ਨਾ ਸਭ ਬੁੱਝੀ ਹੈ। ਉੱਤੇ ਮੰਗਿਆ ਸੀ ਕਿ ਸਾਨੂੰ ਤ੍ਰਿਸ਼ਨਾ ਤੋਂ ਬਚਾ ਲਓ, ਉਹਦੇ ਕਾਰਨ ਉਰ ਨੂੰ ਠਾਕ ਕੇ ਰੱਖਣ ਵਾਲੀ ਮੱਤ ਚਾਹੀਦੀ ਸੀ। ਉਹ ਤ੍ਰਿਸ਼ਨਾ ਸਭ ਬੁੱਝ ਜਾਂਦੀ ਹੈ, ਉਹ ਵਾਲੀ ਦਿਓ। ਨਾਨਕ ਤ੍ਰਿਪਤ ਅਘਾਈ, ਉਹ ਮਨ ਜਿਹੜਾ ਪ੍ਰਭ ਬਣ ਗਿਆ ਨਾ, ਨਾਨਕ ਜੀ ਆਖਦੇ ਹਨ, ਜਿਹੜਾ ਵੀ ਮਨ ਉਹ ਅਵਸਥਾ ਪ੍ਰਾਪਤ ਕਰਦਾ ਹੈ ਨਾ, ਉਹ ਮਨ ਮਰਜ ਹੋ ਗਿਆ, ਉਹ ਮਨ ਨਾਨਕ ਬਣ ਗਿਆ, ਉਹ ਮਨ ਅਦਵੈਤ ਹੋ ਗਿਆ, ਉਹ ਤ੍ਰਿਪਤ ਹੋ ਗਿਆ। ਉਹਦੀ ਮੱਤ ਤ੍ਰਿਪਤ ਹੋ ਜਾਂਦੀ ਹੈ, ਉਹਦੀਆਂ ਅੱਖਾਂ ਸੁਲੱਖਣੀ ਹੋ ਜਾਂਦੀਆਂ ਨੇ। ਉਹਨੂੰ ਕਹਿੰਦੇ ਨੇ ਪਹਿਲੀ ਕਰੂਪ ਕੁਜਾਤ ਕੁਲੱਖਣੀ, ਹੁਣ ਉਹਨੂੰ ਸੁਲੱਖਣੀ ਪ੍ਰਾਪਤ ਹੋ ਗਈ। ਸੋ ਉਹਦੀ ਮੱਤ ਤ੍ਰਿਪਤ ਹੋ ਗਈ। ਹਾਂਜੀ, ਜਿਤਨਾ ਮੈਨੂੰ ਸਮਾਂ ਦਿੱਤਾ है, शायद मैं ज्यादा ले गया होता कि मदद आ जाएगा। नीचल राज प्राप्त हो गया, त्रिपत हो गए, तृष्णा पटकना खत्म हो गई, निज कर दे गोबिंद ठाकुर वाली मत प्राप्त हो गई। उन्होंने पति तो पावन कर दिता, क्योंकि वो गोसाई है। वो साई ताई बन सके है कि उन्हें सतगुर दी मत लेके स्टेबिलिटी सानू भी सिखा दी। थैंक यू। ਹਾਂਜੀ ਵੀਰ ਜੀ, ਆਈ ਥਿੰਕ ਅੱਜ ਦਾ ਸਮਾਂ ਸਾਡਾ ਪੂਰਾ ਹੋ ਗਿਆ ਤੇ ਫਤਿਹ ਦੀ ਸਾਂਝ ਪਾ ਲੈਣਾ ਸੀ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।